ਪਰ ਅਸਲ ਵਿੱਚ ਉਹ ਪੇਟ ਬਾਹਰ ਹੋਣਾ ਆਪਣੇ ਆਪ ਵਿੱਚ ਹੀ ਇੱਕ ਬਿਮਾਰੀ ਹੈ। पर तुहाडा अगर ढिड बाहर लटक रहा है सो इन द फ्यूचर दैट कैन कॉज हाइपरटेंशन, हार्ट डिजीज, इस तरह की प्रॉब्लम्स भी आ सकदियां ने। मूवमेंट ना करन करके साडी डाइजेस्टिव फायर जिहड़ी है वीक पै जांदा है, मेटाबॉलिज्म थोड़ा वीक पै जांदा है, एज अ रिजल्ट जिहड़े टॉक्सिन्स ने अंदर इकट्ठे होने शुरू हो जांदे ने। सो इस एक्सेस फैट उत्थे होण करके उत्थे प्रेशर पैंदा हैगा, उत्थे पॉइजनस टॉक्सिन्स रिलीज होंदे हैगे ते ओदे करके सानू हार्ट डिजीज, हाइपरटेंशन और लीवर दी प्रॉब्लम्स ये सारी आ सकदियां। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਅੱਜ ਮੋਟਾਪਾ ਘਟਾਉਣ ਦੇ ਉੱਤੇ ਗੱਲਬਾਤ ਕਰਨੀ ਸਾਡੇ ਨਾਲ ਜੁੜ ਚੁੱਕੇ ਨੇ ਜੀ ਸਾਡੇ ਸੁਪਰ ਡਾਈਟੀਸ਼ੀਅਨ ਕਮਲਪ੍ਰੀਤ ਸਿੰਘ ਜੀ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਕੀ ਹਾਲ ਚਾਲ ਨੇ? ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ? ਬਹੁਤ ਵਧੀਆ ਜੀ। ਸੋ ਅੱਜ ਆਪਾਂ ਗੱਲਬਾਤ ਕਰਨ ਲੱਗਿਆ ਮੋਟਾਪੇ ਦੀ, ਇੱਕ ਯੂਨੀਵਰਸਲ ਪ੍ਰੋਬਲਮ ਲੈ ਕੇ ਆ ਰਹੇ ਹਾਂ ਅਸੀਂ। ਸੋ ਕਈ ਤਾਂ ਲੋਕੀ ਹੁੰਦੇ ਆ ਬਲੈਸਡ ਹੁੰਦੇ ਆ, ਜਿਵੇਂ ਮੈਂ ਪਹਿਲਾਂ ਕਹਿ ਰਹੀ ਸੀ, ਜੋ ਮਰਜ਼ੀ ਖਾਓ ਪੀਓ ਮੋਟੇ ਨਹੀਂ ਹੁੰਦੇ। ਕਈ ਲੋਕ ਹੁੰਦੇ ਆ ਕਿ ਕੁਝ ਖਾਂਦੇ ਨਹੀਂ, ਹਵਾ ਵੀ ਉਹਨਾਂ ਨੂੰ ਲੱਗ ਜਾਂਦੀ ਆ। ਇਹਦਾ ਕੀ ਰੀਜ਼ਨ ਹੁੰਦਾ ਆ? ਬਿਲਕੁਲ, ਇਹ ਜੈਨੇਟਿਕਸ ਦੇ ਉੱਤੇ ਹੈਗੀ। ਬੋਡੀ ਟਾਈਪ ਸਾਡੀ ਡਿਫਰੈਂਟ ਹੁੰਦੀਆਂ ਨੇ। ਕੋਈ ਐਕਟੋਮੋਰਫ ਹੁੰਦਾ ਹੈ, ਕੋਈ ਮੈਜ਼ੋਮੋਰਫ ਹੁੰਦਾ ਹੈ, ਕੋਈ ਐਂਡੋਮੋਰਫ ਹੁੰਦਾ ਹੈ। ਕੋਈ ਤਿੰਨ ਤਰ੍ਹਾਂ ਦੀ ਬੋਡੀ ਟਾਈਪਸ ਕਹੀ ਜਾਂਦੀਆਂ ਨੇ। ਇੱਕ ਜਿਵੇਂ ਤੁਸੀਂ ਕਿਹਾ ਕਿ ਜੋ ਮਰਜ਼ੀ ਖਾ ਲੈਣ ਉਹਨਾਂ ਨੂੰ ਲੱਗਦਾ ਨਹੀਂ ਹੈਗਾ। ਇੱਕ ਉਹ ਹੋ ਗਏ, ਇੱਕ ਐਥਲੈਟਿਕ ਬਿਲਟ ਵਾਲੇ ਹੁੰਦੇ ਨੇ, ਜਿੰਨਾ ਖਾਣ ਉਹ ਆਪਣੇ weight gain ਐਂਡ weight loss ਦੋਨੋਂ ਕਰ ਸਕਦੇ ਨੇ ਥੋੜਾ ਬਹੁਤ ਡਾਈਟ ਦੇ ਚੇਂਜਸ ਕਰਕੇ। ਇੱਕ ਹੁੰਦੇ ਆ ਜਿਹੜੇ ਥੋੜਾ ਵੀ ਖਾਣ ਫਿਰ ਵੀ weight ਜ਼ਿਆਦਾ ਉਹਨਾਂ ਦਾ ਵੱਧ ਜਾਂਦਾ ਹੈਗਾ। ਸੋ ਇਹ ਤਿੰਨ ਤਰ੍ਹਾਂ ਦੀ ਬੋਡੀ ਟਾਈਪਸ ਹੁੰਦੀਆਂ ਨੇ। ਇਹ ਜੈਨੇਟਿਕ ਫੈਕਟਰ ਹੁੰਦਾ ਹੈਗਾ, ਬਟ ਇਹਦੇ ਵਿੱਚ ਜਿਹੜਾ ਮੇਨ ਰੋਲ ਜਿਹੜਾ ਹੁੰਦਾ ਹੈ ਉਹ ਡਾਈਟ ਐਂਡ ਲਾਈਫ ਸਟਾਈਲ ਦਾ ਹੁੰਦਾ ਹੈ। ਸੋ ਜੇ ਕਿਸੇ ਦਾ ਬੋਡੀ ਟਾਈਪ ਹਾਈ ਫੈਟ ਵਾਲੀ ਹੈਗੀ, ਉਹ ਵੀ ਅਗਰ ਆਪਣੀ ਡਾਈਟ ਨੂੰ ਕੰਟਰੋਲ ਕਰ ਲਵੇ ਤੇ ਉਹਦਾ weight ਰਿਡਿਊਸ ਹੋ ਸਕਦਾ ਹੈਗਾ। ਐਂਡ ਜਿਹੜੇ ਪਤਲੇ ਦੁਬਲੇ ਹੁੰਦੇ ਹੈ, ਜੇ ਉਹ ਆਪਣੀ ਡਾਈਟ ਨੂੰ ਵਿੱਚ ਹਾਈ ਪ੍ਰੋਟੀਨ ਜਿਹੜੇ ਗੁੱਡ ਸੋਰਸਸ ਵਾਲੇ ਰੱਖ ਲੈਣ, ਦੇ ਕੈਨ ਆਲਸੋ ਗੇਨ weight। ਇੱਕ ਮੈਟਾਬੋਲਿਜ਼ਮ ਰੇਟ ਦੀ ਬੜੀ ਗੱਲ ਹੁੰਦੀ ਹੈ ਕਿ ਜੇਕਰ ਹਾਈ ਹੈ ਤਾਂ ਤੁਸੀਂ ਈਜ਼ੀਲੀ ਰਿਡਿਊਸ ਕਰ ਸਕਦੇ ਹੋ, ਤੇ ਜੇਕਰ ਸਲੋ ਹੈ ਤੁਹਾਨੂੰ ਤਾਂ ਹੀ ਪ੍ਰੋਬਲਮ ਆਉਂਦੀ ਹੈ ਰਿਡਿਊਸ ਕਰਨ ਦੇ ਵਿੱਚ। ਕੀ ਇਹ ਵਾਕਈ ਇਹਨਾਂ ਮੈਟਰ ਕਰਦਾ ਹੈ? ਹਾਂਜੀ, ਮੈਟਾਬੋਲਿਜ਼ਮ ਦਾ ਰੇਟ ਦਾ ਵੀ ਫਰਕ ਪੈਂਦਾ ਹੈ ਕਿ ਕਿੰਨੀ ਛੇਤੀ ਬੋਡੀ ਤੁਹਾਡਾ ਸਿਸਟਮ ਨੂੰ ਤਿੰਨ ਪ੍ਰੋਸੈਸ ਹੁੰਦੇ ਨੇ। ਇੱਕ ਡਾਈਜੈਸ਼ਨ ਦਾ ਹੁੰਦਾ ਹੈ, ਇੱਕ ਅਬਜ਼ੌਰਪਸ਼ਨ ਦਾ ਹੁੰਦਾ ਹੈਗਾ, ਇੱਕ ਐਲੀਮੀਨੇਸ਼ਨ ਦਾ ਹੁੰਦਾ ਹੈ। ਯਾਨੀ ਜੋ ਵੀ ਅਸੀਂ ਖਾਂਦੇ ਆ ਉਹ ਪਹਿਲੇ ਤੇ ਜਾ ਕੇ ਪਚਦਾ ਹੈਗਾ, ਫਿਰ ਪਚਣ ਤੋਂ ਬਾਅਦ ਸਾਡੇ ਸਰੀਰ ਨੂੰ ਲੱਗਦਾ ਹੈਗਾ, ਨਿਊਟ੍ਰੀਐਂਟਸ ਬਣਦੇ ਹੈਗੇ, ਤੇ ਉਸ ਤੋਂ ਬਾਅਦ ਐਲੀਮੀਨੇਟ ਹੁੰਦਾ ਹੈਗਾ। ਸੋ ਜਿਸ ਦਾ ਇਹ ਪ੍ਰੋਸੈਸ ਫਾਸਟ ਹੈਗਾ ਤੇ ਉਹ ਉਨੀ ਛੇਤੀ ਨਾਲ ਆਪਣੇ weight ਨੂੰ ਗੇਨ ਜਾਂ ਲੂਜ਼ ਕਰਨ ਵਿੱਚ ਹੈਲਪ ਕਰਦਾ ਹੈਗਾ ਉਸ ਨੂੰ। ਜੀ, ਤੇ ਆਪਾਂ weight ਦੀ ਜੇ ਗੱਲ ਕਰਦੇ ਆ, ਇੱਕ ਐਪਰੋਪ੍ਰੀਏਟ weight ਕਿੰਨਾ ਕੁ ਹੋ ਸਕਦਾ ਪਰਸਨ ਦਾ? ਜਿਵੇਂ ਅਸੀਂ ਕਹਿ ਦਿੰਦੇ ਆ ਕਿ ਕਈ ਵਾਰੀ ਬੋਡੀ ਸਹੀ ਹੁੰਦੀ ਹੈ ਪਰ ਸਾਨੂੰ ਇਹ ਲੱਗਦਾ ਕਿ ਸਾਡਾ weight ਬਹੁਤ ਜ਼ਿਆਦਾ ਆ। ਕਈ ਵਾਰੀ weight ਜ਼ਿਆਦਾ ਨਹੀਂ ਹੁੰਦਾ ਪਰ ਬੋਡੀ ਬਹੁਤ ਜ਼ਿਆਦਾ ਫੁਲਾਵਟ ਵਾਲੀ ਹੁੰਦੀ ਆ। ਸੋ ਕਿਵੇਂ ਪਤਾ ਲੱਗੇ ਕਿ ਮੋਟਾਪਾ ਹੈ? ਰਾਈਟ, ਇਹ ਬੜਾ ਇੰਪੋਰਟੈਂਟ ਕੁਐਸਚਨ ਹੈਗਾ। ਸੋ ਜੇ ਆਪਾਂ ਜਨਰਲ ਤੌਰ ਤੇ ਗੱਲ ਕਰੀਏ ਨਾ, ਉਦੋਂ ਦੇਖਣ ਤੋਂ ਪਤਾ ਲੱਗਦਾ ਹੈਗਾ ਕਿ weight ਕਿਸੇ ਦਾ ਵਧਿਆ ਹੋਇਆ ਕਿ ਨਹੀਂ ਵਧਿਆ ਹੋਇਆ। ਹੁਣ weight ਵਿੱਚ ਸਿਰਫ ਫੈਟ, ਐਕਸੈਸ ਫੈਟ ਨਹੀਂ ਹੈਗਾ। weight ਵਿੱਚ ਸਾਡੀ ਬੋਨਸ ਦਾ ਵੀ weight ਆ ਜਾਂਦਾ ਹੈ, ਸਾਡੀ ਮਸਲਸ ਦਾ ਵੀ weight ਆ ਜਾਂਦਾ ਹੈਗਾ, ਐਕਸੈਸ ਫੈਟ ਦਾ ਵੀ weight ਆ ਜਾਂਦਾ ਹੈਗਾ, ਆਰਗਨਸ ਦਾ ਵੀ weight ਹੈ, ਬਲੱਡ ਦਾ ਵੀ weight ਹੈਗਾ। ਰਾਈਟ, ਸੋ ਇਨ ਦੈਟ ਕੇਸ ਅਸੀਂ ਚਾਹੁੰਦੇ ਹਾਂ ਕਿ ਸਾਡੀ ਬੋਡੀ ਵਿੱਚ ਐਕਸੈਸ ਫੈਟ ਨਾ ਹੋਵੇ, ਜਿਹੜੀ ਚਰਬੀ ਹੈਗੀ ਉਹ ਨਾ ਲਟਕਦੀ ਹੋਵੇ। ਸੋ ਜੇ ਆਪਾਂ ਦੇਖ ਰਹੇ ਹਾਂ ਕਿਸੇ ਦਾ ਵੀ ਪੇਟ ਢਿੱਡ ਬਾਹਰ ਹੈਗਾ, ਜਾਂ ਥਾਈਜ਼ ਬਹੁਤ ਜ਼ਿਆਦਾ ਮੋਟੀਆਂ ਨੇ, ਜਾਂ ਬੱਟ ਬਹੁਤ ਜ਼ਿਆਦਾ ਮੋਟਾ ਹੈਗਾ, ਜਾਂ ਫੇਸ ਵਿੱਚ ਡਬਲ ਚਿਨ ਹੈਗਾ, ਸੋ ਦੈਟ ਮੀਨਸ ਕਿ ਇੰਡੀਕੇਸ਼ਨ ਮਿਲ ਜਾਂਦੀ ਹੈ ਕਿ ਕਿਤੇ ਨਾ ਕਿਤੇ ਸਾਡੀ ਬੋਡੀ ਵਿੱਚ ਐਕਸੈਸ ਫੈਟ ਹੈਗਾ। ਸੋ ਉਹਦੇ ਵਾਸਤੇ ਇੱਕ ਜਿਹੜਾ ਅੱਜਕੱਲ ਕਾਫੀ ਫੇਮਸ ਹੈਗਾ ਬੋਡੀ ਮਾਸ ਇੰਡੈਕਸ, BMI ਜਿਹਨੂੰ ਕਹਿੰਦੇ ਹੈਗੇ ਆ। ਸੋ ਉਹ ਇੱਕ ਇੰਡੈਕਸ ਹੈਗਾ ਜੋ ਸਾਡੀ ਹਾਈਟ ਐਂਡ weight ਦੇ ਨਾਲ ਕੈਲਕੂਲੇਟ ਕੀਤਾ ਜਾਂਦਾ ਹੈਗਾ। ਸੋ kg/m² ਹੁੰਦਾ ਹੈ, ਯਾਨੀ ਸਾਡੇ ਜਿਹੜਾ ਬੋਡੀ weight ਹੈਗਾ ਤੇ ਹਾਈਟ ਦੇ ਨਾਲ ਡਿਵਾਈਡ ਕਰਕੇ ਉਹਦਾ ਕੈਲਕੂਲੇਟ ਕੀਤਾ ਜਾਂਦਾ ਹੈ। ਫੋਰ ਐਗਜ਼ਾਮਪਲ ਮੇਰਾ ਅਗਰ BMI ਕੈਲਕੂਲੇਟ ਕਰਨਾ ਹੈਗਾ, ਸੋ ਮੇਰਾ weight 70 kgs ਹੋ ਗਿਆ ਐਂਡ ਹਾਈਟ ਹੋ ਗਈ 180 centimeters, ਸੋ ਮੀਟਰਸ ਇਜ਼ 1.8। ਸੋ ਜਦ ਆਪਾਂ ਇਹਨੂੰ ਡਿਵਾਈਡ ਕਰਦੇ ਹਾਂ ਤਾਂ ਆ ਜਾਂਦਾ ਹੈਗਾ 21। ਸੋ ਹੁਣ ਜਿਹੜਾ ਇੱਕ ਨਾਰਮਲ weight ਦਾ BMI ਬਣਿਆ ਹੋਏਗਾ, ਇਹ ਹੈ 18.5 ਤੋਂ ਲੈ ਕੇ 24.9 ਤੱਕ। ਸੋ ਜਿਨ੍ਹਾਂ ਦਾ ਇਸ ਦੇ ਵਿੱਚ ਹੁੰਦਾ ਹੈਗਾ, ਦੈਟ ਮੀਨਸ ਕਿ ਤੁਹਾਡਾ weight ਨਾਰਮਲ ਹੈਗਾ, ਤੇ ਜੇ ਇਸ ਤੋਂ ਘੱਟ ਹੈਗਾ ਤਾਂ ਅੰਡਰਵੇਟ, ਤੇ ਜੇ ਇਸ ਤੋਂ ਉੱਤੇ ਹੈਗਾ ਤੇ ਓਵਰਵੇਟ। ਲੇਕਿਨ ਇਹਦੇ ਵੀ ਕੁਝ ਲਿਮਿਟੇਸ਼ਨਸ ਨੇ, ਇਹ ਕੋਈ 100% ਐਕਿਊਰੇਟ ਨਹੀਂ ਹੈਗਾ। ਕਾਰਨ ਕਿਉਂ? ਕਈਆਂ ਦਾ weight ਕੀ ਹੁੰਦਾ ਹੈ ਬੋਡੀ ਵਿੱਚ ਬਾਕੀ ਜਗ੍ਹਾ ਤੇ ਨਹੀਂ ਹੁੰਦਾ, ਸਿਰਫ ਪੇਟ ਲਟਕ ਰਿਹਾ ਹੁੰਦਾ ਹੈ। ਕਈਆਂ ਦਾ ਹੁੰਦਾ ਹੈਗਾ ਕਿ ਹਾਈਟ ਛੋਟੀ ਹੁੰਦੀ ਹੈਗੀ, ਤੇ ਕਈਆਂ ਦੀ weight ਜ਼ਿਆਦਾ ਇਸ ਕਰਕੇ ਹੁੰਦਾ ਕਿਉਂਕਿ ਉਹਨਾਂ ਨੇ ਬੋਡੀ ਬਿਲਡਿੰਗ ਇੰਨੀ ਕੀਤੀ ਹੁੰਦੀ ਹੈ ਕਿ ਐਕਸੈਸ ਫੈਟ ਨਹੀਂ ਹੁੰਦਾ, ਪਰ ਬੋਡੀ ਦਾ weight ਜ਼ਿਆਦਾ ਹੁੰਦਾ ਹੈ ਕਿਉਂਕਿ ਮਸਲਸ ਬਹੁਤ ਜ਼ਿਆਦਾ ਹੈਗੀਆਂ ਨੇ। ਸੋ ਇਨ ਦੈਟ ਕੇਸ ਕੀ ਹੁੰਦਾ, BMI ਕਈ ਵਾਰੀ ਗਲਤ ਵੀ ਦਿਖਾ ਦਿੰਦਾ ਹੈਗਾ। ਸੋ ਹਾਂਜੀ ਜੀ, ਤੁਸੀਂ ਜਿਵੇਂ BMI ਦੀ ਗੱਲ ਕੀਤੀ ਹੈ, ਤੁਸੀਂ ਕਿਹਾ ਕਿ ਕਈਆਂ ਦਾ ਪੇਟ ਵੀ ਹੁੰਦਾ ਹੈ। ਆਮ ਤੌਰ ਤੇ ਅਸੀਂ ਦੇਖਿਆ ਕਿ ਬੈਲੀ ਫੈਟ ਬਹੁਤ ਹੁੰਦੀ ਹੈ, ਚਾਹੇ ਉਹ ਮੇਲਸ ਹੋਣ ਚਾਹੇ ਉਹ ਫੀਮੇਲਸ ਹੋਣ। ਸੋ ਹੋਰ ਬੋਡੀ ਦੇ ਕਿਸੇ ਹਿੱਸੇ ਤੇ weight ਜ਼ਿਆਦਾ ਨਹੀਂ ਹੁੰਦਾ ਹੈਗਾ, ਬਟ ਬੈਲੀ ਫੈਟ ਬਹੁਤ ਜ਼ਿਆਦਾ ਹੁੰਦੀ ਹੈ। ਸੋ ਇਹਦਾ ਕੀ ਰੀਜ਼ਨ ਹੈ ਕਿ ਕੱਲੀ ਬੈਲੀ ਦੇ ਉੱਤੇ ਇੰਨੀ ਫੈਟ ਹੈ? ਹਾਂਜੀ, ਖਾਸ ਕਰ ਜੇ ਆਪਾਂ ਭਾਰਤੀਆਂ ਦਾ ਗੱਲ ਕਰੀਏ, ਇੰਡੀਅਨਸ ਜਿਹੜੇ ਹੈਗੇ ਉਹਨਾਂ ਦਾ ਕੀ ਹੁੰਦਾ, ਬਾਕੀ ਏਰੀਆ ਵਿੱਚ ਇੰਨਾ ਫੈਟ ਨਹੀਂ ਹੁੰਦਾ, ਲੇਕਿਨ ਢਿੱਡ ਭਾਰ ਨਿਕਲਿਆ ਹੁੰਦਾ। ਉਹ ਇਦਾਂ ਲੱਗਦਾ ਕਿ ਜਿੱਦਾਂ ਮਤਲਬ ਕਹਿ ਲਓ ਕਿ ਆਪਣੇ ਆਪ ਵਿੱਚ ਇੱਕ ਟਿਊਮਰ ਵਰਗਾ ਲੱਗਦਾ ਹੈਗਾ, ਐਕਸਟਰਾ ਫੈਟ ਜਿਹੜਾ ਨਿਕਲਿਆ ਹੋਇਆ। ਕਿਉਂਕਿ ਜਿਵੇਂ ਉਹਨਾਂ ਨੂੰ ਹੋਰ ਕੋਈ ਕਈ ਵਾਰ ਬਿਮਾਰੀ ਨਹੀਂ ਵੀ ਹੁੰਦੀ, ਡਾਇਬੀਟੀਜ਼ ਨਹੀਂ ਹੁੰਦੀ, BP ਨਹੀਂ ਹੁੰਦੀ, ਪਰ ਪੇਟ ਇੰਨਾ ਲਟਕ ਰਿਹਾ ਹੁੰਦਾ, ਥੱਲੇ ਤੱਕ ਵੀ ਆ ਰਿਹਾ ਹੁੰਦਾ। ਸੋ ਕਹਿੰਦੇ ਕਿ ਬਈ ਮੈਂ ਤਾਂ ਸਿਰਫ ਥੋੜਾ ਪੇਟ ਬਾਹਰ ਹੈਗਾ,
ਮੈਨੂੰ ਕੋਈ ਬਿਮਾਰੀ ਨਹੀਂ ਹੈਗੀ, ਪਰ ਅਸਲ ਵਿੱਚ ਉਹ ਪੇਟ ਬਾਹਰ ਹੋਣਾ ਆਪਣੇ ਆਪ ਵਿੱਚ ਹੀ ਇੱਕ ਬਿਮਾਰੀ ਹੈਗੀ, ਉਹ ਆਪਣੇ ਆਪ ਵਿੱਚ ਹੀ ਇੱਕ ਟਿਊਮਰ ਹੈ, ਜਿਹਨੂੰ ਜਿੱਥੇ ਜਿਹੜਾ ਬੈਲੀ ਫੈਟ ਹੁੰਦਾ ਹੈ ਉਹਦਾ ਪਿੱਛੇ ਇੱਕ ਵਿਸਰਲ ਫੈਟ ਹੁੰਦਾ ਹੈਗਾ। ਉਹ ਫੈਟ ਜਿਹੜਾ ਹੁੰਦਾ ਸਾਡੀ ਜਿਹੜੀ ਇੰਪੋਰਟੈਂਟ ਆਰਗਨਸ ਨੇ, ਜਿਵੇਂ ਕਿ ਸਾਡੇ ਲਿਵਰ ਹੋ ਗਈ, ਸਾਡਾ ਸਟਮਕ ਹੋ ਗਿਆ, ਸਾਡੇ ਇੰਟੈਸਟਾਈਨਸ ਹੋ ਗਿਆ, ਉਹਦੇ ਅਰਾਊਂਡ ਹੁੰਦਾ ਹੈਗਾ। ਐਂਡ ਐਜ਼ ਅ ਰਿਜ਼ਲਟ ਉਸ ਐਕਸੈਸ ਫੈਟ ਦਾ ਪ੍ਰੈਸ਼ਰ ਸਾਡੀ ਬੋਡੀ ਦੇ ਉੱਤੇ ਪੈਂਦਾ ਹੈ, ਸਾਡੀ ਵਾਈਟਲ ਆਰਗਨਸ ਦੇ ਉੱਤੇ ਪੈਂਦਾ ਹੈਗਾ। ਸੋ ਅਗਰ ਤੁਹਾਨੂੰ ਹਜੇ ਕੋਈ ਮੈਡੀਕਲ ਪ੍ਰੋਬਲਮ ਨਹੀਂ ਹੈਗੀ, ਪਰ ਤੁਹਾਡਾ ਅਗਰ ਢਿੱਡ ਬਾਹਰ ਲਟਕ ਰਿਹਾ ਹੈ, ਸੋ ਇਨ ਦਾ ਫਿਊਚਰ ਦੈਟ ਕੈਨ ਕਾਜ਼ ਹਾਈਪਰਟੈਂਸ਼ਨ, ਹਾਰਟ ਡਿਜ਼ੀਜ਼, ਇਸ ਤਰ੍ਹਾਂ ਦੀ ਪ੍ਰੋਬਲਮਸ ਵੀ ਆ ਸਕਦੀਆਂ ਨੇ। ਸੋ ਹੁਣ ਇੱਥੇ ਕਾਰਨ ਕੀ ਹੈਗਾ ਕਿ ਸਿਰਫ ਪੇਟ ਬਾਹਰ ਆ ਰਿਹਾ, ਬਾਕੀ ਚੀਜ਼ਾਂ ਨਹੀਂ, ਬਾਕੀ ਜਗ੍ਹਾ ਨਹੀਂ ਫੈਟ ਹੈਗਾ, ਉਹ ਜੈਨੇਟਿਕਸ ਤੇ ਆ ਜਾਂਦਾ ਹੈਗਾ। ਸੋ ਜਿਵੇਂ ਹੁਣ ਦੇਖਿਆ ਅਮਰੀਕਾ ਵਿੱਚ, ਕੈਨੇਡਾ ਵਿੱਚ ਜਿਹੜੇ ਇੱਥੇ ਦੇ ਬੋਰਨ ਲੋਕੀ ਨੇ, ਉਹਨਾਂ ਦੇ ਥਾਈਜ਼, ਬਟਸ ਇਹ ਵੱਡੇ ਹੁੰਦੇ ਹੈਗੇ ਆ। ਇੰਡੀਅਨਸ ਦੇ ਕੀ ਹੁੰਦਾ, ਪੇਟ ਬਾਹਰ ਹੁੰਦਾ ਹੈ। ਸੋ ਡਿਪੈਂਡਿੰਗ ਔਨ ਕਿ ਸਾਡੇ ਜੈਨੇਟਿਕਸ ਕੀ ਹੈਗੇ। ਤੁਸੀਂ ਜਿਵੇਂ ਗੱਲ ਕੀਤੀ ਕਿ ਸਾਡਾ ਲਾਈਫਸਟਾਈਲ ਵੀ ਮੈਟਰ ਕਰਦਾ, ਜਿਵੇਂ ਅੱਜ ਕੱਲ੍ਹ ਸੈਡੈਂਟਰੀ ਲਾਈਫਸਟਾਈਲ ਹੋ ਗਿਆ, ਬੈਠ ਕੇ ਜੌਬ ਕਰਨੀ ਹੈ ਐਂਡ ਸਾਰਾ ਕੁਝ, ਕੀ ਇਹ ਵੀ ਚੀਜ਼ਾਂ ਮੈਟਰ ਕਰਦੀਆਂ ਨੇ ਬੈਲੀ ਫੈਟ ਦੇ ਕਰਕੇ? ਬਿਲਕੁਲ, ਸਭ ਤੋਂ ਵੱਡਾ ਜਿਹੜਾ ਫੈਕਟਰ ਹੈਗਾ ਉਹ ਮੂਵਮੈਂਟ ਨਾ ਕਰਨਾ। ਜੇ ਆਪਾਂ ਚੇਅਰ ਤੇ ਬੈਠੇ ਹਾਂ, ਸਾਡੇ 8-8 10-10 ਘੰਟੇ ਆਫਿਸ ਜੌਬ ਚੱਲ ਰਹੀ ਹੈਗੀ ਹੈ, ਸੋ ਐਜ਼ ਅ ਰਿਜ਼ਲਟ ਸਾਡੀ ਬੋਡੀ ਜਿਹੜੀ ਹੁੰਦੀ ਹੈ ਫੰਕਸ਼ਨ ਨਹੀਂ ਕਰਦੀ, ਮੂਵਮੈਂਟ ਨਹੀਂ ਕਰਦੀ। ਮੂਵਮੈਂਟ ਨਾ ਕਰਨ ਕਰਕੇ ਸਾਡੀ ਡਾਈਜੈਸਟਿਵ ਫਾਇਰ ਜਿਹੜੀ ਹੈ ਵੀਕ ਪੈ ਜਾਂਦਾ ਹੈ, ਮੈਟਾਬੋਲਿਜ਼ਮ ਥੋੜਾ ਵੀਕ ਪੈ ਜਾਂਦਾ ਹੈ। ਐਜ਼ ਅ ਰਿਜ਼ਲਟ ਜਿਹੜੇ ਟੌਕਸਿਨਸ ਨੇ ਅੰਦਰ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ। ਹੁਣ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਕਿ ਪਿਛਲੇ ਸ਼ੋਜ਼ ਵਿੱਚ ਵੀ ਆਪਾਂ ਗੱਲ ਕੀਤੀਆਂ ਸੀਗੀਆਂ ਕਿ ਸਾਡੀ ਬੋਡੀ ਦੇ ਵਿੱਚ 4 ਡੀਟੌਕਸ ਚੈਨਲਸ ਨੇ, ਜਿਵੇਂ ਕਿ ਸਟੂਲ, यूरिन, स्वेट एंड ब्रेथ, यानी कि जो ਆਪਾਂ ਮਲ ਤਿਆਗ ਕਰਦੇ ਆ, ਮੂਤਰ ਪਾਸ ਕਰਦੇ ਆ, ਪਿਸ਼ਾਬ ਨਿਕਲਦਾ ਹੈਗਾ ਤੇ ਉਸ ਤੋਂ ਇਲਾਵਾ ਸਵਾਸ ਬਾਹਰ ਛੱਡਦੇ ਹੈਗੇ ਆ। ਇਹਦੇ ਰਾਹੀਂ ਸਾਡੀ ਬੋਡੀ ਵਿੱਚੋਂ ਜਿਹੜੇ ਐਕਸੈਸ ਟੌਕਸਿਨਸ ਨੇ ਉਹ ਬਾਹਰ ਨਿਕਲਦੇ ਨੇ। ਸੋ ਜੇ ਸਾਡੀ ਬੋਡੀ ਵਿੱਚ ਇਹ ਡੀਟੌਕਸ ਚੈਨਲਸ ਪ੍ਰੋਪਰਲੀ ਫੰਕਸ਼ਨ ਨਾ ਕਰਨ, ਜਾਂ ਫਿਰ ਜਿੰਨਾ ਇਹਨਾਂ ਦੀ ਕੈਪੈਸਿਟੀ ਹੈਗੀ ਐਲੀਮੀਨੇਸ਼ਨ ਕਰਨ ਦੀ, ਉਸ ਤੋਂ ਜ਼ਿਆਦਾ ਆਪਾਂ ਖਾਈ ਜਾਈਏ, ਕੈਲੋਰੀਜ਼ ਖਾਈ ਜਾਈਏ ਤੇ ਉਹਨਾਂ ਬਰਨ ਨਾ ਕਰੀਏ, ਤੇ ਐਜ਼ ਅ ਰਿਜ਼ਲਟ ਉਹ ਐਕਸਟਰਾ ਸਾਡੀ ਬੋਡੀ ਵਿੱਚ ਸਟੋਰ ਹੋਣ ਲੱਗ ਪੈਂਦਾ ਹੈਗਾ। ਸੋ ਹਰ ਕਿਸੇ ਦੀ ਬੋਡੀ ਵਿੱਚ ਡਿਫਰੈਂਟ ਏਰੀਆਜ਼ ਵਿੱਚ ਅਕੋਰਡਿੰਗ ਟੂ ਜੈਨੇਟਿਕ ਫੈਕਟਰ ਸਟੋਰ ਹੋ ਜਾਂਦਾ ਹੈਗਾ। ਜੇਕਰ ਸਿਰਫ ਬੈਲੀ ਫੈਟ ਹੈਗੀ ਆ, ਹੋਰ ਬੋਡੀ ਦੇ ਕਿਸੇ ਪਾਰਟ ਦੇ ਉੱਤੇ ਫੈਟ ਨਹੀਂ ਹੈ, ਕਿ ਇਹ ਬੈਲੀ ਫੈਟ ਵੀ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ? ਜੀ ਬਿਲਕੁਲ ਦੇ ਸਕਦਾ ਹੈਗਾ, ਕਿਉਂਕਿ ਇੱਥੇ ਜਿਵੇਂ ਮੈਂ ਦੱਸਿਆ ਨਾ ਕਿ ਸਾਡੀ ਵਾਈਟਲ ਆਰਗਨਸ ਜਿਹੜੀਆਂ ਹੈਗੀਆਂ ਇਸ ਏਰੀਆ ਵਿੱਚ ਹੈਗੀਆਂ ਨੇ, ਜਿਵੇਂ ਸਾਡੀ ਲੀਵਰ ਹੋ ਗਈ, ਸਟਮਕ ਹੋ ਗਿਆ, ਇੰਟੈਸਟਾਈਨਸ ਹੋ ਗਿਆ। ਸੋ ਇਹ ਫੈਟ ਸਾਡੇ ਉਸ ਏਰੀਆ ਨੂੰ ਕਵਰ ਕਰ ਰਿਹਾ ਹੈਗਾ। ਸੋ ਇਸ ਐਕਸੈਸ ਫੈਟ ਉੱਥੇ ਹੋਣ ਕਰਕੇ ਉੱਥੇ ਪ੍ਰੈਸ਼ਰ ਪੈਂਦਾ ਹੈਗਾ, ਉੱਥੇ ਪੋਇਜ਼ਨਸ ਟੌਕਸਿਨਸ ਰਿਲੀਜ਼ ਹੁੰਦੇ ਹੈਗੇ, ਤੇ ਉਹਦੇ ਕਰਕੇ ਸਾਨੂੰ ਹਾਰਟ ਡਿਜ਼ੀਜ਼, ਹਾਈਪਰਟੈਂਸ਼ਨ, ਹੋਰ ਲੀਵਰ ਦੀ ਪ੍ਰੋਬਲਮਸ ਇਹ ਸਾਰੀ ਆ ਸਕਦੀਆਂ। ਜਦੋਂ ਘਟਾਉਣ ਦੇ ਉੱਤੇ ਆਉਂਦੇ ਆ ਨਾ, ਉਦੋਂ ਵੀ ਬੋਡੀ ਦਾ ਬਾਕੀ ਈਜ਼ੀਲੀ ਫੈਟ ਰਿਡਿਊਸ ਹੋ ਜਾਂਦਾ, ਬੈਲੀ ਫੈਟ ਛੇਤੀ ਹੁੰਦੀ ਨਹੀਂ ਹੈ। ਇਹਦਾ ਵੀ ਕੀ ਕੋਈ ਰੀਜ਼ਨ ਹੈ ਕਿ ਬੈਲੀ ਫੈਟ ਇੰਨੀ ਜ਼ਿਆਦਾ ਜ਼ਿੱਦੀ ਹੁੰਦੀ ਹੈ ਕਿ ਛੇਤੀ ਜਾਂਦੀ ਨਹੀਂ ਹੈਗੀ? ਹਾਂ, ਕਿਉਂਕਿ ਰੀਜ਼ਨ ਉਹੀ ਮੈਂ ਦੱਸਿਆ ਨਾ ਕਿ ਉਹ ਵਿਸਰਲ ਫੈਟ ਹੈਗਾ। ਜੇ ਉਹਨੂੰ ਆਪਾਂ ਰਿਡਿਊਸ ਕਰਨਾ ਚਾਹੁੰਦੇ ਆ, ਉਹਦੇ ਵਾਸਤੇ ਆਪਾਂ ਨੂੰ ਸਾਰਾ ਕੁਝ ਠੀਕ ਕਰਨਾ ਪਏਗਾ, ਸਾਡਾ ਡਾਈਟ ਐਂਡ ਲਾਈਫਸਟਾਈਲ, ਜਿਹਦੇ ਵਿੱਚ ਐਕਸਰਸਾਈਜ਼ ਵੀ ਆਏਗੀ, ਜਿਹਦੇ ਵਿੱਚ ਇੰਟਰਮਿਟੈਂਟ ਫਾਸਟਿੰਗ ਵੀ ਆਏਗੀ, ਜਿਹਦੇ ਵਿੱਚ ਕਲੀਨ ਰॉ ਫੂਡ ਵੀ ਆਣਗੇ। ਸੋ ਜਦ ਇਹ ਸਾਰਾ ਕੁਝ ਆਪਾਂ ਇਕੱਠੇ ਕਰ ਲੈਂਦੇ ਆ, ਤਾਂ ਉਹ ਬੈਲੀ ਫੈਟ ਜਿਹੜਾ ਹੈ ਰਿਡਿਊਸ ਹੋਣਾ ਸ਼ੁਰੂ ਹੋ ਜਾਂਦਾ ਹੈ। ਔਰ ਇਦਾਂ ਨਹੀਂ ਹੈਗਾ ਕਿ ਮਤਲਬ ਟਾਈਮ ਲੱਗਦਾ ਉਹਨੂੰ ਰਿਡਿਊਸ ਹੋਣ ਵਿੱਚ, ਉਹ ਛੇਤੀ ਵੀ ਹੋ ਜਾਂਦਾ ਹੈ। ਦ ਥਿੰਗ ਇਜ਼ ਕਿ ਆਪਾਂ ਆਪਣਾ ਡਾਈਟ ਐਂਡ ਲਾਈਫਸਟਾਈਲ ਨੂੰ ਸੈੱਟ ਕਰ ਲਈਏ। ਕਿ ਇੱਕ ਵਾਰੀ ਜੇ ਅਸੀਂ weight reduce ਕਰ ਲੈਂਦੇ ਆ, ਕਿ ਇਹ ਹੈ ਕਿ ਮੁੜ ਕੇ ਸਾਨੂੰ ਦੁਬਾਰਾ ਅਸੀਂ ਗੇਨ ਨਹੀਂ ਕਰ ਪਾਵਾਂਗੇ, ਜਾਂ ਸਾਡਾ ਲਾਈਫਸਟਾਈਲ ਉਸ ਤਰੀਕੇ ਨਾਲ ਰਵੇ ਤਾਂ ਸਾਡੀ ਬੋਡੀ ਫੈਟ ਵੀ ਜਿਹੜੀ ਆ ਉਹ ਰਿਡਿਊਸ ਰਹੇਗੀ? ਹਾਂਜੀ, ਸੋ ਇਹਦੇ ਵਿੱਚ ਹੈਗਾ ਕਿ ਜਿਵੇਂ ਸਾਡਾ weight gain ਹੋਇਆ ਸੀ, ਹੁਣ gain ਕਰਨ ਵਿੱਚ ਵੀ ਆਪਾਂ ਅਚਾਨਕ ਤਾਂ ਨਹੀਂ ਹੋਇਆ, ਆਪਾਂ ਕਈ ਸਾਲ ਲਗਾ ਕੇ ਬੈਠੇ ਰਹੇ ਚੇਅਰ ਦੇ ਉੱਤੇ, ਅਸੀਂ ਆਪਣੇ ਮਨਮਰਜ਼ੀ ਦਾ ਖਾਣਾ ਖਾਂਦੇ ਰਹੇ ਤੇ ਉਹ ਇੱਕ ਗੇਨ ਹੋ ਗਿਆ। ਹੁਣ ਜੇ ਆਪਾਂ ਉਸ ਨੂੰ ਸੈਟਅਪ ਆਪਣਾ ਲਾਈਫਸਟਾਈਲ ਠੀਕ ਕਰ ਲਈਏ ਤੇ ਉਹ ਐਕਸੈਸ weight ਵੀ ਘਟ ਜਾਏਗਾ। ਲੇਕਿਨ ਅਗਰ ਆਪਾਂ ਉਹਨੂੰ ਫੇਰ ਉਸ ਤਰ੍ਹਾਂ ਦਾ ਲਾਈਫਸਟਾਈਲ ਬਣਾ ਲਈ ਜਿੱਦਾਂ ਪਹਿਲਾਂ ਸੀਗਾ, ਤੇ ਫੇਰ ਉਹ weight gain ਹੋਣਾ ਸ਼ੁਰੂ ਹੋ ਜਾਏਗਾ। ਸੋ ਕਿਤੇ ਨਾ ਕਿਤੇ ਸਾਨੂੰ ਇੱਕ ਬੈਲੈਂਸ ਬਣਾਉਣਾ ਪਏਗਾ ਟੇਸਟ ਦੇ ਵਿੱਚ ਤੇ ਇੱਕ ਹੈਲਦੀ ਲਾਈਫਸਟਾਈਲ ਦੇ ਵਿੱਚ। ਉਹ ਕਹਿੰਦੇ weight ਵਧਾਉਣਾ ਸੌਖਾ ਹੈ, weight ਘਟਾਉਣਾ ਬਹੁਤ ਔਖਾ ਆ, ਪਰ ਜੇ ਸਾਇੰਟੀਫਿਕਲੀ ਗੱਲ ਕੀਤੀ ਜਾਵੇ ਤਾਂ weight reduce ਕਿੱਦਾਂ ਕੀਤਾ ਜਾ ਸਕਦਾ? ਹਾਂਜੀ, ਸੋ ਜੇ ਆਪਾਂ ਗੱਲ ਕਰੀਏ ਸਾਇੰਸ ਆਫ ਲੂਜ਼ਿੰਗ weight, ਸੋ ਉਹਦੇ ਵਿੱਚ ਜਿਹੜੇ 3 ਮੇਨ ਫੈਕਟਰਸ ਨੇ ਨਾ, ਉਹ ਆਪਾਂ ਨੂੰ ਸਮਝਣੇ ਪੈਣਗੇ। ਇੱਕ ਤਾਂ ਹੈਗੀ ਨੋਬਲ ਪ੍ਰਾਈਜ਼ ਵਿਨਿੰਗ ਸਾਇੰਸ ਜਿਹੜੀ ਹੈਗੀ ਹੈ ਆਟੋਫੇਜੀ ਦੀ, ਇਸ ਨੂੰ 4 ਵਾਰ ਨੋਬਲ ਪ੍ਰਾਈਜ਼ ਮਿਲ ਚੁੱਕਿਆ ਹੈਗਾ। ਸੋ ਦੈਟ ਇਜ਼ ਸਮਥਿੰਗ ਸਿਮਿਲਰ ਟੂ ਇੰਟਰਮਿਟੈਂਟ ਫਾਸਟਿੰਗ ਦੀ ਆਪਾਂ ਗੱਲ ਕਰਦੇ। ਇੰਟਰਮਿਟੈਂਟ ਫਾਸਟਿੰਗ ਯਾਨੀ ਕਿ 16 ਘੰਟੇ ਰਾਤ ਨੂੰ ਉਪਵਾਸ ਰੱਖਣਾ ਹੈਗਾ ਤੇ ਬਾਕੀ 8 ਘੰਟੇ ਦੀ ਵਿੰਡੋ ਵਿੱਚ ਆਪਾਂ ਨੂੰ ਜੋ ਵੀ ਖਾਣਾ ਪੀਣਾ ਹੈਗਾ ਉਸ ਵਿੰਡੋ ਵਿੱਚ। ਸੋ ਇਹ ਇੰਟਰਮਿਟੈਂਟ ਫਾਸਟਿੰਗ ਬਣ ਜਾਂਦਾ ਹੈਗਾ। ਇਹਦੇ ਪਿੱਛੇ ਲੌਜਿਕ ਕੀ ਹੈਗਾ, ਜਦ ਵੀ ਸਾਡੀ ਬੋਡੀ ਉਪਵਾਸ ਕਰ ਰਹੀ ਹੁੰਦੀ ਹੈ ਤੇ ਉਸ ਵੇਲੇ ਉਹ ਆਪਣੇ ਆਪ ਨੂੰ ਹੀਲ ਕਰਦੀ ਹੈਗੀ। ਜਿੱਥੇ ਵੀ ਬੋਡੀ ਵਿੱਚ ਟੌਕਸਿਨਸ ਹੈਗੀ ਉਹਦੀ ਸਫਾਈ ਹੁੰਦੀ ਹੈਗੀ, ਪਲੱਸ ਜਿੱਥੇ ਵੀ ਐਕਸੈਸ ਫੈਟ ਹੈ ਬੋਡੀ ਉਸ ਨੂੰ ਬ੍ਰੇਕ ਡਾਊਨ ਕਰਕੇ ਨਿਊਟ੍ਰੀਸ਼ਨ ਵਿੱਚ ਕਨਵਰਟ ਕਰਦੀ ਹੈ, એનર્ਜੀ ਵਿੱਚ ਕਨਵਰਟ ਕਰਦੀ ਹੈ। ਕਿਉਂਕਿ ਜੇ ਮੰਨ ਲਓ 16 ਘੰਟੇ ਤੱਕ ਆਪਾਂ ਕੁਝ ਨਹੀਂ ਖਾਦਾ ਤਾਂ ਬੋਡੀ ਨੂੰ એનર્ਜੀ ਤਾਂ ਚਾਹੀਦੀ ਹੈਗੀ ਹੈ। ਹੁਣ એનર્ਜੀ ਕਿੱਥੋਂ ਲੈ ਕੇ ਆਏਗੀ? ਜਿਹੜਾ ਉਹ ਐਕਸੈਸ ਫੈਟ ਸੀਗਾ ਉਹਨੂੰ ਹੀ ਬ੍ਰੇਕ ਡਾਊਨ ਕਰਕੇ ਉਹ એનર્ਜੀ ਬਣਾ ਲੈਂਦੀ ਹੈਗੀ, ਉਹਦਾ ਹੀ ਨਿਊਟ੍ਰੀਸ਼ਨ ਬਣਾ ਲੈਂਦੀ ਹੈਗੀ। ਸੋ ਇਸ ਤਰ੍ਹਾਂ ਬੋਡੀ ਸਾਡੀ ਫੰਕਸ਼ਨ ਕਰਦੀ ਹੈਗੀ। ਸੋ ਇਹ ਸਾਡਾ ਆਟੋਫੇਜੀ ਹੋ ਜਾਂਦਾ ਹੈਗਾ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਉਹ ਹੈਗੀ ਕਲੀਨ ਰॉ ਡਾਈਟ ਜਿਹੜੀ ਹੈਗੀ ਉਸ ਤੇ ਆਪਾਂ ਆਣਾ ਪਏਗਾ, ਯਾਨੀ ਕਿ ਹੋਲ ਫੂਡ
ਪਲਾਂਟ ਬੇਸਡ ਡਾਈਟ। ਜੇ ਆਪਾਂ ਇਸ ਤਰ੍ਹਾਂ ਦੀ ਚੰਗੀ ਡਾਈਟ ਤੇ ਆ ਜਾਵਾਂਗੇ ਤਾਂ ਜਿਹੜੇ ਟੌਕਸਿਨਸ ਸਾਡੇ ਇਕੱਠੇ ਸੀਗੇ ਉਹ ਹੋਣਗੇ ਨਹੀਂ, ਤੇ ਜਿਹੜੇ ਪਹਿਲਾਂ ਸੀਗੇ ਉਹ ਕੱਟਣੇ ਸ਼ੁਰੂ ਹੋ ਜਾਣਗੇ। ਤੇ ਇਸ ਤੋਂ ਇਲਾਵਾ ਐਕਸਰਸਾਈਜ਼ ਦੀ ਜਿਵੇਂ ਆਪਾਂ ਗੱਲ ਕਰ ਰਹੇ ਸੀ, ਮੂਵਮੈਂਟ ਕਰਨੀ ਬਹੁਤ ਜ਼ਰੂਰੀ ਹੈਗੀ। ਬਿਲਕੁਲ। ਜੇ ਆਪਾਂ ਗੱਲ ਕਰੀਏ weight reduce ਕਰਨ ਦੀ, ਤਾਂ ਆਮ ਤੌਰ ਤੇ ਜਦੋਂ ਖਾਣੇ ਦੀ ਸਭ ਤੋਂ ਪਹਿਲਾਂ ਗੱਲ ਹੁੰਦੀ ਹੈ, ਬਹੁਤ ਕਿਹਾ ਜਾਂਦਾ ਆ ਛੱਡ ਦੋ, ਉਹ ਛੱਡ ਦੋ, ਇਹ ਨਹੀਂ ਖਾਣਾ, ਉਹ ਨਹੀਂ ਖਾਣਾ। ਕਿਹੜੇ ਫੂਡ ਨੇ ਜਿਹੜੇ ਖਾਣੇ ਚਾਹੀਦੇ ਆ ਜਾਂ ਕਿਹੜੇ ਫੂਡ ਨੇ ਜਿਹੜੇ ਨਹੀਂ ਖਾਣੇ ਚਾਹੀਦੇ ਹੈਗੇ? ਹਾਂਜੀ, ਸੋ ਇਹਦੇ ਵਾਸਤੇ 4 ਰੂਲਸ ਆਪਾਂ ਅਗਰ ਸਮਝ ਲਾਂਗੇ ਤਾਂ ਸਾਨੂੰ ਆਈਡੀਆ ਲੱਗ ਜਾਏਗਾ ਕਿ ਆਪਾਂ ਨੂੰ ਕਿਸ ਤਰ੍ਹਾਂ ਦਾ ਭੋਜਨ ਖਾਣਾ ਚਾਹੀਦਾ ਹੈਗਾ। ਸੋ ਇਟ ਇਜ਼ LWPW, ਯਾਨੀ ਕਿ ਲਿਵਿੰਗ, ਹੋਲ ਫੂਡ, ਪਲਾਂਟ ਬੇਸਡ ਤੇ ਵਾਟਰ ਰਿਚ। ਇਹ 4 ਪੁਆਇੰਟਸ ਹੈਗੇ। ਪਹਿਲਾਂ ਤਾਂ ਸਾਡਾ ਫੂਡ ਲਿਵਿੰਗ ਹੋਣਾ ਚਾਹੀਦਾ ਹੈ। ਲਿਵਿੰਗ ਯਾਨੀ ਕਿ ਜਿਵੇਂ ਆਪਣੇ ਫਾਰਮਸ ਵਿੱਚ ਉੱਗਿਆ, ਉੱਥੋਂ ਉੱਗ ਕੇ ਸਿੱਧਾ ਸਾਡੇ ਕੋਲ ਆਉਣਾ ਚਾਹੀਦਾ ਹੈਗਾ ਤੇ ਆਪਾਂ ਉਹਨੂੰ ਡਾਇਰੈਕਟਲੀ ਕੰਜ਼ਿਊਮ ਕਰਨਾ ਚਾਹੀਦਾ ਹੈਗਾ। ਇਨਸਟੈਡ ਆਫ ਗੋਇੰਗ ਟੂ ਦ ਫੈਕਟਰੀ, ਉੱਥੇ ਪ੍ਰੋਸੈਸਿੰਗ ਰਿਫਾਈਨ ਹੋਣ ਤੋਂ ਬਜਾਏ ਸਿੱਧਾ ਫੈਕਟਰੀ ਫਾਰਮ ਤੋਂ ਸਾਡੇ ਕੋਲ ਆਉਣਾ ਚਾਹੀਦਾ ਹੈ। ਫੋਰ ਐਗਜ਼ਾਮਪਲ ਫਰੂਟਸ ਹੋ ਗਏ, ਵੈਜੀਟੇਬਲਸ ਹੋ ਗਏ। ਸੋ ਜਿਵੇਂ ਹੁਣ ਮੰਨ ਲਓ ਮੈਂਗੋ ਦੀ ਗੱਲ ਕਰੀਏ, ਹੁਣ ਅੰਬ ਜਿਹੜਾ ਪੇੜ ਤੇ ਆਇਆ ਸੀਗਾ ਉਹ ਪੇੜ ਤੋਂ ਸਾਡੇ ਘਰ ਆ ਜਾਵੇ ਤੇ ਉਸੇ ਤਰ੍ਹਾਂ ਆਪਾਂ ਉਹਨੂੰ ਖਾ ਲਈਏ। ਸੋ ਇਹ ਬਣ ਜਾਂਦਾ ਹੈਗਾ ਲਿਵਿੰਗ ਫੂਡ। ਸੋ ਇਹ ਸਾਨੂੰ ਫਾਇਦਾ ਕਰੇਗਾ, ਸਾਡਾ ਐਕਸੈਸ weight ਜਿਹੜਾ ਹੈਗਾ ਉਹਨੂੰ ਘਟਾਉਣ ਵਿੱਚ ਹੈਲਪ ਕਰੇਗਾ। ਪਰ ਅਗਰ ਆਪਾਂ ਉਸੇ ਮੈਂਗੋ ਦਾ ਟ੍ਰੋਪਿਕਾਨਾ ਬਣਾ ਲਈਏ ਜਾਂ ਫਰੂਟੀ ਬਣਾ ਲਈਏ, ਸੋ ਉਹ ਸਾਡੀ ਓਬੇਸਿਟੀ ਵਿੱਚ ਕੰਟਰੀਬਿਊਟ ਕਰੇਗਾ, ਉਹ ਸਾਨੂੰ ਹੀਲ ਨਹੀਂ ਕਰ ਸਕਦਾ ਹੈਗਾ। ਐਂਡ ਸੈਕੰਡ ਪੁਆਇੰਟ ਇਜ਼ ਹੋਲ ਫੂਡ। ਹੋਲ ਫੂਡ ਯਾਨੀ ਕਿ ਫੋਰ ਐਗਜ਼ਾਮਪਲ ਆਪਾਂ ਗੱਲ ਕਰੀਏ ਆਪਣੇ ਗੇਹੂੰ ਦੀ, ਹੁਣ ਜੇ ਵੀਟ ਉਗਦਾ ਹੈਗਾ ਤਾਂ ਉਹਦੇ ਜਿਹੜੇ ਗ੍ਰੇਨਸ ਨੇ ਉਹਦੇ ਵਿੱਚੋਂ ਹੁਣ ਤੁਸੀਂ ਦੇਖੋ ਉਹਨੂੰ ਇੰਨਾ ਰਿਫਾਈਨ ਕੀਤਾ ਜਾਂਦਾ ਹੈ ਕਿ ਉਹ ਇੰਨਾ ਚਿਪਚਿਪਾ ਜਿਹਾ ਆਟਾ ਬਣ ਜਾਂਦਾ ਹੈਗਾ। ਜਦ ਰੋਟੀ ਖਾਈਏ ਤਾਂ ਚਿਪਚਿਪੀ ਰੋਟੀ ਹੁੰਦੀ ਹੈਗੀ ਹੈ। ਜੇ ਆਪਾਂ ਉਸ ਨੂੰ ਬ੍ਰੈਨ ਦੇ ਨਾਲ, ਚੋਕਰ ਦੇ ਨਾਲ ਖਾਈਏ ਤੇ ਚੱਕੀ ਤੋਂ ਪਿਸਵਾਈਏ ਤਾਂ ਉਹ ਇੰਨਾ ਚਿਪਚਿਪਾ ਨਹੀਂ ਹੁੰਦਾ ਹੈਗਾ, ਥੋੜਾ ਜਿਹਾ ਉਹ ਕ੍ਰਿਸਪੀ ਹੁੰਦਾ ਹੈਗਾ। ਸੋ ਉਹ ਹੋਲ ਫੂਡ ਹੈਗਾ। ਪਰ ਜਦ ਆਪਾਂ ਉਹਨੂੰ ਰਿਫਾਈਨ ਕਰ ਦਿੰਦੇ ਆ, ਉਹਦੇ ਵਿੱਚੋਂ ਬ੍ਰੈਨ ਕੱਢ ਦਿੰਦੇ ਆ, ਚੋਕਰ ਕੱਢ ਦਿੰਦੇ ਆ, ਤਾਂ ਉਹ ਰਿਫਾਈਨਡ ਬਣ ਜਾਂਦਾ ਹੈਗਾ। ਉਹ ਸਾਡੀ ਬੋਡੀ ਵਿੱਚ weight ਕੰਟਰੀਬਿਊਟ ਕਰਦਾ ਹੈ, ਐਕਸੈਸ weight। ਤੇ ਉਸ ਤੋਂ ਬਾਅਦ ਥਰਡ ਪੁਆਇੰਟ ਜਿਹੜਾ ਹੈਗਾ ਉਹ ਹੈਗਾ ਪਲਾਂਟ ਬੇਸਡ, ਯਾਨੀ ਕਿ ਜੋ ਵੀ ਆਪਾਂ ਭੋਜਨ ਖਾ ਰਹੇ ਆ ਉਹ ਪਲਾਂਟਸ ਵਿੱਚੋਂ ਆਉਣਾ ਚਾਹੀਦਾ ਹੈਗਾ। ਨਾਨ ਵੈਜੀਟੇਰੀਅਨ ਫੂਡ ਨਹੀਂ ਆਉਣਾ ਚਾਹੀਦਾ ਹੈ, ਕਿਉਂਕਿ ਜਿਹੜਾ ਨਾਨ ਵੈਜੀਟੇਰੀਅਨ ਫੂਡ ਹੈ ਉਹਨੂੰ ਸਾਡੀ ਬੋਡੀ ਨੂੰ ਡਾਈਜੈਸਟ ਕਰਨ ਵਿੱਚ ਬਹੁਤ ਲੰਬਾ ਟਾਈਮ ਲੱਗਦਾ ਹੈਗਾ। ਐਂਡ ਐਜ਼ ਅ ਰਿਜ਼ਲਟ ਉਹ ਐਕਸੈਸ ਟੌਕਸਿਨਸ ਦੇ ਰੂਪ ਵਿੱਚ ਸਾਡੀ ਬੋਡੀ ਵਿੱਚ ਕਿਤੇ ਨਾ ਕਿਤੇ ਸਟੋਰ ਹੋ ਜਾਂਦਾ ਹੈਗਾ। ਐਂਡ ਦ ਫੋਰਥ ਪੁਆਇੰਟ ਇਜ਼ ਵਾਟਰ ਰਿਚ ਫੂਡ। ਜੇ ਆਪਾਂ ਪੁਰਾਣੇ ਗ੍ਰੰਥ ਪੜ੍ਹੀਏ ਉਹਦੇ ਵਿੱਚ ਲਿਖਿਆ ਹੈ ਕਿ ਜਿਹੜਾ ਤੁਸੀਂ ਭੋਜਨ ਖਾਂਦੇ ਹੋ ਉਹ ਰਸ ਨਾਲ ਭਰਿਆ ਹੋਣਾ ਚਾਹੀਦਾ ਹੈ, ਵਿਦ ਵਾਟਰ। ਸੋ ਜਿਵੇਂ ਕਿ ਫਰੂਟਸ ਹੋ ਗਏ, ਵੈਜੀਟੇਬਲਸ ਹੋ ਗਏ, ਉਹਨਾਂ ਵਿੱਚ ਕਿੰਨਾ ਜ਼ਿਆਦਾ ਵਾਟਰ ਕੰਟੈਂਟ ਹੁੰਦਾ ਹੈ। ਜੇ ਆਪਾਂ ਗੱਲ ਕਰੀਏ ਵਾਟਰਮੈਲਨ ਦੀ ਹੋ ਗਈ ਜਾਂ ਫਿਰ ਆਪਾਂ ਗੱਲ ਕਰੀਏ ਔਰੇਂਜਸ ਦੀ, ਤੇ ਉਹਦੇ ਵਿੱਚ 70-80% ਦਾ ਸਿਰਫ ਪਾਣੀ ਹੀ ਹੁੰਦਾ ਹੈਗਾ। ਸੋ ਵੈਨ ਵੀ ਕੰਜ਼ਿਊਮ ਬੈਰੀਜ਼, ਵੈਨ ਵੀ ਕੰਜ਼ਿਊਮ ਮੈਲਨਸ, ਵੈਨ ਵੀ ਕੰਜ਼ਿਊਮ ਔਰੇਂਜਸ, ਤੇ ਉਹਦੇ ਨਾਲ ਕੀ ਹੁੰਦਾ ਹੈਗਾ ਕਿ ਉਹ ਜਿੰਨਾ ਦਿਖ ਰਿਹਾ ਹੁੰਦਾ ਹੈਗਾ ਉਹਨਾਂ ਸੋਲਿਡ ਨਹੀਂ ਹੁੰਦਾ, ਅੰਦਰ ਪਾਣੀ ਭਰਿਆ ਹੁੰਦਾ ਹੈ। ਸੋ ਅੰਦਰ ਜਾ ਕੇ ਉਹ ਸਾਡੀ ਬੋਡੀ ਨੂੰ ਸਫਾਈ ਕਰਦਾ ਹੈਗਾ ਐਂਡ ਐਜ਼ ਅ ਰਿਜ਼ਲਟ ਸਾਨੂੰ ਬੋਡੀ ਵਿੱਚ ਕਦੀ ਵੀ ਐਕਸੈਸ weight ਨਹੀਂ ਬਣਦਾ। ਤੁਸੀਂ ਪਾਣੀ ਦੀ ਗੱਲ ਕੀਤੀ ਆ ਕਿ ਜਿਹੜੇ ਇਹ ਜਿਹੇ ਫਰੂਟਸ ਖਾਣੇ ਚਾਹੀਦੇ ਜਿਨ੍ਹਾਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੋਵੇ। ਪਾਣੀ ਕਿਸ ਫਾਰਮ ਚ ਪੀਤਾ ਜਾ ਸਕਦਾ ਹੈ ਤੇ ਪਾਣੀ ਪੀਣਾ ਕਿੰਨਾ ਕੁ ਜ਼ਰੂਰੀ ਆ? ਕਿਉਂਕਿ ਕਈ ਲੋਕ ਅਜਿਹੇ ਹੁੰਦੇ ਜਿਹੜੇ ਪਾਣੀ ਇੰਨਾ ਜ਼ਿਆਦਾ ਨਹੀਂ ਪੀਂਦੇ ਦਿਨ ਦੇ ਵਿੱਚ, ਤੇ ਕਿੰਨਾ ਕੁ ਪਾਣੀ ਪੀਣਾ ਜ਼ਰੂਰੀ ਹੈ ਤੇ ਪਾਣੀ ਕਿੰਨਾ ਕੁ ਜ਼ਰੂਰੀ ਹੈ ਸਾਡੀ ਬੋਡੀ ਲਈ? ਰਾਈਟ, ਸੋ ਸਾਡੀ ਬੋਡੀ 70% ਵਾਟਰ ਹੈਗੀ। ਸੋ ਅਗਰ ਉਹ 70% ਵਾਟਰ ਹੈਗੀ, ਸੋ ਦੈਟ ਮੀਨਸ ਉਹਨੂੰ ਪਾਣੀ ਦੀ ਰਿਕੁਆਇਰਮੈਂਟ ਵੀ ਹੋਣੀ ਚਾਹੀਦੀ ਹੈਗੀ। ਤੇ ਜੇ ਸਾਡੀ ਬੋਡੀ ਵਿੱਚ ਪਾਣੀ ਘੱਟ ਹੋਵੇਗਾ ਤੇ ਉਹਦੇ ਓਵਰਆਲ ਜਿਹੜੇ ਫੰਕਸ਼ਨਸ ਨੇ ਉਹ ਉਨੇ ਸਮੂਥਲੀ ਨਹੀਂ ਚੱਲਣਗੇ। ਚਾਹੇ ਟੌਕਸਿਨਸ ਦੀ ਬਾਹਰ ਨਿਕਲਣਾ ਹੋਏ ਯੂਰਿਨ ਦੇ ਰਸਤੇ, ਉਹ ਵੀ ਉਨਾ ਸਮੂਥਲੀ ਨਹੀਂ ਹੋਏਗਾ। ਸੋ ਉਹ ਵੀ ਕੰਟਰੀਬਿਊਟਿੰਗ ਫੈਕਟਰ ਬਣ ਜਾਂਦਾ ਹੈ ਸਾਡੇ ਮੋਟਾਪੇ ਦੇ ਵਿੱਚ। ਲੇਕਿਨ ਇੱਥੇ ਇੱਕ ਬੜਾ ਇੰਪੋਰਟੈਂਟ ਕੁਐਸਚਨ ਆ ਜਾਂਦਾ ਹੈ ਕਿ ਸਾਨੂੰ ਕਿੰਨਾ ਪਾਣੀ ਪੀਣਾ ਚਾਹੀਦਾ ਹੈਗਾ ਡੇਲੀ, ਕਿਉਂਕਿ ਅਕਸਰ ਲੋਕ ਕਹਿੰਦੇ ਆ ਕਿ ਅਭੀ 5 ਲੀਟਰ 6 ਲੀਟਰ ਇਸ ਤਰ੍ਹਾਂ ਪਾਣੀ ਪੀ ਲਿਆ ਕਰੋ ਤਾਂ ਵਧੀਆ ਰਹੇਗਾ ਸਾਰਾ ਕੁਝ। ਪਰ ਅਸਲ ਵਿੱਚ ਏਦਾਂ ਹੈਗਾ ਨਹੀਂ। ਜਦ ਸਾਡੀ ਬੋਡੀ ਵਿੱਚ ਪਿਆਸ ਲੱਗਦੀ ਹੈਗੀ, ਜਦ ਪਿਆਸ ਲੱਗਦੀ ਹੈ, ਬੋਡੀ ਦਾ ਇੱਕ ਇੰਡੀਕੇਸ਼ਨ ਹੁੰਦਾ ਹੈਗਾ ਕਿ ਹਾਂ ਸਾਨੂੰ ਲੋੜ ਹੈਗੀ ਪਾਣੀ ਦੀ, ਤੇ ਤੁਸੀਂ ਪਾਣੀ ਪੀ ਲਓ, ਇਹ ਤੁਹਾਨੂੰ ਫਾਇਦਾ ਕਰੇਗਾ। ਪਰ ਜੇ ਪਿਆਸ ਲੱਗ ਹੀ ਨਹੀਂ ਰਹੀ, ਉਦਾਂ ਹੀ ਆਪਾਂ ਹਰ ਥੋੜੀ ਦੇਰ ਬਾਅਦ ਪਾਣੀ ਪੀਤੇ ਜਾਈਏ ਤੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ, ਬਲਕਿ ਉਹਦਾ ਇੱਕ ਐਕਸੈਸ ਇੰਪੈਕਟ ਸਾਡੀ ਕਿਡਨੀ ਤੇ ਪੈਂਦਾ ਹੈਗਾ ਐਂਡ ਕਿਡਨੀ ਨੂੰ ਐਕਸਟਰਾ ਵਰਕਆਊਟ ਕਰਨਾ ਪੈਂਦਾ ਹੈਗਾ ਇਸ ਪਾਣੀ ਨੂੰ ਐਲੀਮੀਨੇਟ ਕਰਨ ਵਾਸਤੇ। ਸੋ ਉਹ ਵੀ ਸਾਡੀ ਬੋਡੀ ਤੇ ਇੱਕ ਬੋਝ ਬਣ ਜਾਂਦਾ ਹੈਗਾ। ਸੋ ਇੱਥੇ ਮੈਂ ਗੱਲ ਦੱਸਣਾ ਚਾਹੁੰਦਾ ਹੈਗਾ ਕਿ ਜਦ ਵੀ ਆਪਾਂ ਸਵੇਰੇ ਉੱਠਦੇ ਹਾਂ, ਸਵੇਰੇ 8-10 ਘੰਟੇ ਸੌਣ ਤੋਂ ਬਾਅਦ, ਤੇ ਉਹ ਜਿਹੜਾ ਪਾਣੀ ਸਵੇਰੇ ਪੀਤਾ ਜਾਂਦਾ ਹੈਗਾ ਉਹਦਾ ਬੈਨੀਫਿਟ ਮਿਲਦਾ ਹੈਗਾ। 1 ਜਾਂ 2 ਗਲਾਸ ਤੁਸੀਂ ਬਿਨਾਂ ਪਿਆਸ ਤੋਂ ਵੀ ਪੀ ਸਕਦੇ ਹੈਗੇ ਹੋ। ਲੇਕਿਨ ਦਿਨ ਦੇ ਟਾਈਮ ਜਦ ਤੁਹਾਨੂੰ ਪਿਆਸ ਲੱਗੇ ਉਸੇ ਵੇਲੇ ਹੀ ਪਾਣੀ ਪੀਣਾ ਚਾਹੀਦਾ ਹੈਗਾ। ਐਂਡ ਵਾਟ ਆਈ ਹੈਵ ਸੀਨ ਇਨ ਮਾਈ ਐਕਸਪੀਰੀਅੰਸ, ਜਦ ਤੁਸੀਂ ਫਰੂਟਸ ਐਂਡ ਵੈਜੀਟੇਬਲਸ ਦੀ ਡਾਈਟ ਤੇ ਹੁੰਦੇ ਹੋ ਤਾਂ ਉਹਦੇ ਵਿੱਚ ਆਲਰੇਡੀ ਪਾਣੀ ਹੁੰਦਾ ਹੈਗਾ। ਸੋ ਐਜ਼ ਅ ਰਿਜ਼ਲਟ ਸਾਨੂੰ ਉਨੀ ਪਿਆਸ ਲੱਗਦੀ ਨਹੀਂ ਹੈਗੀ ਜਿੰਨਾ ਆਪਾਂ ਅਗਰ 3-3 ਵਾਰ ਰੋਟੀ ਖਾਈਏ ਤੇ ਪਿਆਸ ਵੀ ਜ਼ਿਆਦਾ ਲੱਗਦੀ ਹੈਗੀ। ਕੀ ਪਾਣੀ ਦੀ ਕਮੀ ਕਰਕੇ ਵੀ ਮੋਟਾਪਾ ਹੋ ਸਕਦਾ ਹੈਗਾ? ਜਿਵੇਂ ਹੁਣੇ ਆਪਾਂ ਗੱਲ ਕੀਤੀ ਨਾ ਕਿ ਉਹਦੇ ਨਾਲ ਹੀ ਸਾਡੀ ਬੋਡੀ ਦੇ ਟੌਕਸਿਨਸ ਜਿਹੜੇ ਨੇ ਉਹ ਫਲਸ਼ ਆਊਟ ਹੋਣੇ ਹੈ ਐਜ਼ ਅ ਬੋਵਲ ਮੂਵਮੈਂਟ ਦੇ ਥਰੂ ਜਾਂ ਫਿਰ ਸਾਡੇ ਯੂਰਿਨ ਦੇ ਥਰੂ। ਸੋ ਉਹ ਵੀ ਪ੍ਰੋਸੈਸ ਫਿਰ
ਸਲੋ ਹੋ ਜਾਂਦਾ ਹੈਗਾ। ਕਿ ਪਾਣੀ ਦਾ ਕੰਮ ਇੱਕ ਡਿਫਰੈਂਟ ਹੁੰਦਾ। ਆਮ ਤੌਰ ਤੇ ਲੋਕੀ ਕਹਿੰਦੇ ਅਸੀਂ ਜੂਸ ਲੈ ਲਿਆ ਜਾਂ ਅਸੀਂ ਲਿਕੁਇਡ ਹੋਰ ਲੈ ਲਿਆ, ਚਾਹ ਪਾਣੀ ਵੀ ਤਾਂ ਆਲਰੇਡੀ ਪਾਣੀ ਦੀ ਫਾਰਮ ਹੀ ਹੁੰਦੀ ਹੈ, ਲਿਕੁਇਡ ਫਾਰਮ ਹੁੰਦੀ ਆ, ਬਹੁਤ ਸਾਰੇ ਐਵੇਂ ਦੇ ਐਕਸਕਿਊਜ਼ਸ ਹੁੰਦੇ ਆ। ਕਿ ਪਾਣੀ ਪੀਣਾ ਇੱਕ ਡਿਫਰੈਂਟ ਹੈ ਤੇ ਬਾਕੀ ਲਿਕੁਇਡਸ ਲੈਣੀਆਂ ਇੱਕ ਡਿਫਰੈਂਟ ਚੀਜ਼ ਹੁੰਦੀ ਆ? ਹਾਂਜੀ, ਇਹਦੇ ਵਿੱਚ ਕੁਝ ਸਿਮਿਲੈਰਿਟੀਜ਼ ਹੈਗੇ, ਕੁਝ ਡਿਫਰੈਂਸਸ ਹੈਗੇ। ਜੇ ਆਪਾਂ ਗੱਲ ਕਰੀਏ ਸੋਡਾ ਦੀ ਜਾਂ ਕੋਕਾ ਕੋਲਾ ਦੀ, ਉਹਨਾਂ ਵਿੱਚ ਜਿਹੜਾ ਲਿਕੁਇਡ ਹੈਗਾ ਉਹ ਜਿਹੜਾ ਹੈਗਾ ਉਹ ਡਿਫਰੈਂਟ ਰਿਫਾਈਨਡ ਫਾਰਮ ਦਾ ਹੈਗਾ। ਜੇ ਉਹਨੂੰ ਆਪਾਂ ਲਾਂਗੇ ਤੇ ਸਾਡੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਏਗੀ, ਡੀਹਾਈਡਰੇਸ਼ਨ ਹੋ ਜਾਏਗੀ ਤੇ ਬਾਡੀ ਨੂੰ ਥੱਕਿਆ ਥੱਕਾ ਲੱਗਣਾ ਸ਼ੁਰੂ ਹੋ ਜਾਏਗਾ। ਸੋ ਦੈਟ ਇਜ਼ ਡਿਫਰੈਂਟ ਫਰਮ। ਜੀ, ਗੱਲ ਕਰਾਂਗੇ ਆਪਾਂ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਇੱਥੋਂ ਅਮਰੀਕਾ ਤੋਂ ਬੋਲਦਾ। ਹਾਂਜੀ, ਕੀ ਸਵਾਲ ਹੈ? ਪਾਣੀ ਦੱਸ ਦੇ, ਪਤਲਾ ਹੋਣ ਦੇ ਬਾਰੇ ਦੱਸਦੇ ਆ ਭਾਜੀ ਹੁਣੀ। ਹਾਂਜੀ ਦੱਸੋ, ਸਵਾਲ ਕੀ ਹੈ ਤੁਹਾਡਾ? ਸਵਾਲ ਇਹੀ ਹੈ, ਪਾਣੀ ਦਾ ਵੀ ਦੱਸਦੇ ਸੀ ਨਾ ਤੁਸੀਂ, ਤਾਂ ਇੰਨਾ ਪੀਣਾ ਚਾਹੀਦਾ ਵੀ ਜੇ ਸਵੇਰ ਨੂੰ ਖਿਆਲ ਲੱਗ ਜੀ ਪੀ ਲਓ। ਮੈਂ ਪਾਣੀ ਆਪਣੇ ਦਿਹਾੜੀ ਦੇ 2 ਤੱਕ ਪੀਣਾ ਤੇ ਮੇਰਾ ਜਿਹੜਾ ਸਰੀਰ ਪਤਲਾ ਹੈ, ਢਿੱਡ ਵੱਡਾ ਹੈ, ਬੈਲੀ ਫੈਟ ਹੈ ਇਹਨਾਂ ਦੇ। ਠੀਕ ਹੈ ਜੀ, ਜੀ ਜੀ, ਹਾਂਜੀ। ਪਾਣੀ ਦਾ ਕੀ ਕਰੇਗਾ? ਪਾਣੀ 2 ਜੱਗ ਪੀਂਦੇ ਆ ਕਹਿੰਦੇ। 2 ਜੱਗ? 2 ਜੱਗ। ਕਿੰਨੇ ਸਾਈਜ਼, ਕਿੰਨਾ ਤੁਸੀਂ ਪਾਣੀ ਕਿੰਨਾ ਕੁ ਪੀ ਲੈਂਦੇ ਹੋ ਵੈਸੇ? ਜੇ ਮੈਂ ਲੀਟਰਸ ਦੇ ਅਕੋਰਡਿੰਗ ਪੁੱਛਾਂ, 2 ਲੀਟਰ 3 ਲੀਟਰ? 2 ਲੀਟਰ ਹੀ ਪਾਣੀ ਪੀ ਲੈਂਦਾ ਮੈਂ। ਆਪਣੇ ਕੋਈ 7-8 ਗਲਾਸ ਦਿਹਾੜੀ ਦੇ 7-8 ਗਿਲਾਸ ਜੀ। ਤੇ ਤੁਸੀਂ ਪੁੱਛਣਾ ਚਾਹੁੰਦੇ ਹੋ ਤੁਹਾਡੇ ਵੀ ਢਿੱਡ ਦੇ ਉੱਤੇ ਕਾਫੀ ਜ਼ਿਆਦਾ ਫੈਟ ਹੈਗੀ ਆ, ਵੀ ਇਹਨੂੰ ਕਿਵੇਂ ਰਿਡਿਊਸ ਕੀਤਾ ਜਾ ਸਕਦਾ? ਹਾਂ, ਇੱਕ ਦਸ ਆਇਆ ਹੋਇਆ ਹੱਡੀ ਜਾਵੇ। ਉਹ ਇੱਕ ਮੈਨੂੰ ਕਬਜ਼ ਵੀ ਆ ਜੀ। ਅੱਛਾ, ਇਸ ਤੋਂ ਇਲਾਵਾ ਕੋਈ ਸਮੱਸਿਆ ਅੰਕਲ ਜੀ? ਕਬਜ਼ ਵੀ ਆ, ਕਬਜ਼ ਤੋਂ ਇਲਾਵਾ ਕੁਝ ਹੋਰ? ਬੀਪੀ, ਸ਼ੂਗਰ? ਹੈਲੋ ਜੀ, ਉਹਨਾਂ ਨੇ ਸ਼ਾਇਦ ਫੋਨ ਡਿਸਕਨੈਕਟ ਕਰ ਦਿੱਤਾ। ਸੋ ਆਪਾਂ ਇਹਨਾਂ ਨੂੰ ਕੋਈ ਥੋੜੀ ਬਹੁਤ ਜਾਣਕਾਰੀ ਦੇ ਸਕਦੇ ਹਾਂ ਇਸ ਦੇ ਬਾਰੇ ਵਿੱਚ? ਹਾਂ, ਇਹਦੇ ਬਾਰੇ ਅੰਕਲ ਜੀ ਮੈਂ ਪਾਣੀ ਬਾਰੇ ਦੱਸਣਾ ਚਾਹੁੰਦਾ ਹੈਗਾ ਕਿ ਜਿਵੇਂ ਤੁਸੀਂ 7-8 ਗਲਾਸ ਡੇਲੀ ਦੇ ਪੀਂਦੇ ਹੈਗੇ ਹੋ, ਦੈਟ ਇਜ਼ ਗੁੱਡ ਫॉर ਯੂਰ ਹੈਲਥ, ਬਟ ਪਿਆਸ ਲੱਗੇ ਤਾਂ ਪੀਣਾ ਚਾਹੀਦਾ ਹੈਗਾ। ਐਂਡ ਹਮੇਸ਼ਾ ਇੱਕ ਗੱਲ ਦਾ ਧਿਆਨ ਰੱਖਿਓ ਅੰਕਲ ਜੀ, ਹੋ ਸਕਦਾ ਹੈ ਕਿ ਤੁਸੀਂ ਰੋਟੀ ਖਾਣ ਦੇ ਨਾਲ ਪਾਣੀ ਪੀਂਦੇ ਹੋ, ਰੋਟੀ ਖਾਣ ਦੇ ਨਾਲ ਕਦੀ ਪਾਣੀ ਨਹੀਂ ਪੀਣਾ ਹੈਗਾ। ਹਮੇਸ਼ਾ ਰੋਟੀ ਖਾਣ ਤੋਂ 1 ਘੰਟੇ ਬਾਅਦ ਐਟਲੀਸਟ ਪਾਣੀ ਪੀਣਾ ਹੈਗਾ ਤੇ ਉਹ ਵੀ ਕੋਸਾ ਪੀਣਾ ਹੈਗਾ। ਅਗਰ ਰੋਟੀ ਖਾਣ ਤੋਂ ਪਹਿਲਾਂ ਪਾਣੀ ਪੀਣਾ ਹੈ ਤੇ ਐਟਲੀਸਟ 1 ਘੰਟਾ ਪਹਿਲਾਂ ਪੀਣਾ ਹੈਗਾ ਤੇ ਉਹ ਵੀ ਕੋਸਾ ਪੀਣਾ ਹੈਗਾ। ਸੋ ਜਦ ਤੁਸੀਂ ਪਾਣੀ, ਜਿਵੇਂ ਆਪਾਂ ਬਰਤਨ ਮਾਂਜਣ ਦੀ ਗੱਲ ਕਰੀਏ, ਜਿਵੇਂ ਡਿਸ਼ ਵਾਸ਼ ਕਰਦੇ ਹੈਗੇ ਤੇ ਆਪਾਂ ਪਾਣੀ ਠੰਡੇ ਨਾਲ ਕਰਦੇ ਹੈਗੇ ਕਿ ਗਰਮ ਨਾਲ ਕਰਦੇ ਹੈਗੇ? ਆਲਮੋਸਟ ਗਰਮ ਦੇ ਨਾਲ, ਤਾਂ ਕਿ ਚਿਕਨਾਈ ਚਲੀ ਜਾਵੇ। ਰਾਈਟ। ਸੋ ਉਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਬਰਤਨ ਸਾਫ਼ ਆਇਲ ਚਿਕਨਾਈ ਨਿਕਾਲਣ ਵਾਸਤੇ ਗਰਮ ਪਾਣੀ ਨਾਲ ਕਰਦੇ ਆ, ਸਿਮਿਲਰਲੀ ਸਾਡੀ ਬਾਡੀ ਵਿੱਚ ਜਿਹੜੇ ਬਲੌਕੇजेस ਹੈਗੀ, ਐਕਸਟਰਾ ਮਿਊਕਸ ਤੇ ਫੈਟ ਜੰਮਿਆ ਹੋਏਗਾ, ਉਹਨੂੰ ਕੱਢਣ ਵਾਸਤੇ ਸਾਨੂੰ ਗਰਮ ਪਾਣੀ ਪੀਣਾ ਪੈਂਦਾ ਹੈਗਾ। ਜੇ ਆਪਾਂ ਠੰਡਾ ਪਾਣੀ ਪੀਂਦੇ ਆ ਤੇ ਉਹ ਚਿਕਨਾਹਟ ਸੋਲਿਡਿਫਾਈ ਹੋ ਜਾਂਦੀ ਹੈਗੀ, ਜੰਮ ਜਾਂਦੀ ਹੈ। ਸੋ ਇੱਕ ਬਹੁਤ ਸਿੰਪਲ ਐਗਜ਼ਾਮਪਲ ਹੈਗਾ ਪਾਣੀ ਗਰਮ ਕਿਉਂ ਪੀਣਾ ਚਾਹੀਦਾ ਹੈਗਾ। ਤੇ ਜਿਵੇਂ ਤੁਸੀਂ ਕਿਹਾ ਗਰਮ ਪਾਣੀ ਪੀਣਾ ਚਾਹੀਦਾ, ਰੋਟੀ ਦੇ ਨਾਲ ਵੀ ਇਹ ਵੀ ਬਹੁਤ ਕੰਸੈਪਟ ਨੇ ਕਿ ਵਿੱਚ ਜੇ ਰੋਟੀ ਖਾ ਰਹੇ ਹੋ ਵਿੱਚ ਪੀਤਾ ਜਾ ਸਕਦਾ ਜਾਂ ਰੋਟੀ ਖਾਣ ਤੋਂ ਇੱਕਦਮ ਬਾਅਦ ਪੀਤਾ ਜਾ ਸਕਦਾ ਪਾਣੀ? ਇਹਦੇ ਪਿੱਛੇ ਦੀ ਜਿਹੜੀ ਸਾਇੰਸ ਹੈਗੀ ਉਹ ਸਾਨੂੰ ਸਮਝਣੀ ਪਏਗੀ। ਜਦੋਂ ਅਸੀਂ ਖਾਣਾ ਖਾਂਦੇ ਹੈਗੇ, ਸਾਡੀ ਬਾਡੀ ਵਿੱਚ ਇੱਕ ਜਠਰ ਅਗਨੀ ਹੁੰਦੀ ਹੈ, ਡਾਈਜੈਸਟਿਵ ਫਾਇਰ ਹੁੰਦੀ ਹੈਗੀ, ਜਾਂ ਸਾਇੰਟੀਫਿਕਲੀ ਆਪਾਂ ਸਮਝੀਏ ਹਾਈਡਰੋਕਲੋਰਿਕ ਐਸਿਡ ਹੁੰਦੇ ਹੈਗੇ ਤੇ ਹੋਰ ਚੀਜ਼ਾਂ ਹੈਗੀਆਂ, ਐਂਜ਼ਾਈਮਸ, ਜਿਹੜੇ ਸਾਡੀ ਬਾਡੀ ਨੂੰ ਡਾਈਜੈਸਟ ਕਰਨ ਵਿੱਚ ਹੈਲਪ ਕਰਦੇ ਨੇ। ਸੋ ਕੀ ਹੁੰਦਾ ਹੈਗਾ ਕਿ ਜਿਸ ਟਾਈਮ ਉਹ ਡਾਈਜੈਸਟਿਵ ਫਾਇਰ ਲਾਈਟ ਅਪ ਹੁੰਦੀ ਹੈ, ਜੇ ਸਾਨੂੰ ਭੁੱਖ ਲੱਗਦੀ ਹੈ, ਜੋੜ ਦੀ ਅੰਦਰ ਗੁੜਗੁੜ ਹੁੰਦੀ ਹੈਗੀ, ਦੈਟ ਇਜ਼ ਦ ਰਾਈਟ ਟਾਈਮ ਕਿ ਆਪਾਂ ਜੋ ਵੀ ਖਾਵਾਂਗੇ ਉਹ ਚੰਗੀ ਤਰ੍ਹਾਂ ਪਚੇਗਾ, ਉਹ ਡਾਈਜੈਸਟ ਹੋਵੇਗਾ। ਲੇਕਿਨ ਅਗਰ ਉਸ ਟਾਈਮ ਅਸੀਂ ਪਾਣੀ ਪੀ ਲਿਆ, ਪਾਣੀ ਪੀਣ ਨਾਲ ਉਹ ਡਾਈਜੈਸਟਿਵ ਫਾਇਰ ਐਕਸਟਿੰਗੁਇਸ਼ ਹੋ ਜਾਏਗੀ, ਜਾਂ ਜਿਹੜੇ ਹਾਈਡਰੋਕਲੋਰਿਕ ਐਸਿਡ ਜਾਂ ਸਾਡੇ ਡਾਈਜੈਸਟਿਵ ਜੂਸਸ ਨੇ ਉਹ ਡਾਇਲਿਊਟ ਹੋ ਜਾਣਗੇ, ਵੀਕ ਪੈ ਜਾਣਗੇ। ਐਜ਼ ਅ ਰਿਜ਼ਲਟ ਜੋ ਖਾਣਾ ਆਪਾਂ ਖਾਵਾਂਗੇ ਉਹ ਉਸ ਤਰ੍ਹਾਂ ਡਾਈਜੈਸਟ ਨਹੀਂ ਹੋ ਪਾਣਗੇ। ਡਾਈਜੈਸਟ ਨਹੀਂ ਹੋਣਗੇ ਤੇ ਐਜ਼ ਅ ਰਿਜ਼ਲਟ ਕਬਜ਼ ਹੋਏਗੀ, ਗੈਸ ਬਣੇਗੀ, ਐਸਿਡਿਟੀ ਹੋਏਗੀ, ਇਸ ਤਰ੍ਹਾਂ ਦੀ ਸਮੱਸਿਆਵਾਂ ਨਾਲ ਸਾਨੂੰ ਜੂਝਣਾ ਪਏਗਾ। ਸੋ ਆਈਡੀਅਲੀ ਸਾਨੂੰ ਕੀ ਕਰਨਾ ਚਾਹੀਦਾ ਹੈਗਾ, ਜੇ ਅਸੀਂ ਰੋਟੀ ਖਾ ਰਹੇ ਹਾਂ, ਰੋਟੀ ਖਾਣ ਦੇ ਨਾਲ ਕਦੀ ਵੀ ਪਾਣੀ ਨਾਲ ਨਹੀਂ ਪੀਣਾ ਚਾਹੀਦਾ ਹੈਗਾ, ਤੇ ਜੇ ਬਹੁਤ ਜ਼ਿਆਦਾ ਪਿਆਸ ਲੱਗੇ ਤਾਂ 1 ਜਾਂ 2 ਘੁੱਟ ਕਰਕੇ ਸਿਪ ਕਰਕੇ ਪੀ ਲੈਣਾ ਚਾਹੀਦਾ ਹੈਗਾ। ਸੋ ਇੱਕ ਚੀਜ਼ ਹੈਗੀ, ਮੈਂ ਕਈ ਵਾਰੀ ਲੋਕਾਂ ਨੂੰ ਸੁਣਿਆ ਹੈ ਕਿ ਇਸ ਰੂਲ ਬਾਰੇ, ਉਹ ਕਹਿੰਦੇ ਕਿ ਪਰ ਪਿਆਸ ਹੀ ਨਹੀਂ ਲੱਗਦੀ ਰੋਟੀ ਖਾਣ ਤੋਂ ਬਾਅਦ, ਕਿ ਪਾਣੀ ਤੋਂ ਬਗੈਰ ਆਪਾਂ ਰਹਿ ਹੀ ਨਹੀਂ ਸਕਦੇ। ਮੈਂ ਇੱਥੇ ਇੱਕ ਗੱਲ ਦੱਸਣਾ ਚਾਹੁੰਦਾ ਹਾਂ, ਜਦ ਸਾਡੀ ਬਾਡੀ ਵਿੱਚ ਮਿਰਚ ਮਸਾਲੇ ਵਾਲਾ ਖਾਣਾ ਜ਼ਿਆਦਾ ਜਾਂਦਾ ਹੈਗਾ ਤਾਂ ਐਜ਼ ਅ ਰਿਜ਼ਲਟ ਉਹ ਮਿਰਚ ਮਸਾਲੇ ਸਾਡੇ ਅੰਦਰ ਇੱਕ ਥੋੜੀ ਜਿਹੀ ਜਲਨ ਪੈਦਾ ਕਰਦੇ ਨੇ, ਉਸ ਕਰਕੇ ਸਾਨੂੰ ਪਿਆਸ ਵੀ ਜ਼ਿਆਦਾ ਲੱਗਦੀ ਹੈਗੀ। ਜੇ ਅਸੀਂ ਮਿਰਚ ਮਸਾਲੇ ਆਪਣੇ ਖਾਣਾ ਵਿੱਚ ਥੋੜਾ ਘਟਾ ਲਾਂਗੇ ਤੇ ਉਨੀ ਜ਼ਿਆਦਾ ਪਿਆਸ ਸਾਨੂੰ ਨਹੀਂ ਲੱਗੇਗੀ। ਤੇ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਕਿ ਰੋਟੀ ਖਾਣ ਤੋਂ ਘੱਟੋ ਘੱਟ 1 ਜਾਂ 1.5 ਘੰਟੇ ਬਾਅਦ ਹੀ ਪਾਣੀ ਪੀਤਾ ਜਾਵੇ ਤੇ ਉਹ ਕੋਸਾ ਪੀਤਾ ਜਾਵੇ, ਕਿਉਂਕਿ ਜੇ ਤੁਸੀਂ ਪਹਿਲਾਂ ਪੀ ਲੋਗੇ ਤੇ ਉਹੀ ਡਾਈਜੈਸਟਿਵ ਫਾਇਰ ਬੁੱਝ ਜਾਏਗੀ ਤੇ ਫਿਰ ਇੰਡਾਈਜੈਸ਼ਨ ਦੀ ਪ੍ਰੋਬਲਮ ਆ ਸਕਦੀ ਹੈ। ਕਈ ਅਜਿਹੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਸਾਨੂੰ ਪੂਰਾ ਦਿਨ ਪਿਆਸ ਨਹੀਂ ਲੱਗਦੀ, ਪੂਰੇ ਦਿਨ 'ਚ 2 ਗਿਲਾਸ ਪਾਣੀ ਦੇ ਨਹੀਂ ਹੁੰਦੇ ਹੈਗੇ। ਸੋ ਕੀ ਇੰਨਾ ਘੱਟ ਵੀ ਪਾਣੀ ਚੱਲਣਾ ਜ਼ਰੂਰੀ ਹੈ ਕਿ ਜੇ ਪਿਆਸ ਨਹੀਂ ਲੱਗ ਰਹੀ ਤੁਹਾਡੀ ਬਾਡੀ ਨੂੰ, ਇਟ ਮੀਨਸ ਰਿਕੁਆਇਰਮੈਂਟ ਨਹੀਂ ਹੈਗੀ?
ਇਟ ਮੀਨਸ ਕਿ देयर ਮਾਈਟ ਬੀ ਐਨ ਅੰਡਰਲਾਈਂਗ ਕੰਡੀਸ਼ਨ ਕਿ ਤੁਹਾਡੀ ਬੋਡੀ ਵਿੱਚ ਇਹ ਸਿਗਨਲ ਕਿਉਂ ਨਹੀਂ ਆ ਰਿਹਾ ਹੈ ਕਿ ਪਿਆਸ ਲੱਗ ਪਾਣੀ ਦੀ ਰਿਕੁਆਇਰਮੈਂਟ ਹੈਗੀ, ਕਿਉਂਕਿ 2 ਗਲਾਸ ਪਾਣੀ ਘੱਟ ਹੈਗਾ ਦਿਨ ਵਿੱਚ, ਉਸ ਤੋਂ ਜ਼ਿਆਦਾ ਰਿਕੁਆਇਰਮੈਂਟ ਬੋਡੀ ਨੂੰ ਹੁੰਦੀ ਹੀ ਹੈਗੀ ਹੈ। ਜਾਂ ਤਾਂ ਤੁਸੀਂ ਹੋ ਸਕਦਾ ਹੈ ਕਿ ਫਰੂਟਸ ਐਂਡ ਵੈਜੀਟੇਬਲਸ ਇੰਨੇ ਜ਼ਿਆਦਾ ਰॉ ਸਟੇਟ ਵਿੱਚ ਖਾਂਦੇ ਹੋ ਕਿ ਤੁਹਾਡਾ ਪਾਣੀ ਦੀ ਰਿਕੁਆਇਰਮੈਂਟ ਆਟੋਮੈਟਿਕਲੀ ਪੂਰੀ ਹੋ ਰਹੀ ਹੈਗੀ, ਪਰ ਇਨ ਕੇਸ ਅਗਰ ਤੁਸੀਂ 2-3 ਵਾਰ ਰੋਟੀ ਖਾਂਦੇ ਹੋ ਤੇ ਪਿਆਸ ਤੁਹਾਨੂੰ ਬਿਲਕੁਲ ਹੀ ਨਹੀਂ ਲੱਗਦੀ, ਦੈਟ ਮੀਨਸ देयर इज ਸਮ ਅੰਡਰਲਾਈਂਗ ਕੰਡੀਸ਼ਨ ਜਿਹਨੂੰ ਤੁਸੀਂ ਚੈੱਕ ਕਰਵਾ ਲੈਣਾ ਚਾਹੀਦਾ ਹੈਗਾ ਸਮਝਣ ਵਾਸਤੇ ਕਿ ਵੀ ਕੀ ਕੰਡੀਸ਼ਨ ਹੈ ਸਾਡੀ ਬੋਡੀ ਵਿੱਚ। ਬਿਲਕੁਲ। ਤੇ ਜੇ ਹੁਣ ਆਪਾਂ ਥੋੜੇ ਜੇ ਖਾਣ ਪੀਣ ਦੇ ਉੱਤੇ ਆਈਏ ਤਾਂ ਕਹੇ ਜਾਂ ਖਾਣ ਪੀਣ ਹੋ ਸਕਦਾ ਹੈ ਜਿਹਦੇ ਨਾਲ ਸਾਡੀ ਬੋਡੀ ਜਿਹੜਾ weight ਵੀ ਕੰਟਰੋਲ 'ਚ ਰਵੇ ਤੇ ਫੈਟ ਵੀ ਨਾ ਹੋਵੇ। ਓਕੇ, ਸੋ ਮਤਲਬ ਕਿ ਇੱਕ ਜਨਰਲ ਰੂਟੀਨ ਆਪਾਂ ਦੱਸੀਏ ਕਿ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈਗਾ। ਸੋ ਇਹ ਡਿਪੈਂਡ ਕਰਦਾ ਹੈਗਾ ਕਿ ਤੁਹਾਡੀ ਬੋਡੀ ਕਿਸ ਮੇਕਅਪ ਦੀ ਹੈਗੀ, ਕਿੰਨਾ ਤੁਹਾਡਾ ਜੈਨੇਟਿਕ ਫੈਕਟਰ ਕੀ ਹੈਗਾ, ਤੁਹਾਡੀ ਮੈਡੀਕਲ ਕੰਡੀਸ਼ਨਸ ਕੀ ਹੈਗੀਆਂ, ਉਸ ਦੇ ਬੇਸਿਸ ਤੇ ਤੁਹਾਡੀ ਡਾਈਟ ਪਲਾਨ, ਹਰ ਕਿਸੇ ਦੀ ਇੱਕ ਸਪੈਸ਼ਲਾਈਜ਼ਡ ਇੰਡੀਵਿਜੂਅਲਾਈਜ਼ਡ ਡਾਈਟ ਪਲਾਨ ਬਣਦੀ ਹੈਗੀ ਹੈ। ਪਰ ਇੱਕ ਜਨਰਲ ਡਾਈਟ ਪਲਾਨ ਇਸ ਵੀਡੀਓ ਦੇ ਰਾਹੀਂ, ਇਸ ਇੰਟਰਵਿਊ ਦੇ ਰਾਹੀਂ ਮੈਂ ਸਾਰਿਆਂ ਨੂੰ ਦੇਣਾ ਚਾਹੁੰਦਾ ਹੈਗਾ। ਗੱਲ ਕਰਾਂਗੇ ਆਪਾਂ, ਪਹਿਲਾਂ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ੍ਰੀ ਅਕਾਲ ਜੀ, ਦੁਬਾਰਾ ਆਇਆ ਮੈਂ। ਹਾਂਜੀ ਦੱਸੋ ਜੀ। ਮੈਂ ਕਿਹਾ ਮੇਰੇ ਤੋਂ ਪਹਿਲਾਂ ਦੱਸ ਨਹੀਂ ਹੋਇਆ ਹੈਗਾ, ਮੈਨੂੰ ਸ਼ੂਗਰ ਤਾਂ ਹੈ ਨਹੀਂ ਜੀ। ਤੇ ਮੈਨੂੰ ਜਿਹੜਾ ਬਲੱਡ ਵਾਲੀ ਗੋਲੀ ਮੈਂ ਖਾਂਦਾ ਉਹ ਵੀ 5 ਨੰਬਰ ਦੀ ਖਾਂਦਾ, ਤੇ ਕੋਲੇਸਟ੍ਰੋਲ ਦੀ ਗੋਲੀ ਡਾਕਟਰ ਨੇ ਲਾਈ ਉਹ ਵੀ 5 ਨੰਬਰ ਦੀ ਖਾਂਦਾ ਜੀ। ਤੇ ਗੋਡੇ ਵੀ ਮੇਰੇ ਦੁਖਦੇ ਆ, ਤੇ ਥਾਇਰੋਇਡ ਦੀ ਗੋਲੀ ਵੀ ਮੈਂ ਖਾਂਦਾ, ਇੱਕ ਬਲੱਡ ਪਤਲੇ ਵਾਲੀ ਖਾਂਦਾ ਆ, ਬਲੱਡ ਥਿਨਰ ਵੀ, ਤੇ ਇੱਕ ਵਿਟਾਮਿਨ ਦੀ ਖਾਂਦਾ, ਵਿਟਾਮਿਨ ਬੀ ਆ। ਠੀਕ ਹੈ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਵਜ਼ਨ ਕਿੰਨਾ ਤੁਹਾਡਾ, weight ਕਿੰਨਾ ਹੈ ਤੁਹਾਡਾ? weight ਮੇਰਾ ਹੈਗਾ 207 ਪੌਂਡ, 207। ਹਾਈਟ ਮੇਰੀ ਹੈਗੀ ਆ 6 ਫੁੱਟ 6 feet। ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ, ਤੁਸੀਂ ਕਾਲ ਕੀਤੀ ਆ ਜੀ। ਕਮਲ ਜੀ। ਹਾਂਜੀ ਅੰਕਲ ਜੀ, ਤੁਹਾਡੇ ਕੇਸ ਵਿੱਚ ਕੀ ਹੈਗਾ ਕਿ ਬੋਡੀ ਫੈਟ ਐਕਸੈਸ ਹੋਣ ਤੋਂ ਇਲਾਵਾ ਤੁਹਾਨੂੰ ਥਾਇਰਾਇਡ ਪਲੱਸ ਜਿਹੜੀ ਬਲੱਡ ਥਿਨਰ ਦੀ ਮੈਡੀਕੇਸ਼ਨਸ ਤੇ ਇਸ ਤੋਂ ਇਲਾਵਾ ਵਿਟਾਮਿਨ ਦੀ ਮੈਡੀਕੇਸ਼ਨਸ ਤੇ ਹੋਰ ਵੀ ਕੁਝ ਮੈਡੀਕੇਸ਼ਨਸ ਆਪ ਜੀ ਦੀ ਚੱਲ ਰਹੀਆਂ ਨੇ। ਸੋ ਦੈਟ ਮੀਨਸ ਕਿ ਤੁਹਾਨੂੰ ਕਾਫੀ ਸਾਰੀ ਮਲਟੀਪਲ ਜਿਹੜੀ ਹੈਲਥ ਇਸ਼ੂਜ਼ ਕੰਪਲਿਕੇਸ਼ਨਸ ਹੈਗੀਆਂ। ਸੋ ਤੁਹਾਡੇ ਵਾਸਤੇ ਬੈਸਟ ਜਿਹੜਾ ਤਰੀਕਾ ਹੈਗਾ ਟ੍ਰੀਟਮੈਂਟ ਦਾ, ਸਾਰਿਆਂ ਚੀਜ਼ਾਂ ਨੂੰ ਦੇਖਦੇ ਹੋਏ ਤੁਹਾਡੀ ਇੱਕ ਡਾਈਟ ਪਲਾਨ ਇੰਡੀਵਿਜੂਅਲਾਈਜ਼ ਬਣੇਗੀ, ਜਿਹਦੇ ਵਿੱਚ ਤੁਹਾਡੀ ਬਾਕੀ ਸਾਰੀ ਰਿਕੁਆਇਰਮੈਂਟਸ ਵੀ ਪੂਰੀਆਂ ਹੋਣਗੀਆਂ ਤੇ ਤੁਹਾਨੂੰ ਇਹ ਬੈਨੀਫਿਟ ਹੀ ਕਰੇਗੀ। ਸੋ ਉਹ ਤੁਹਾਡੇ ਵਾਸਤੇ ਬੈਸਟ ਹੈਗੀ, ਜਿਹਦੇ ਵਾਸਤੇ ਤੁਸੀਂ ਸਾਨੂੰ ਕੰਸਲਟ ਵੀ ਕਰ ਸਕਦੇ ਹੋ। ਬਟ ਹੁਣ ਆਉਣ ਵਾਲੇ ਜਿਹੜੇ ਆਪਾਂ ਅੱਗੇ ਗੱਲਬਾਤ ਕਰ ਰਹੇ ਹਾਂ, ਇੱਕ ਜਨਰਲ ਡਾਈਟ ਪਲਾਨ ਜਿਹੜਾ ਹੈਗਾ ਮੈਂ ਸਾਰੇ ਨਾਲ ਸ਼ੇਅਰ ਕਰਾਂਗਾ, ਜਿਹੜੇ ਫੋਲੋ ਕਰਕੇ ਵਜ਼ਨ ਨੂੰ ਘਟਾਇਆ ਜਾ ਸਕਦਾ ਹੈਗਾ। ਬਟ ਫॉर ਯੂ, ਬਿਕਾਜ਼ ਤੁਸੀਂ ਬਹੁਤ ਸਾਰੀ ਮੈਡੀਕੇਸ਼ਨਸ ਤੇ ਹੈਗੇ ਐਂਡ ਯੂ ਹੈਵ ਡਿਫਰੈਂਟ ਹੈਲਥ ਕੰਪਲਿਕੇਸ਼ਨਸ, ਸੋ ਇਟਸ ਆਲਵੇਜ਼ ਬੈਸਟ ਕਿ ਤੁਸੀਂ ਕਿਸੇ ਦੀ ਗਾਈਡੈਂਸ ਦੇ ਵਿੱਚ ਫੋਲੋ ਕਰੋ ਤਾਂ ਤੁਹਾਨੂੰ ਬੈਟਰ ਰਿਜ਼ਲਟਸ ਮਿਲਣਗੇ। ਬਿਲਕੁਲ ਜੀ। ਤੇ ਆਪਾਂ ਡਾਈਟ ਪਲਾਨ ਦੇ ਬਾਰੇ ਵੀ ਥੋੜੀ ਜਿਹੀ ਗੱਲ ਕਰ ਲਈਏ ਕਿ ਕਿਵੇਂ ਦੀ ਡਾਈਟ ਹੋਣੀ ਚਾਹੀਦੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ। ਹਾਂਜੀ, ਸੋ ਇਹ ਜਿਹੜਾ ਜਨਰਲ ਡਾਈਟ ਪਲਾਨ ਹੈਗਾ ਇਹ ਉਹਨਾਂ ਵਾਸਤੇ ਹੈਗਾ ਜਿਨ੍ਹਾਂ ਦੀ ਏਜ 45 ਇਅਰਸ ਤੋਂ ਘੱਟ ਹੈਗੀ, ਉਹਨਾਂ ਨੂੰ ਸਿਰਫ ਮੋਟਾਪਾ ਹੈਗਾ, ਫੈਟ ਹੈਗਾ, ਇਸ ਤੋਂ ਇਲਾਵਾ ਕੋਈ ਮੈਡੀਕਲ ਕੰਡੀਸ਼ਨ ਨਹੀਂ ਹੈ, ਜਿਵੇਂ ਥਾਇਰਾਇਡ ਦੀ ਪ੍ਰੋਬਲਮ ਨਹੀਂ ਹੈਗੀ, ਹਾਰਟ ਡਿਜ਼ੀਜ਼, ਡਾਇਬੀਟੀਜ਼ ਜਾਂ PCOD, ਹਾਰਮੋਨਲ ਇੰਬੈਲੈਂਸ, ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਕਿਉਂਕਿ ਜੇ ਇਸ ਤਰ੍ਹਾਂ ਦੀ ਪ੍ਰੋਬਲਮ ਹੋਏਗੀ ਤਾਂ ਤੁਹਾਡੀ ਉਸ ਕਾਜ਼ ਨੂੰ ਐਡਰੈਸ ਕਰਨਾ ਪਏਗਾ, ਉਸ ਮੈਡੀਕਲ ਕੰਡੀਸ਼ਨ ਨੂੰ ਵੀ ਠੀਕ ਕਰਨਾ ਪਏਗਾ ਅਲੋਂਗ ਵਿਦ ਐਕਸੈਸ ਫੈਟ, ਤੇ ਉਹਦੇ ਵਾਸਤੇ ਤੁਹਾਡੀ ਡਾਈਟ ਹੋਰ ਜ਼ਿਆਦਾ ਸਪੈਸ਼ਲਾਈਜ਼ਡ ਹੋਊਗੀ। ਸੋ ਬਟ ਇਫ ਯੂ ਹੈਵ, ਸੋ ਅੱਜ ਜਿਹੜੀ ਡਾਈਟ ਪਲਾਨ ਆਪਾਂ ਡਿਸਕਸ ਕਰਨ ਲੱਗੇ ਆ ਇਹ ਉਹਨਾਂ ਵਾਸਤੇ ਹੈਗੀ ਜਿਨ੍ਹਾਂ ਦਾ weight 200 ਪਾਉਂਡ ਤੋਂ ਉੱਤੇ ਹੈਗਾ, ਐਕਸੈਸ ਚਰਬੀ ਉਹਨਾਂ ਦੀ ਬੋਡੀ ਵਿੱਚ ਲਟਕ ਰਹੀ ਹੈਗੀ, ਪਰ ਉਹਨਾਂ ਨੂੰ ਹੋਰ ਕੋਈ ਮੈਡੀਕਲ ਕੰਡੀਸ਼ਨਸ ਨਹੀਂ ਹੈ। ਸੋ ਤੁਸੀਂ ਕੀ ਫੋਲੋ ਕਰ ਸਕਦੇ ਹੋ? ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਪਹਿਲੀ ਚੀਜ਼ ਜਿਹੜੀ ਤੁਸੀਂ ਲੈਣੀ ਹੈ ਉਹ ਹੈ 2 ਗਲਾਸ ਗਰਮ ਪਾਣੀ। ਉਹ ਗਰਮ ਪਾਣੀ ਦੇ ਵਿੱਚ ਤੁਸੀਂ ਇੱਕ ਨਿੰਬੂ ਨਿਚੋੜ ਸਕਦੇ ਹੋ। ਐਂਡ ਖਾਸ ਗੱਲ ਦਾ ਧਿਆਨ ਇਹ ਰੱਖਣਾ ਹੈਗਾ ਕਿ ਉਹਨੂੰ ਸਵੇਰੇ ਉੱਠ ਕੇ ਬਿਨਾਂ ਬ੍ਰਸ਼ ਕੀਤੇ ਤੋਂ ਪੀਣਾ ਹੈਗਾ, ਮਤਲਬ ਬ੍ਰਸ਼ ਕਰਨ ਤੋਂ ਪਹਿਲਾਂ ਪੀਣਾ ਹੈਗਾ, ਬ੍ਰਸ਼ ਕਰਨ ਤੋਂ ਬਾਅਦ ਨਹੀਂ ਪੀਣਾ ਹੈਗਾ। ਸੋ ਇਹਦੇ ਵਿੱਚ ਲੌਜਿਕ ਇਹ ਹੈਗਾ ਕਿ ਜਦ ਅਸੀਂ ਰਾਤ ਨੂੰ ਸੌਂਦੇ ਹਾਂ ਸਾਡੀ ਬੋਡੀ ਦੇ ਮਾਊਥ ਵਾਲੇ ਏਰੀਆ ਵਿੱਚ ਸੈਲੀਵਰੀ ਗਲੈਂਡਸ ਨੇ, ਇਹ ਸੈਲੀਵਰੀ ਗਲੈਂਡਸ ਵਿੱਚੋਂ ਇੱਕ ਸਲਾਈਵਾ ਰਿਲੀਜ਼ ਹੁੰਦਾ ਹੈਗਾ। ਇਹ ਸਲਾਈਵਾ ਇੱਕ ਤਾਂ ਐਲਕਲਾਈਜ਼ਿੰਗ ਇਨ ਨੇਚਰ ਹੈਗਾ, ਪਲੱਸ ਇਹਦਾ ਡਾਈਜੈਸਟਿਵ ਫੰਕਸ਼ਨਸ ਹੈਗੇ। ਜਦ ਤੁਸੀਂ ਸਵੇਰੇ ਉੱਠ ਕੇ ਬ੍ਰਸ਼ ਕਰ ਦਿੰਦੇ ਹੋ, ਬ੍ਰਸ਼ ਕਰਨ ਦੇ ਨਾਲ ਉਹ ਜਿਹੜਾ ਸਾਡਾ ਸਲਾਈਵਾ ਹੈਗਾ ਜੋ ਇੱਕ ਮੈਡੀਸਨ ਦਾ ਰੂਪ ਹੈਗਾ ਉਹ ਬਾਹਰ ਤੁਸੀਂ ਸਪਿਟ ਆਊਟ ਕਰ ਦਿੰਦੇ ਹੋ। ਬਟ ਜਦ ਤੁਸੀਂ ਬਿਨਾਂ ਬ੍ਰਸ਼ ਕੀਤੇ ਹੋ ਪਾਣੀ ਪੀਂਦੇ ਹੋ, ਉਹ ਸਾਰਾ ਸਲਾਈਵਾ ਹੈਗਾ ਉਹ ਸਾਡੇ ਪੇਟ ਵਿੱਚ ਜਾਂਦਾ ਹੈਗਾ ਐਂਡ ਸਾਡੀ ਬੋਡੀ ਦੇ ਮੈਟਾਬੋਲਾਈਜੇਸ਼ਨ ਨੂੰ ਸਟਰੋਂਗ ਕਰਦਾ ਹੈਗਾ। ਸੋ ਇਹ ਸਾਡਾ ਹੋ ਗਿਆ ਫਰਸਟ ਮਾਰਨਿੰਗ ਵੇਕਅਪ ਮੀਲ ਜੀ। ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ, ਉਹਨਾਂ ਦੀ ਕਾਲ ਲੈ ਲਈ ਅਸੀਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਹੈਲੋ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਅਸੀਂ ਜੀ ਮੌਂਟਰੀਅਲ ਤੋਂ ਬੋਲਦੇ ਆ ਤੇ ਮੈਂ ਡਾਕਟਰ ਸਾਹਿਬ ਉਹਨਾਂ ਨੂੰ ਪੁੱਛਣਾ ਸੀ ਕਿ ਮੈਨੂੰ ਹੈਗੀ ਕੈਂਸਰ ਦੀ ਪ੍ਰੋਬਲਮ। ਮੇਰੀਆਂ ਪਹਿਲਾਂ ਰੇਡੀਏਸ਼ਨ ਤੇ ਕੀਮੋ ਹੋ ਕੇ ਹਟੀਆਂ ਤੇ ਉਸ ਤੋਂ ਬਾਅਦ ਫਿਰ ਮੇਰੀ ਸਰਜਰੀ ਵਗੈਰਾ ਨਹੀਂ ਹੋਈ ਹੈਗੀ ਤੇ ਡਾਕਟਰ ਕਹਿੰਦੇ ਸੀ ਤੇਰਾ ਬਿਲਕੁਲ ਠੀਕ ਹੈ, ਬਾਇਓਪਸੀ ਕੀਤੀ ਸੀ ਤੇ ਹੁਣ ਮੈਨੂੰ ਕੈਂਸਰ ਫੇਰ ਦੁਬਾਰਾ ਹੋ ਗਿਆ। ਹੁਣ ਮੈਨੂੰ ਸਮਝ ਨਹੀਂ ਲੱਗਦੀ ਕਿਹੜੀ ਖੁਰਾਕ ਲਵਾਂ, ਕੀ ਲਵਾਂ, ਮੇਰੇ ਪਾਈਪ ਫੂਡ ਦੇ ਵਿੱਚ ਆ ਕੈਂਸਰ। ਕੁਝ ਪੁੱਛਣਾ ਹੈ ਆਨਸਰ ਦੀ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ, ਤੁਸੀਂ ਕਾਲ ਕੀਤੀ ਹੈ ਪ੍ਰੋਗਰਾਮ ਦੇ ਵਿੱਚ ਓਕੇ ਜੀ।
ਹਾਂਜੀ, ਸੋ ਕੈਂਸਰ ਦੇ ਕੇਸ ਵਿੱਚ ਕੀ ਹੁੰਦਾ ਹੈਗਾ, ਇੱਕ ਮੈਂ ਤੁਹਾਨੂੰ ਜਿਹੜਾ ਹੁਣ ਤੱਕ ਮੈਂ ਸਟੱਡੀ ਕੀਤਾ ਨਾ ਉਹਦੇ ਬੇਸਿਸ ਤੇ ਇਹ ਗੱਲ ਆਪ ਜੀ ਨੂੰ ਦੱਸਣਾ ਚਾਹੁੰਦਾ ਹੈਗਾ ਕਿ ਕੈਮੋਥੈਰੇਪੀ ਜਿਹੜੀ ਹੈਗੀ ਹੈ, ਰੇਡੀਓਥੈਰੇਪੀ ਜਿਹੜੀ ਹੈਗੀ ਹੈ, ਸਰਜਰੀ ਜਿਹੜੀ ਹੈਗੀ ਹੈ, ਦਿਸ ਇਜ਼ ਸਪਰੈਸਿਵ ਟ੍ਰੀਟਮੈਂਟ। ਇਹ ਇਲਾਜ ਨਹੀਂ ਹੈਗਾ, ਕੈਂਸਰ ਦੀ ਕਾਜ਼ ਤੇ ਵਰਕ ਨਹੀਂ ਕਰਦਾ। ਕੈਂਸਰ ਦੀ ਕਾਜ਼ ਕੀ ਹੈਗੀ? ਕਾਜ਼ ਇਹ ਹੈਗੀ ਕਿ ਸਾਡੀ ਬਾਡੀ ਦੀ ਇਮਿਊਨ ਸਿਸਟਮ ਜਿਹੜਾ ਹੈਗਾ ਉਹ ਮਾਲ ਫੰਕਸ਼ਨ ਕਰ ਜਾਂਦਾ ਹੈਗਾ। ਮਾਲ ਫੰਕਸ਼ਨ ਕਿਉਂ ਕਰ ਜਾਂਦਾ ਹੈਗਾ? ਕਿਉਂਕਿ ਸਾਡੀ ਬਾਡੀ ਵਿੱਚ ਕੁਝ ਟੌਕਸਿਨਸ ਇਸ ਤਰ੍ਹਾਂ ਦੇ ਇਕੱਠੇ ਹੋ ਗਏ ਨੇ ਜਿਹੜੇ ਸਾਡੀ ਬਾਡੀ ਜਿਹੜੀ ਹੈਗੀ ਉਹਨੂੰ ਹਟਾਉਣਾ ਚਾਹੁੰਦੀ ਹੈਗੀ। ਫੋਰ ਐਗਜ਼ਾਮਪਲ, ਹੁਣ ਸਾਡੀ ਬਲੱਡ ਵਿੱਚ ਅਗਰ ਬਹੁਤ ਜ਼ਿਆਦਾ ਯੂਰਿਕ ਐਸਿਡ ਹੋ ਜਾਵੇ ਤੇ ਉਹ ਯੂਰਿਕ ਐਸਿਡ ਜਿਹੜਾ ਹੈਗਾ ਕ੍ਰਿਸਟਲਸ ਫਾਰਮ ਕਰਕੇ ਸਾਡੇ ਅੰਗੂਠਿਆਂ ਵਿੱਚ, ਜੋੜਾਂ ਵਿੱਚ ਜਾ ਕੇ ਚਲੇ ਜਾਂਦਾ ਹੈਗਾ, ਉੱਥੇ ਜਾ ਕੇ ਸਟੋਰ ਹੋ ਜਾਂਦਾ ਹੈਗਾ ਤਾਂ ਕਿ ਉਹ ਬਲੱਡ ਜਿਹੜਾ ਹੈਗਾ ਉਹ ਫੁੱਲੀ ਕੰਟੈਮੀਨੇਟਡ ਨਾ ਰਹੇ। ਸੋ ਬਾਡੀ ਕੁਝ ਨਾ ਕੁਝ ਆਪਣੀ ਕੋਸ਼ਿਸ਼ ਕਰਦੀ ਰਹਿੰਦੀ ਹੈ ਸਾਡੀ ਜਾਨ ਨੂੰ ਬਚਾਉਣ ਵਾਸਤੇ, ਤੇ ਜਿਹੜੇ ਐਕਸੈਸ ਟੌਕਸਿਨ ਸਾਡੀ ਬਾਡੀ ਵਿੱਚ ਨੇ ਉਹਨੂੰ ਕਿਸੇ ਨਾ ਕਿਸੇ ਕੋਨੇ ਵਿੱਚ ਜਾ ਕੇ ਛੁਪਾ ਦਿੰਦੀ ਹੈਗੀ ਹੈ। ਜੇ ਉਹ ਮੰਨ ਲਓ ਹਾਰਟ ਵਿੱਚ ਛੁਪਾਏਗੀ ਤਾਂ ਹਾਰਟ ਦੀ ਪ੍ਰੋਬਲਮ ਆਏਗੀ, ਪੈਨਕ੍ਰੀਅਸ ਵਿੱਚ ਛੁਪਾਏਗੀ ਡਾਇਬੀਟੀਜ਼ ਆ ਸਕਦੀ ਹੈਗੀ ਹੈ, ਲੀਵਰ ਵਿੱਚ ਛੁਪਾਏਗੀ ਤੇ ਫੈਟੀ ਲੀਵਰ ਹੋ ਸਕਦਾ ਹੈ, ਥਾਇਰਾਇਡ ਗਲੈਂਡ ਵਿੱਚ ਛੁਪਾਏਗੀ ਥਾਇਰਾਇਡ ਦੀ ਪ੍ਰੋਬਲਮ ਆ ਸਕਦੀ ਹੈ। ਇਸੇ ਤਰ੍ਹਾਂ ਕੈਂਸਰ ਵਿੱਚ ਕੀ ਹੁੰਦਾ ਹੈ, ਸਾਡਾ ਇਮਿਊਨ ਸਿਸਟਮ ਮੈਲ ਫੰਕਸ਼ਨ ਕਰ ਜਾਂਦਾ ਹੈਗਾ ਐਂਡ ਉਹਦਾ ਕਾਰਨ ਇਹ ਹੈਗਾ ਕਿ ਸਾਡੀ ਬਲੱਡ ਸਟ੍ਰੀਮ ਵਿੱਚ ਟੌਕਸਿਨਸ ਹੋ ਜਾਂਦੇ ਹੈ। ਹੁਣ ਬਾਡੀ ਕੀ ਕਰਦੀ ਹੈ, ਉਸ ਟੌਕਸਿਨਸ ਨੂੰ ਬਲੱਡ ਸਟ੍ਰੀਮ ਵਿੱਚੋਂ ਕੱਢ ਕੇ ਉਹਦਾ ਵੱਖਰਾ ਜਾਂ ਤਾਂ ਟਿਊਮਰ ਬਣਾ ਦਿੰਦੀ ਹੈ, ਉਹਦਾ ਇੱਕ ਬੈਗ ਬਣਾ ਦਿੰਦੀ ਹੈ ਤਾਂ ਕਿ ਉਹ ਕਿਸੇ ਬਾਡੀ ਦੇ ਸਪੈਸੀਫਿਕ ਏਰੀਆ ਵਿੱਚ ਚਲੇ ਜਾਏ ਤੇ ਸਾਡੀ ਬਾਡੀ ਦੀ ਓਵਰਆਲ ਜਿਹੜੀ ਲਾਈਫ ਹੈ ਉਹ ਖਰਾਬ ਨਾ ਹੋ ਜਾਵੇ। ਸੋ ਉਹ ਜਿਹੜਾ ਬੈਗ ਹੁੰਦਾ ਹੈਗਾ, ਉਹ ਜਿਹੜਾ ਹੁੰਦਾ ਉਹ ਸਾਨੂੰ ਬਚਾਉਣ ਦੀ ਕੋਸ਼ਿਸ਼ ਹੁੰਦੀ ਹੈ ਬਾਡੀ ਦੀ। ਸੋ ਕੈਂਸਰ ਆਪਣੇ ਆਪ ਵਿੱਚ ਇੱਕ ਬਿਮਾਰੀ ਨਹੀਂ ਹੈਗੀ, ਕੈਂਸਰ ਇਜ਼ ਅ ਸਿੰਪਟਮ ਕਿ ਤੁਹਾਡੀ ਬਾਡੀ ਵਿੱਚ ਬਹੁਤ ਜ਼ਿਆਦਾ ਟੌਕਸਿਸਿਟੀ ਹੈ, ਇਹਦੀ ਸਫਾਈ ਕਰਨੀ ਚਾਹੀਦੀ ਹੈ। ਐਂਡ ਵਾਂਸ ਯੂ ਕਮ ਔਨ ਸੱਚ ਕਾਈਂਡ ਆਫ ਡਾਈਟ ਐਂਡ ਲਾਈਫਸਟਾਈਲ ਜਿਹੜੀ ਤੁਹਾਡੀ ਬਾਡੀ ਨੂੰ ਅੰਦਰੋਂ ਡੀਟੌਕਸ ਕਰ ਦਿੰਦਾ ਹੈਗਾ, ਤਾਂ ਤੁਹਾਡੇ ਵਿੱਚੋਂ ਟਿਊਮਰ ਛੋਟੇ ਹੋਣੇ ਸ਼ੁਰੂ ਹੋ ਜਾਂਦੇ ਨੇ, ਸਿਸਟ ਕੱਟਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕੈਂਸਰ ਦੇ ਸਟੇਜ ਕੱਟਣੇ ਸ਼ੁਰੂ ਹੋ ਜਾਂਦੇ ਐਂਡ ਯੂ ਕੈਨ ਬੀ ਕੈਂਸਰ ਫ੍ਰੀ ਆਲਸੋ। ਬਟ ਕਿਉਂਕਿ ਹੁਣ ਤੁਸੀਂ ਆਲਰੇਡੀ ਕੈਮੋਥੈਰੇਪੀ, ਰੇਡੀਓਥੈਰੇਪੀ ਕਰਵਾ ਚੁੱਕੇ ਹੈ ਐਂਡ ਬਾਇਓਪਸੀ ਦੇ ਥਰੂ ਵੀ ਤੁਸੀਂ ਆਪਣਾ ਡਾਇਗਨੋਸਟਿਕ ਕਰਾ ਚੁੱਕੇ ਹਾਂ, ਸੋ ਹੁਣ ਬੈਸਟ ਸੋਲੂਸ਼ਨ ਦੈਟ ਯੂ ਹੈਵ ਇਜ਼ ਕਿ ਆਲਰੇਡੀ ਦੇਖੋ ਕੀਮੋ ਕਰਾਉਣ ਤੋਂ ਬਾਅਦ, ਰੇਡੀਓਥੈਰੇਪੀ ਕਰਾਉਣ ਤੋਂ ਬਾਅਦ ਫਿਰ ਕੈਂਸਰ ਆ ਗਿਆ ਹੈ, ਦੈਟ ਮੀਨਸ ਕਿ ਉਹ ਇਲਾਜ ਨਹੀਂ ਸੀਗਾ। ਸੋ ਇਲਾਜ ਇਹੀ ਹੈਗਾ ਕਿ ਕੈਂਸਰ ਨੂੰ ਠੀਕ ਕੀਤਾ ਜਾਵੇ ਡੀਟੌਕਸ ਰਾਹੀਂ, ਯਾਨੀ ਬਾਡੀ ਵਿੱਚ ਜਿਹੜੀ ਟੌਕਸਿਸਿਟੀ ਕਰਕੇ ਕੈਂਸਰ ਬਣਿਆ ਸੀ ਉਸ ਟੌਕਸਿਸਿਟੀ ਨੂੰ ਕੱਢ ਦਿੱਤਾ ਜਾਵੇ। ਉਹਦੇ ਵਾਸਤੇ ਤੁਹਾਨੂੰ ਕੁਝ ਚੀਜ਼ਾਂ ਕਰਨੀਆਂ ਪੈਣਗੀਆਂ ਜਿਹਦੇ ਵਿੱਚ ਆਟੋਫੇਜੀ ਹੋਏਗੀ, ਜਿਹੜੀ ਹੁਣ ਆਪਾਂ ਇਸ ਵੀਡੀਓ ਵਿੱਚ ਵੀ ਗੱਲ ਕੀਤੀ ਸੀਗੀ, ਜਿਹੜੀ ਨੋਬਲ ਪ੍ਰਾਈਜ਼ ਵਿਨਿੰਗ ਸਾਇੰਸ ਹੈਗੀ ਕਿ ਇੰਟਰਮਿਟੈਂਟ ਫਾਸਟਿੰਗ। ਜੇ ਤੁਸੀਂ 16 ਘੰਟੇ ਉਪਵਾਸ ਕਰਦੇ ਹੋ ਤਾਂ ਤੁਹਾਡੀ ਬਾਡੀ ਅੰਦਰੋਂ ਟੌਕਸਿਸਿਟੀ, ਅੰਦਰੋਂ ਟਿਊਮਰਸ ਨੂੰ ਡਿਸਟਰੋਏ ਕਰਕੇ ਉਹਦਾ ਹੀ ਨਿਊਟ੍ਰੀਸ਼ਨ ਬਣਾਉਂਦੀ ਹੈਗੀ। ਇਹ ਨੋਬਲ ਪ੍ਰਾਈਜ਼ ਵਿਨਿੰਗ ਸਾਇੰਸ ਹੈਗੀ। ਇਸ ਤੋਂ ਇਲਾਵਾ ਰॉ ਫੂਡ ਐਂਡ ਲਾਈਫਸਟਾਈਲ ਰੱਖਣਾ ਪਏਗਾ ਜਿਹਦੇ ਨਾਲ ਤੁਹਾਡੀ ਬਾਡੀ ਅੰਦਰੋਂ ਸਾਫ਼ ਹੁੰਦੀ ਜਾਵੇਗੀ। ਸੋ ਉਹਦੇ ਵਾਸਤੇ ਆਪਾਂ ਸਪੈਸ਼ਲ ਗੱਲਬਾਤ ਕਰ ਸਕਦੇ ਹਾਂ ਕਿਉਂਕਿ ਇਸ ਵੀਡੀਓ ਦੇ ਰਾਹੀਂ ਮੈਂ ਤੁਹਾਨੂੰ ਇਹ ਇਲਾਜ ਔਨ ਸਕਰੀਨ ਦੱਸਾਂਗਾ ਤੇ ਮਤਲਬ ਕਿ ਹੁਣ ਇਸ ਟਾਈਮ ਸਾਡਾ ਟੌਪਿਕ ਜਿਹੜਾ ਹੈ ਓਬੇਸਿਟੀ ਦਾ ਹੈਗਾ। ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਡਾਇਰੈਕਟਲੀ ਗੱਲ ਕਰ ਲਿਓ, ਪਰਸਨਲ ਕੰਸਲਟੇਸ਼ਨ ਤੁਸੀਂ ਲੈ ਸਕਦੇ ਹੋ ਕਮਲ ਜੀ ਦੇ ਨਾਲ। ਤੇ ਆਪਾਂ ਗੱਲ ਕਰ ਰਹੇ ਸੀ, ਫਸਟ ਤੁਸੀਂ ਦੱਸਿਆ ਕਿ ਮਾਰਨਿੰਗ ਉੱਠ ਕੇ ਨਿੰਬੂ ਪਾਣੀ ਪੀਣਾ ਚਾਹੀਦਾ, ਉਹ ਵੀ ਵਿਦਆਊਟ ਬ੍ਰਸ਼ ਕੀਤੇ। ਸੋ ਉਸ ਤੋਂ ਬਾਅਦ ਨੈਕਸਟ ਕੀ ਹੋ ਗਿਆ ਸਟੈਪ? ਉਸ ਤੋਂ ਬਾਅਦ ਜਿਹੜਾ ਨੈਕਸਟ ਸਟੈਪ ਤੁਸੀਂ ਲੈਣਾ ਹੈਗਾ ਉਹ ਹੈਗਾ ਤੁਸੀਂ ਫਰੈਸ਼ ਵੈਜੀਟੇਬਲ ਜੂਸ ਲੈਣਾ ਹੈਗਾ ਜਾਂ ਫਿਰ ਫਰੈਸ਼ ਕੋਕੋਨਟ ਵਾਟਰ ਲੈ ਸਕਦੇ ਹੋ। ਕੋਕੋਨਟ ਵਾਟਰ ਜਿਹੜਾ ਹੁੰਦਾ ਹੈਗਾ ਉਹਦੇ ਵਿੱਚ ਸਾਰੇ ਵਿਟਾਮਿਨਸ ਐਂਡ ਮਿਨਰਲਸ ਹੁੰਦੇ ਨੇ ਐਂਡ ਮੋਸਟ ਡਾਈਜੈਸਟੇਬਲ ਫਾਰਮ ਵਿੱਚ ਹੁੰਦੇ ਨੇ। ਪੀਂਦੇ ਸਾਰੀ ਸਾਡੀ ਬਾਡੀ ਨੂੰ એનર્ਜੀ ਆ ਜਾਂਦੀ ਹੈ, ਬਾਡੀ ਰੀਵਾਈਟਲਾਈਜ਼ ਹੋ ਜਾਂਦੀ ਹੈ, ਪਲੱਸ ਐਸੈਂਸ਼ੀਅਲ ਵਿਟਾਮਿਨਸ ਐਂਡ ਮਿਨਰਲਸ ਉਹਦੇ ਵਿੱਚ ਹੁੰਦੇ ਹੈਗੇ। ਅਗਰ ਕੋਕੋਨਟ ਵਾਟਰ ਨਹੀਂ ਤੁਹਾਡੇ ਏਰੀਆ 'ਚ ਅਵੇਲੇਬਲ ਹੈ ਤਾਂ ਫਰੈਸ਼ ਵੈਜੀਟੇਬਲ ਜੂਸ ਬਣਾ ਕੇ ਪੀ ਸਕਦੇ ਹੋ। ਕਿਹੜਾ ਵੈਜੀਟੇਬਲ ਲੈਣਾ ਹੈ ਦੈਟ ਇਜ਼ ਅਪ ਟੂ ਯੂ। ਤੁਸੀਂ ਸੈਲਰੀ, ਕੁਕੁੰਬਰ, ਸਪਿਨਚ ਜਿਹੜਾ ਵੀ ਜੂਸ ਪੀਣਾ ਚਾਹੋ ਤੁਸੀਂ ਪੀ ਸਕਦੇ ਹੈਗੇ ਹੋ। ਸੋ ਇਹ ਸਾਡਾ ਹੋ ਜਾਏਗਾ ਮਾਰਨਿੰਗ ਡੀਟੌਕਸ ਦਾ ਜੂਸ ਹੋ ਗਿਆ। ਇਹ ਲਗਭਗ ਲੈਣਾ ਹੈਗਾ 9 ਵਜੇ ਦੇ ਆਸ-ਪਾਸ ਸਵੇਰੇ। ਠੀਕ ਹੈ। ਇਹਨੂੰ 2 ਘੰਟੇ ਦਾ ਟਾਈਮ ਦੇਣਾ ਹੈ ਇਸ ਜੂਸ ਨੂੰ ਵਰਕ ਕਰਨ ਵਾਸਤੇ। 2 ਘੰਟੇ ਉਹਨੂੰ ਲੱਗਣਗੇ ਪ੍ਰੋਪਰਲੀ ਤੁਹਾਡੀ ਬਾਡੀ ਵਿੱਚੋਂ ਜਿਹੜੇ ਟੌਕਸਿਨਸ ਨੂੰ ਕੱਢ ਕੇ ਬਾਹਰ ਕੱਢਣ ਵਾਸਤੇ। ਉਸ ਤੋਂ ਬਾਅਦ ਜਿਹੜਾ ਫਰਸਟ ਮੀਲ ਆਫ ਦਾ ਡੇ ਹੈ ਉਹ ਹੈਗਾ 11 ਵਜੇ, ਸਵੇਰੇ 11 ਵਜੇ। ਕਿਉਂਕਿ ਯਾਦ ਕਰੋ ਆਪਾਂ ਇੰਟਰਮਿਟੈਂਟ ਫਾਸਟਿੰਗ ਦੀ ਗੱਲ ਕੀਤੀ ਸੀਗੀ। ਜੇ ਆਪਾਂ ਰਾਤ ਨੂੰ 8 ਵਜੇ 7 ਵਜੇ ਖਾ ਰਹੇ ਹੈਗੇ ਆ ਤਾਂ 16 ਘੰਟੇ ਸਾਨੂੰ ਉਪਵਾਸ ਕਰਨਾ ਹੈਗਾ। ਸੋ ਜੇ ਆਪਾਂ 7 o'clock ਆਪਣਾ ਡਿਨਰ ਫਿਨਿਸ਼ ਕੀਤਾ ਸੀ ਰਾਤ ਨੂੰ ਤਾਂ ਆਪਾਂ ਸਵੇਰੇ 11 ਵਜੇ ਪਹਿਲਾ ਮੀਲ ਫਰੂਟਸ ਦਾ ਕਰਾਂਗੇ। ਇਹਨਾਂ ਵਿੱਚ ਫਰੂਟਸ ਕਿਹੜੇ ਹੋਣੇ ਚਾਹੀਦੇ ਨੇ ਗੱਲ ਕਰਾਂਗੇ ਆਪਾਂ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ ਮੈਮ, ਹਾਂਜੀ ਮੈਂ ਗੱਲ ਕਰਦੀ ਪਈ ਹਾਂ ਇੱਥੇ ਲੰਡਨ ਤੋਂ। ਹਾਂਜੀ ਐਕਚੁਅਲੀ ਮੈਂ ਆਪਣੀ ਮਦਰ ਵਾਲੀ ਪੁੱਛਣਾ ਸੀਗਾ ਜੀ। ਉਹ ਮਤਲਬ ਟਰਾਈ ਵੀ ਕਰ ਰਹੇ ਆ ਸਾਰਾ ਕੁਝ, ਜਿਹੜੇ ਦੇਸੀ ਨੁਸਖੇ ਹੁੰਦੇ ਉਹ ਵੀ ਕਰ ਰਹੇ ਆ, ਬਟ ਉਹਨਾਂ ਦੀ ਸ਼ੂਗਰ ਨਹੀਂ, ਡਾਇਬਟੀਜ਼ ਦੀ ਕੰਟਰੋਲ ਹੋ ਰਹੀ ਆ ਉਹਨਾਂ ਦੀ। ਮਤਲਬ ਕਹਿੰਦੇ ਬਿਫੋਰ ਮੀਲ ਦੀ ਉਹਨਾਂ ਦੀ ਹਾਈ ਹੀ ਆ ਰਹੀ ਆ। ਕਿੰਨੇ ਸਾਲਾਂ ਤੋਂ ਸ਼ੂਗਰ ਹੈਗਾ ਜੀ? ਸ਼ੂਗਰ ਇਹਨਾਂ ਨੂੰ ਕਿੰਨੇ ਸਾਲਾਂ ਤੋਂ ਸ਼ੂਗਰ? 2 ਸਾਲ ਤੋਂ ਸ਼ੂਗਰ ਆ। ਮਤਲਬ ਸਰਜਰੀ ਹੋਈ ਸੀਗੀ ਤੇ ਉਹਦੇ ਤੋਂ ਬਾਅਦ ਸ਼ੂਗਰ ਹੋ ਗਈ। ਕਿਹੜੀ ਸਰਜਰੀ ਹੋਈ ਸੀ ਜੀ? ਯੂਟਰਸ ਦੀ। ਓਕੇ, ਯੂਟਰਸ ਦੀ ਸਰਜਰੀ ਤੋਂ ਬਾਅਦ ਡਾਇਬੀਟੀਜ਼ ਡਿਟੈਕਟ ਹੋਇਆ ਸੀਗਾ। ਹਾਂਜੀ। ਰੋਟੀ ਖਾਣ ਤੋਂ 2 ਘੰਟੇ ਬਾਅਦ ਕਿੰਨਾ ਸ਼ੂਗਰ ਲੈਵਲ ਆਉਂਦਾ ਹੈ? ਰੋਟੀ ਉਸ ਤੋਂ ਬਾਅਦ ਤਾਂ ਰੋਟੀ ਖਾਣ ਤੋਂ ਬਾਅਦ ਵੀ ਇਹਨਾਂ ਦਾ ਹਾਈ ਹੀ ਆਉਂਦਾ ਆ, ਮਤਲਬ 12 ਹੁੰਦਾ ਆ। ਓਕੇ। ਮਾਰਨਿੰਗ ਕਰਦੇ ਆ ਤਾਂ ਉਦੋਂ ਆਉਂਦਾ ਹੈਗਾ 11, ਮਤਲਬ ਲੋ ਇਹਨਾਂ ਦਾ
ਹੋਇਆ ਹੀ ਨਹੀਂ ਹੈਗਾ ਜਿਹੜਾ ਨਾਰਮਲ ਹੋਣਾ ਚਾਹੀਦਾ ਆ। ਓਕੇ, ਐਂਡ ਤੁਸੀਂ ਇਹ ਵੀ ਦੱਸੋ ਕਿੰਨੀ ਟੈਬਲੇਟਸ ਚੱਲ ਰਹੀਆਂ ਨੇ ਇਹਨਾਂ ਦੀ? ਇਹਨਾਂ ਦੀਆਂ ਮਤਲਬ ਕੱਲ ਮੈਂ ਇੱਥੋਂ ਇੰਡੀਆ ਤੋਂ ਡਾਕਟਰ ਨਾਲ ਕੰਸਲਟ ਕੀਤਾ ਸੀਗਾ, ਪਹਿਲਾਂ ਇੱਕ ਖਾਂਦੇ ਸੀਗੇ ਮਾਈਲਡ ਡਾਇਬੀਟੀਜ਼ ਲਈ, ਹੁਣ ਇੱਥੇ ਆ ਕੇ ਇਹਨਾਂ ਦੀ ਕਾਫੀ ਜ਼ਿਆਦਾ ਹੋ ਗਈ ਆ, ਵੱਧ ਗਈ ਹੈ, ਤੇ ਹੁਣ ਡਾਕਟਰ ਸਾਹਿਬ ਨੇ ਇਹ ਰეკਮੈਂਡ ਕੀਤਾ ਕਿ ਤੁਸੀਂ 2 ਟੈਬਲੇਟਸ ਲਓ ਸਵੇਰੇ ਤੇ ਸ਼ਾਮ। ਓਕੇ, ਜਿਹੜਾ ਇਹ ਸ਼ੂਗਰ ਲੈਵਲ ਵਧਿਆ ਹੈਗਾ ਇਹ ਕਿੰਨਾ ਟਾਈਮ ਹੋ ਗਿਆ ਵਧਿਆ, ਮਤਲਬ ਐਕਸਟਰਾ ਐਕਸੈਸ ਕਿੰਨੇ ਟਾਈਮ ਤੋਂ ਹੋ ਰਿਹਾ ਹੈਗਾ? ਸਰ ਦਸੰਬਰ ਦੇ ਵਿੱਚ ਆਏ ਨੇ, ਉਹਦੇ ਤੋਂ ਬਾਅਦ ਅਸੀਂ ਹੁਣ ਮਤਲਬ ਚੈੱਕ ਹੁਣ ਕਰਨ ਲੱਗੇ ਆ, ਹੋ ਗਏ ਸਾਨੂੰ 2 ਵੀਕ ਹੋ ਗਏ ਆ। ਓਕੇ, ਸੋ ਆਉਣ ਤੋਂ ਪਹਿਲਾਂ ਕੋਈ ਮੈਡੀਕਲ ਟ੍ਰੀਟਮੈਂਟ ਜਾਂ ਕੋਈ ਵੈਕਸੀਨੇਸ਼ਨ ਤਾਂ ਨਹੀਂ ਲਈ ਸੀਗੀ ਉਹਨਾਂ ਨੇ? ਆਉਣ ਤੋਂ ਪਹਿਲਾਂ ਵੀ ਮਤਲਬ ਇਹਨਾਂ ਦੀ ਇੱਕ ਸਰਜਰੀ ਹੋਈ ਸੀਗੀ 3 ਮਹੀਨੇ ਪਹਿਲਾਂ। ਓਕੇ, ਹਾਂਜੀ, ਗੋਲ ਬਲੈਡਰ ਰਿਮੂਵਲ ਦੀ। ਓਕੇ, ਸੋ ਬੇਸਿਕਲੀ ਗੋਲ ਬਲੈਡਰ ਰਿਮੂਵ ਹੋ ਚੁੱਕਿਆ ਹੈ ਐਂਡ ਯੂਟਰਸ ਵੀ ਰਿਮੂਵ ਹੋ ਚੁੱਕਿਆ, ਰਾਈਟ? ਓਕੇ, ਸੋ ਪਤਾ ਕੀ ਹੈਗਾ, ਇਹ ਕੇਸ ਥੋੜਾ ਜਿਹਾ ਕੰਪਲੈਕਸ ਹੈਗਾ। ਇਹਦੇ ਵਾਸਤੇ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਹੈਗਾ ਕਿ ਤੁਸੀਂ ਪਰਸਨਲੀ ਸਾਨੂੰ ਕੰਸਲਟੇਸ਼ਨ ਕਰ ਲਿਓ, ਕਿਉਂਕਿ ਹੁਣ ਔਨ ਸਕਰੀਨ ਮੈਂ ਇਹਦੇ ਵਾਸਤੇ ਕੋਈ ਇਲਾਜ ਦੱਸ ਨਹੀਂ ਸਕਦਾ, ਰੀਜ਼ਨ ਬੀਇੰਗ ਕਿਉਂਕਿ ਆਲਰੇਡੀ ਕੰਪਲੈਕਸ ਕੇਸ ਹੈਗਾ। ਜੀ ਬਿਲਕੁਲ, ਤੁਸੀਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਜਾਂ ਤੁਸੀਂ ਮੰਡੇ ਨੂੰ ਸ਼ਾਮ ਨੂੰ ਤੁਸੀਂ ਕਮਲ ਜੀ ਨੂੰ ਕਾਲ ਕਰ ਲਿਓ, ਸੋ ਉਹਨਾਂ ਨਾਲ ਤੁਸੀਂ ਡਾਇਰੈਕਟਲੀ ਗੱਲ ਕਰ ਸਕਦੇ ਹੋ ਇਹਦੇ ਬਾਰੇ। ਸੋ ਪਰਸਨਲੀ ਤੁਸੀਂ ਕੇਸ ਡਿਸਕਸ ਕਰ ਲਿਓ। ਨਹੀਂ, ਇਹ ਚੈਨਲ ਦਾ ਨੰਬਰ ਹੈ ਜੀ ਹਮਦਰਦ ਟੀਵੀ ਦਾ। ਕਮਲ ਜੀ ਦਾ ਨੰਬਰ WhatsApp ਨੰਬਰ ਲਿਖਿਆ ਹੋਇਆ ਵਾ, ਤੁਸੀਂ ਉੱਥੇ ਕਾਲ ਕਰ ਸਕਦੇ ਹੋ ਉਹਨਾਂ ਦੇ ਨਾਮ ਦੇ ਨੀਚੇ। ਓਕੇ ਜੀ, ਥੈਂਕ ਯੂ ਸੋ ਮਚ ਜੀ, ਥੈਂਕ ਯੂ। ਨੈਕਸਟ ਕਾਲਰ ਜੁੜ ਗਏ ਨੇ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਡਾਕਟਰ ਸਾਹਿਬ ਨਾਲ ਗੱਲ ਕਰਨੀ ਸੀ ਹਮਦਰਦ ਟੀਵੀ ਦੇ। ਹਾਂਜੀ ਹਾਂਜੀ, ਦੱਸੋ ਜੀ। ਹਾਂਜੀ, ਮੈਂ ਆਪਣੇ ਪਿਸ਼ਾਬ ਬਹੁਤ ਜ਼ਿਆਦਾ ਹੁੰਦਾ ਜੀ, ਉਹਦੇ ਬਾਰੇ ਪੁੱਛਣਾ ਮੈਂ। ਯੂਰਿਨ ਪ੍ਰੋਬਲਮ, ਫ੍ਰੀਕੁਐਂਟ ਯੂਰੀਨੇਸ਼ਨ ਦੀ ਪ੍ਰੋਬਲਮ ਤੁਹਾਨੂੰ ਕਿੰਨੇ ਸਾਲ ਤੋਂ ਹੈਗੀ ਜੀ? ਹੈਲੋ, ਪ੍ਰੋਬਲਮ ਬਾਬਾ ਚਿਰ ਤੋਂ ਬਾਅਦ ਸਿਰਫ ਪਿਸ਼ਾਬ ਹੀ ਜ਼ਿਆਦਾ ਆਉਂਦਾ, ਉਹ ਜਦੋਂ ਐਨਰਜੀ ਘਟ ਜਾਂਦੀ ਹੈ ਸਰੀਰ ਤੋਂ, ਪਿਸ਼ਾਬ ਜ਼ਿਆਦਾ ਆਉਣ ਲੱਗ ਪੈਂਦਾ। ਇਹ ਕਿੰਨੇ ਟਾਈਮ ਤੋਂ ਹੈਗੀ ਅੰਕਲ? ਕਿੰਨੇ ਟਾਈਮ ਤੋਂ ਇਹ ਪ੍ਰੋਬਲਮ ਹੈ ਜੀ ਤੁਹਾਨੂੰ? ਟੀਵੀ ਤੇ ਨਾ ਸੁਣੋ ਜੀ ਪਲੀਜ਼, ਟੀਵੀ ਤੇ ਸਾਨੂੰ ਨਾ ਸੁਣੋ, ਸਿੱਧਾ ਫੋਨ ਤੇ ਗੱਲ ਕਰੋ। ਹਾਂਜੀ ਹਾਂਜੀ, ਕਿੰਨੇ ਚਿਰ ਤੋਂ ਇਹ ਪ੍ਰੋਬਲਮ ਹੈ ਤੁਹਾਨੂੰ? ਇਹ ਪ੍ਰੋਬਲਮ ਬਾਬਾ ਚਿਰ ਤੋਂ ਆ, ਇਹ ਕੋਈ 7-8 ਸਾਲ ਤੋਂ। 7-8 ਸਾਲ ਤੋਂ। ਤੁਹਾਨੂੰ ਸ਼ੂਗਰ ਤਾਂ ਨਹੀਂ ਹੈਗੀ, ਡਾਇਬੀਟੀਜ਼ ਦੀ ਪ੍ਰੋਬਲਮ ਤਾਂ ਨਹੀਂ ਹੈ? ਸਿਰਫ ਆਉਂਦਾ ਵਾ ਪਿਸ਼ਾਬ ਜ਼ਿਆਦਾ ਆਉਂਦਾ ਵਾ, ਜੋ ਰਾਤ ਪਾਣੀ ਪੂਣੀ ਜ਼ਿਆਦਾ ਪੀਏ ਜਾਂ ਅੱਗੋਂ ਫਿਰ ਰਾਤ ਸੌਣ ਲੱਗੇ ਤੇ 4-5 ਵਾਰੀ ਆ ਜਾਂਦਾ ਪਿਸ਼ਾਬ। ਤੁਹਾਨੂੰ ਸ਼ੂਗਰ ਤਾਂ ਨਹੀਂ ਹਾਈ? ਗਰਮ ਚੀਜ਼ਾਂ ਖਾ ਲਈਏ ਕਿਤੇ ਫਿਰ ਪਿਸ਼ਾਬ ਘੱਟ ਆਉਂਦਾ। ਤੁਹਾਨੂੰ ਸ਼ੂਗਰ ਤਾਂ ਨਹੀਂ ਹੈਗੀ? ਨਹੀਂ, ਸ਼ੂਗਰ ਕੋਈ ਨਹੀਂ ਹੈਗੀ। ਕੋਈ ਗੋਲੀਆਂ ਤਾਂ ਨਹੀਂ ਖਾਂਦੇ ਕੋਈ ਕਿਸੇ ਟਾਈਪ ਦੀਆਂ? ਨਹੀਂ, ਤੁਸੀਂ ਪਲੀਜ਼ ਟੀਵੀ ਦੀ ਆਵਾਜ਼ ਬੰਦ ਕਰਕੇ ਗੱਲ ਕਰੋ ਸਰ। ਬੀਪੀ ਦੀ ਗੋਲੀ ਖਾਂਦੇ ਨੇ? ਟੀਵੀ ਦੀ ਆਨਸਰ ਦੀ ਆਪਾਂ ਬਲੱਡ ਪ੍ਰੈਸ਼ਰ, ਬੀਪੀ ਦੀ ਗੋਲੀ ਖਾਂਦੇ ਨੇ। ਓਕੇ, ਤੁਹਾਨੂੰ ਪ੍ਰੋਸਟੇਟ ਦਾ ਅਲਟਰਾਸਾਊਂਡ ਕਰਾਇਆ ਹੈਗਾ? ਉਹਦੇ ਚ ਨਹੀਂ ਕੁਝ ਵੀ ਹੁੰਦਾ ਜੀ, ਹੁਣ ਤੱਕ 2 ਵਾਰੀ ਕਰਾਇਆ, ਕੁਝ ਨਹੀਂ ਹੁੰਦਾ। ਓਕੇ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਕਾਲ ਕੀਤੀ ਆ। ਐਕਚੁਅਲ ਤੁਸੀਂ ਸਾਨੂੰ ਨਾ ਟੀਵੀ ਦੇ ਉੱਤੇ ਸੁਣ ਰਹੇ ਹੋ, ਸੋ ਨਾ ਤਾਂ ਤੁਸੀਂ ਪੂਰੀ ਗੱਲ ਸਾਨੂੰ ਨਾਲ ਕਲੀਅਰ ਕਰ ਪਾ ਰਹੇ ਹੋ। ਜਦੋਂ ਵੀ ਸਾਨੂੰ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਦੇ ਆ ਕਿ ਜਦੋਂ ਕਾਲ ਕਰ ਰਹੇ ਹੁੰਦੇ ਹੋ ਟੀਵੀ ਦੀ ਆਵਾਜ਼ ਘੱਟ ਕਰਕੇ ਸਾਨੂੰ ਡਾਇਰੈਕਟਲੀ ਫੋਨ ਤੇ ਗੱਲ ਕਰਿਆ ਕਰੋ। ਤੁਹਾਨੂੰ ਕੁਝ ਸਮਝ ਆਇਆ ਥੋੜਾ ਬਹੁਤ ਇਹਨਾਂ ਦੇ ਬਾਰੇ ਵਿੱਚ? ਨਹੀਂ। ਸੋ ਤੁਸੀਂ ਜੀ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਤੁਸੀਂ ਮੰਡੇ ਨੂੰ ਕਮਲ ਜੀ ਨਾਲ ਡਾਇਰੈਕਟਲੀ ਉਹਨਾਂ ਦੇ ਫੋਨ ਦੇ ਉੱਤੇ ਗੱਲ ਕਰ ਸਕਦੇ ਹੋ ਤੇ ਆਪਣੀ ਪ੍ਰੋਬਲਮ ਡਿਸਕਸ ਕਰ ਸਕਦੇ ਹੋ। ਆਪਾਂ ਗੱਲ ਕਰ ਰਹੇ ਸੀਗੇ ਡਾਈਟ ਦੇ ਬਾਰੇ ਵਿੱਚ, ਤੇ ਤੁਸੀਂ ਕਿਹਾ ਸੀ ਕਿ ਇਸ ਤੋਂ ਬਾਅਦ ਵੈਜੀਟੇਬਲ ਜੂਸ ਲਿਆ ਜਾ ਸਕਦਾ ਜਾਂ ਕੋਕੋਨਟ ਵਾਟਰ ਲਿਆ ਜਾ ਸਕਦਾ। ਉਸ ਤੋਂ ਬਾਅਦ ਜਿਹੜਾ ਫਰਸਟ ਮੀਲ ਹੋਏਗਾ ਉਹ ਫਰੂਟਸ ਦਾ ਹੋਏਗਾ। ਸੋ ਫਰੂਟਸ ਲੈਣੇ ਹੈਗੇ ਅਰਾਊਂਡ 11 AM ਇਨ ਦਾ ਮਾਰਨਿੰਗ। ਤੇ ਉਹ ਜਿਹੜੇ ਫਰੂਟਸ ਕਿਹੜੇ ਹੋਣੇ ਚਾਹੀਦੇ ਨੇ ਜਿਹੜੇ ਸਭ ਤੋਂ ਜ਼ਿਆਦਾ ਅਸਰ ਕਰਨਗੇ? ਦੈਟ ਇਜ਼ ਸਿਟਰਸ ਫਰੂਟਸ, देयर बेरीज, देयर मेलन्स, यानी कि वाटरमेलन ले सकते हो, मेलन ले सकते हो, इस तो अलावा स्ट्रॉबेरीज, ब्लूबेरीज, रेस्पबेरीज, ये ब्लैकबेरीज बेरीज ले सकते हो ਤੇ ਉਸ ਤੋਂ ਇਲਾਵਾ oranges, kiwi, ਪਾਈਨਐਪਲ। ਇਹ ਫਰੂਟਸ ਜਿਹੜੇ ਹੈਗੇ ਤੁਹਾਨੂੰ ਬਹੁਤ ਜਲਦੀ weight loss ਕਰਨ ਵਿੱਚ ਹੈਲਪ ਕਰਨਗੇ। ਸੋ ਤੁਸੀਂ ਸਵੇਰੇ 11 o'clock ਅਬਾਊਟ 500 to 700 grams ਜਿਹੜਾ ਹੈਗਾ ਇਹਨਾਂ ਫਰੂਟਸ ਦਾ ਇੱਕ ਬੋਲ ਬਣਾ ਕੇ ਖਾਣਾ ਹੈ। ਇਹਦੇ ਵਿੱਚ ਕੋਈ ਨਟਸ ਨਹੀਂ ਪਾਣੇ ਹੈਗੇ ਹੈ, ਕੋਈ ਇਹਦੇ ਵਿੱਚ ਸਾਲਟ ਨਹੀਂ ਪਾਣਾ ਹੈਗਾ, ਕਿਉਂਕਿ ਜੇ ਨਹੀਂ ਪਾਓਗੇ ਤੇ ਜ਼ਿਆਦਾ ਫਾਇਦਾ ਕਰਨਗੇ, ਜਲਦੀ weight loss ਹੋਏਗਾ। ਸੋ ਇਹ ਸਾਡਾ ਫਰੂਟਸ ਦਾ ਬ੍ਰੇਕਫਾਸਟ ਬਣ ਜਾਂਦਾ ਹੈਗਾ। ਇਸ ਤੋਂ ਬਾਅਦ ਜਿਹੜਾ ਨੈਕਸਟ ਮੀਲ ਹੈਗਾ ਹੁਣ ਉਹ ਹੈਗਾ ਸੈਲਡ ਦਾ। ਸੈਲਡ ਵਿੱਚ ਕੀ ਹੋਏਗਾ? ਕੁਕੂੰਬਰਸ, ਟੋਮੈਟੋਜ਼, ਉਸ ਤੋਂ ਇਲਾਵਾ ਆਪਣਾ ਹੋਰ ਕੀ ਹੁੰਦਾ ਹੈ, ਖੀਰਾ, ਟਮਾਟਰ, ਮੂਲੀ, ਗਾਜਰ ਤੇ ਜਿਹੜੇ ਵੀ ਕੱਚੀ ਸਬਜ਼ੀਆਂ ਤੁਸੀਂ ਲਾਈਕ ਕਰਦੇ ਹੋ, ਲੈਟਸ ਹੋ ਗਈ, ਬੰਦ ਗੋਭੀ ਹੋ ਗਈ, ਇਹ ਸਾਰੀ ਚੀਜ਼ਾਂ ਤੁਸੀਂ ਸੈਲਡ ਦਾ ਬੋਲ ਬਣਾ ਕੇ ਖਾ ਸਕਦੇ ਹੋ। ਸੋ ਅਬਾਊਟ ਹਾਫ kg 500 ਗ੍ਰਾਮ ਤੁਸੀਂ ਇਹ ਸੈਲਡ ਖਾਣਾ ਹੈਗਾ 2 ਵਜੇ, ਲਗਭਗ 2-2:30 ਵਜੇ ਦੇ ਆਸ-ਪਾਸ। ਹੁਣ ਇੱਕ ਗੱਲ ਇੱਥੇ ਹੁੰਦੀ ਹੈ ਕਿ ਕਈ ਵਾਰ
ਕੁਝ ਕੇਸਿਸ ਵਿੱਚ ਕਈਆਂ ਦਾ ਲੋਕਾਂ ਦਾ ਪੇਟ ਇਹਦੇ ਨਾਲ ਭਰ ਜਾਂਦਾ ਹੈ, ਇਸ ਤੋਂ ਬਾਅਦ ਭੁੱਖ ਨਹੀਂ ਲੱਗਦੀ ਹੈਗੀ 3-4 ਘੰਟੇ। ਲੇਕਿਨ ਕਈਆਂ ਨੂੰ ਬਹੁਤ ਜ਼ਿਆਦਾ ਜ਼ੋਰ ਦੀ ਭੁੱਖ ਲੱਗਦੀ ਹੈਗੀ ਖਾਣ ਤੋਂ ਬਾਅਦ ਕਿ ਬਈ ਮੇਰਾ ਰੋਟੀ ਤੋਂ ਬਗੈਰ ਸਰਦਾ ਹੀ ਨਹੀਂ ਹੈਗਾ। ਸੋ ਇਹ ਸੈਲਡ ਖਾਣ ਤੋਂ ਬਾਅਦ ਅੱਧਾ ਘੰਟਾ ਵੇਟ ਕਰੋ। ਜੇ ਤੁਹਾਨੂੰ ਭੁੱਖ ਲੱਗਦੀ ਹੈਗੀ ਤਾਂ ਤੁਸੀਂ ਇੱਕ ਰੋਟੀ ਦੋ ਕਟੋਰੀ ਸਬਜ਼ੀਆਂ ਦੇ ਨਾਲ ਖਾ ਸਕਦੇ ਹੈਗੇ ਆ। ਜੇ ਭੁੱਖ ਨਹੀਂ ਲੱਗਦੀ ਤਾਂ ਤੁਹਾਨੂੰ ਰੋਟੀ ਸਬਜ਼ੀ ਖਾਣ ਦੀ ਲੋੜ ਨਹੀਂ ਹੈਗੀ, ਕੇਵਲ ਸੈਲਡ ਹੀ ਲੈਣਾ ਹੈਗਾ ਜੀ। ਤੇ ਠੀਕ ਹੈ, ਇਹ ਤਾਂ ਹੋ ਗਿਆ ਸਾਡਾ ਲੰਚ ਹੋ ਗਿਆ, ਤੇ ਉਸ ਤੋਂ ਬਾਅਦ ਮਤਲਬ ਇਹਦੇ ਵਿੱਚ ਕੁਝ ਹੋਰ ਤੁਸੀਂ ਨਹੀਂ ਲੈਣਾ ਹੈਗਾ, ਪਹਿਲਾਂ ਖਾਣਾ ਹੈ ਇਹ ਤੁਸੀਂ ਜਿਹੜਾ ਸੈਲਡ ਹੈਗਾ ਉਸ ਤੋਂ ਕਿੰਨੇ ਚਿਰ ਬਾਅਦ ਅਸੀਂ ਆਪਣਾ ਖਾਣਾ ਖਾ ਸਕਦੇ ਹਾਂ? ਅੱਧੇ ਘੰਟੇ ਬਾਅਦ ਅਗਰ ਭੁੱਖ ਲੱਗੇ ਤਾਂ ਜੀ। ਬਿਲਕੁਲ ਠੀਕ ਹੈ, ਇਹ ਤਾਂ ਸਾਡਾ ਹੋ ਗਿਆ। ਉਸ ਤੋਂ ਬਾਅਦ ਕੁਝ ਸਨੈਕਸ, ਕੁਝ ਚਾਹ ਪਾਣੀ? ਹਾਂ, ਸਨੈਕਸ ਅਗਰ ਲੈਣ ਦਾ ਜੀ ਕਰੇ ਸੋ ਤੁਸੀਂ ਜਾਂ ਤਾਂ ਕੋਈ ਡਰਾਈ ਫਰੂਟਸ ਖਾ ਸਕਦੇ ਹੋ, ਜਿਵੇਂ ਕਿ ਕੈਸ਼ੂਜ਼ ਹੋ ਗਏ, ਪਿਸਟੈਚੀਓਜ਼, ਐਲਮੰਡਸ ਹੋ ਗਏ, ਜਾਂ ਫਿਰ ਤੁਸੀਂ ਡੇਟਸ ਖਾ ਸਕਦੇ ਹੋ, ਸੀਡਸ ਖਾ ਸਕਦੇ ਹੋ, ਜਾਂ ਫਿਰ ਗ੍ਰੀਨ ਟੀ ਬਣਾ ਕੇ ਪੀ ਸਕਦੇ ਹੋ। ਉਸ ਗ੍ਰੀਨ ਟੀ ਵਿੱਚ ਕੀ ਹੋਏਗਾ, ਦੁੱਧ ਨਹੀਂ ਹੋਏਗਾ ਤੇ ਚੀਨੀ ਨਹੀਂ ਹੋਏਗੀ। ਇਹ ਦੋਨੋਂ ਚੀਜ਼ਾਂ ਦੇ ਬਗੈਰ ਬਣੇਗੀ। ਹਰਬਸ ਪਾ ਸਕਦੇ ਹੋ, ਤੁਲਸੀ, ਦਾਲਚੀਨੀ, ਅਦਰਕ, ਸੌਂਫ, ਇਹ ਸਾਰੀ ਚੀਜ਼ਾਂ ਪਾ ਕੇ ਤੁਸੀਂ ਗ੍ਰੀਨ ਟੀ ਬਣਾ ਕੇ ਪੀ ਸਕਦੇ ਹੋ। ਤੇ ਇਸ ਤੋਂ ਬਾਅਦ ਸਾਡਾ ਆ ਜਾਂਦਾ ਡਿਨਰ। ਹੁਣ ਡਿਨਰ ਵਿੱਚ ਤੁਹਾਡੀ ਚੋਇਸ ਹੈ, ਤੁਸੀਂ ਜੋ ਖਾਣਾ ਚਾਹੋ ਖਾ ਸਕਦੇ ਹੋ। ਬਸ ਕੋਸ਼ਿਸ਼ ਕਰਿਓ ਕਿ ਮਿਰਚ, ਮਸਾਲੇ ਤੇ ਨਮਕ ਤੇ ਤੇਲ ਥੋੜਾ ਜਿਹਾ ਘੱਟ ਹੋਵੇ ਤਾਂ ਕਿ ਉਹ ਜਲਦੀ ਡਾਈਜੈਸਟ ਹੋ ਜਾਵੇ। ਇਹ ਤਾਂ ਫਿਰ ਈਜ਼ੀ ਫਾਰਮ ਆ weight loss ਕਰਨ ਲਈ। ਹਾਂ, ਇਹ ਈਜ਼ੀ ਹੈਗਾ ਐਂਡ ਇਫੈਕਟਿਵ ਵੀ ਹੈਗਾ। ਮੈਂ ਤੁਹਾਨੂੰ ਕੇਸ ਸਟੱਡੀ ਦੱਸਦਾ ਹੈਗਾ। ਆਲਮੋਸਟ ਸਿਮਿਲਰ ਟਾਈਪ ਆਫ ਡਾਈਟ ਪਲਾਨ ਮੈਂ ਆਪਣੇ 2 ਪੇਸ਼ੈਂਟਸ ਦਾ ਬਣਾਇਆ ਸੀਗਾ। 2 ਐਗਜ਼ਾਮਪਲਸ ਦਿੰਦਾ। ਇੱਕ ਵੈਂਕੂਵਰ ਦੇ ਸਾਡੇ ਪੇਸ਼ੈਂਟ ਸੀਗੇ, ਵੈਨ ਹੀ ਕੇਮ ਟੂ ਅਸ ਆਈ ਥਿੰਕ ਨਵੰਬਰ ਜਾਂ ਦਸੰਬਰ ਵਿੱਚ ਆਏ ਸੀਗੇ। ਉਹਨਾਂ ਦਾ weight ਜਿਹੜਾ ਸੀਗਾ 99 kg ਸੀਗਾ। ਸੋ 99 kg ਉਹਨਾਂ ਦਾ weight ਸੀਗਾ। ਆਲਮੋਸਟ ਇਸ ਤਰ੍ਹਾਂ ਦੀ ਕੁਝ ਡਾਈਟ ਮੈਂ ਉਹਨਾਂ ਨੂੰ ਬਣਾ ਕੇ ਦਿੱਤੀ ਸੀਗੀ। 1 ਮਹੀਨੇ ਵਿੱਚ ਹੀ 99 ਤੋਂ 90 ਤੇ ਆ ਗਏ ਸੀਗੇ। ਸੋ 9 kg lost in just 1 month or on being on this diet। ਇਸੇ ਤਰ੍ਹਾਂ ਮੇਰੇ ਪੂਨਾ ਵਿੱਚ ਪੇਸ਼ੈਂਟ ਸੀਗੇ, ਉਹਨਾਂ ਦਾ 104 kg weight ਸੀਗਾ। 2 ਮਹੀਨੇ ਉਹਨਾਂ ਨੇ ਫੋਲੋ ਕੀਤਾ। ਪਰਸੋਂ ਸਾਡੀ ਫੋਨ ਤੇ ਗੱਲ ਹੋਈ ਸੀ, 87 kg ਉਹਨਾਂ ਦਾ weight ਹੋ ਗਿਆ ਸੀਗਾ। ਔਰ ਇਹ ਸਿਰਫ weight loss ਨਹੀਂ ਹੋਇਆ ਸੀ, ਉਹ ਪੂਨਾ ਵਾਲੇ ਪੇਸ਼ੈਂਟ ਨੂੰ ਡਾਇਬੀਟੀਜ਼, ਥਾਇਰਾਇਡ ਔਰ ਹਾਈਪਰਟੈਂਸ਼ਨ ਦੀ ਵੀ ਪ੍ਰੋਬਲਮ ਸੀਗੀ। ਉਹ ਵੀ ਸਾਥ ਠੀਕ ਹੋਣ ਲੱਗ ਪਈ। ਡਾਇਬੀਟੀਜ਼ ਠੀਕ ਹੋ ਗਈ, ਹਾਈਪਰਟੈਂਸ਼ਨ ਠੀਕ ਹੋ ਗਈ, ਥਾਇਰਾਇਡ ਦੀ ਗੋਲੀਆਂ ਅਜੇ ਵੀ ਚੱਲ ਰਹੀਆਂ ਨੇ, ਕਿਉਂਕਿ ਥਾਇਰਾਇਡ ਨੂੰ ਠੀਕ ਹੋਣ ਵਿੱਚ 4-5 ਮਹੀਨੇ ਲੱਗਦੇ ਹੈਗੇ ਆ। ਬਿਲਕੁਲ। ਤੇ ਜਿਹੜੀ ਤੁਸੀਂ ਡਾਈਟ ਇਹ ਦੱਸੀ ਹੈ, ਇਹਦੇ ਨਾਲ ਕੋਈ ਪ੍ਰੀਕਾਸ਼ਨਸ ਵਗੈਰਾ ਰੱਖਣੇ ਵੀ ਜ਼ਰੂਰੀ ਨੇ ਕਿਸੇ ਤਰੀਕੇ ਦੇ? ਹਾਂ, ਪ੍ਰੀਕਾਸ਼ਨਸ ਰੱਖਣੀਆਂ ਬਹੁਤ ਜ਼ਰੂਰੀ ਨੇ। ਜਿਵੇਂ ਕਿ 2 ਮੇਨ ਪ੍ਰੀਕਾਸ਼ਨਸ ਨੇ। ਇੱਕ ਤਾਂ ਐਨੀਮਲ ਫੂਡ ਨਹੀਂ ਖਾਣਾ ਹੈਗਾ, ਕੋਈ ਵੀ ਚੀਜ਼ ਜਿਹੜੀ ਜਾਨਵਰਾਂ ਵਿੱਚੋਂ ਆਂਦੀ ਹੋਵੇ, ਨਾਨ ਵੈਜ, ਮੀਟ, ਅੰਡਾ, ਮੱਛਲੀ, ਪਲੱਸ ਜਿਹੜੀ ਡੇਅਰੀ ਪ੍ਰੋਡਕਟਸ ਨੇ ਇਹ ਵੀ ਘਟਾਣੇ ਹੈਗੇ, ਕਿਉਂਕਿ ਇਹ ਵੀ ਐਕਸੈਸ weight ਵਿੱਚ ਕੰਟਰੀਬਿਊਟ ਕਰਦੇ ਹੈਗੇ। ਤੇ ਸੈਕੰਡਲੀ ਰਿਫਾਈਨਡ ਚੀਜ਼ਾਂ ਸਾਰੀ ਬੰਦ ਕਰ ਦੇਣੀਆਂ, ਜਿਵੇਂ ਕਿ ਪੈਕਡ ਪਿਸਤਾ, ਮਤਲਬ ਪੈਕਡ ਪਾਸਤਾ ਹੋ ਗਈ, ਚੌਮਿਨਸ, ਨੂਡਲਸ, ਪਿਜ਼ਾਸ, 버ਗਰਸ, ਇਹ ਸਾਰੀ ਚੀਜ਼ਾਂ ਨਹੀਂ ਖਾਣੀਆਂ। ਇਹ ਵੀ weight ਐਕਸੈਸ ਕਰਦੀਆਂ ਹੈਗੀਆਂ ਜੀ। ਬਿਲਕੁਲ। ਤੇ ਸਰ, ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਆਪਾਂ ਇਸ ਵਕਤ ਡਾਈਟ ਦੀ ਗੱਲ ਕਰ ਰਹੇ ਹਾਂ, ਸੋ ਦੱਸਿਆ ਕਿ ਪ੍ਰੀਕਾਸ਼ਨਸ ਕੀ ਹੋ ਸਕਦੇ, ਪਰ ਇਹ ਵੀ ਜ਼ਰੂਰ ਦੱਸਣਾ ਚਾਹੂੰਗੀ ਕਿ ਜਿਹੜੇ ਇਸ ਵਕਤ ਇਹ ਡਾਈਟ ਫੋਲੋ ਕਰਦੇ ਨੇ, ਕਿ ਸਾਡੀ ਕਮਿਊਨਿਟੀ 'ਚ ਇਹ ਵੀ ਬਹੁਤ ਸਾਰੇ ਹੁੰਦੇ ਆ ਜਿਹੜੇ ਅਲਕੋਹਲ ਵਗੈਰਾ ਦਾ ਸੇਵਨ ਕਰਦੇ ਨੇ, ਕਿ ਇਹਨਾਂ ਚੀਜ਼ਾਂ ਨੂੰ ਵੀ ਥੋੜਾ ਜਿਹਾ ਦੂਰ ਰੱਖਣਾ ਜ਼ਰੂਰੀ ਹੈ, ਜਾਂ ਇਹ ਵੀ ਸਾਡੇ ਐਕਸੈਸ weight ਦੇ ਲਈ ਕਾਰਨ ਬਣਦੇ ਆ? ਹਾਂਜੀ। ਸੋ ਜਿਹੜੀ ਐਲਕੋਹਲ ਹੈਗੀ, ਇਹ ਸਾਡੇ ਲਿਵਰ ਨੂੰ ਅਫੈਕਟ ਕਰਦੀ ਹੈ, ਬੋਡੀ ਵਿੱਚ ਫਲੂਇਡ ਰਿਟੈਂਸ਼ਨ ਕਾਜ਼ ਕਰਦੀ ਹੈਗੀ, ਜਿਸ ਕਰਕੇ ਸਾਡਾ weight ਐਕਸੈਸ ਹੋ ਸਕਦਾ ਹੈਗਾ। ਸੋ ਕਈ ਲੋਕਾਂ ਵਿੱਚ ਸਿਰਫ ਐਲਕੋਹਲ ਪੀਣ ਦੀ ਆਦਤ ਕਰਕੇ ਹੀ weight ਇੰਨਾ ਜ਼ਿਆਦਾ ਫਲੂਇਡ ਰਿਟੈਂਸ਼ਨ ਹੋਇਆ ਹੁੰਦਾ, ਵਧਿਆ ਹੁੰਦਾ ਹੈਗਾ। ਸੋ ਜਦੋਂ ਐਲਕੋਹਲ ਛੱਡਦੇ ਹੈਗੇ, ਥੋੜੇ ਜਿਹੇ ਯੋਗਾ ਆਸਨ ਤੇ ਥੋੜੀ ਜਿਹੀ ਐਕਸਰਸਾਈਜ਼ ਕਰਦੇ, ਆਟੋਮੈਟਿਕਲੀ ਉਹਨਾਂ ਦਾ ਬੈਲੀ ਫੈਟ ਘਟਣਾ ਸ਼ੁਰੂ ਹੋ ਜਾਂਦਾ ਹੈਗਾ। ਐਂਡ ਐਲਕੋਹਲ ਵਾਸਤੇ ਮੈਂ ਸਪੈਸ਼ਲ ਦੱਸਣਾ ਚਾਹੁੰਦਾ ਹਾਂ, ਜੇ ਤੁਸੀਂ ਰੈਗੂਲਰਲੀ ਉਹਨੂੰ ਲੈਂਦੇ ਰਹਿੰਦੇ ਹੋ, ਇੱਕ ਤਾਂ ਐਡਿਕਸ਼ਨ ਬਣਦੀ ਹੈਗੀ, ਪਲੱਸ ਤੁਹਾਡੀ ਲਿਵਰ ਜਿਹੜੀ ਹੈਗੀ ਉਹ ਖਰਾਬ ਹੋਣੀ ਸ਼ੁਰੂ ਹੁੰਦੀ ਹੈਗੀ। ਲਿਵਰ ਖਰਾਬ ਹੋਏਗੀ, ਬੋਡੀ ਦਾ ਓਵਰਆਲ ਮੈਟਾਬੋਲਿਜ਼ਮ ਖਰਾਬ ਹੋਏਗਾ, ਤੁਹਾਡੀ ਲਾਈਫ ਵਿੱਚ ਬਹੁਤ ਸਾਰੀ ਪ੍ਰੋਬਲਮਸ ਆ ਸਕਦੀਆਂ ਨੇ। ਤੁਸੀਂ ਐਕਸਰਸਾਈਜ਼ ਦੀ ਗੱਲ ਕੀਤੀ ਆ, ਸੋ ਆ ਡਾਈਟ ਪਲਾਨ ਨਾਲ ਐਕਸਰਸਾਈਜ਼ ਵੀ ਕੀ ਜ਼ਰੂਰੀ ਹੈ? ਹਾਂਜੀ। ਸੋ ਜਿਸ ਤਰ੍ਹਾਂ ਜਿਹੜੀ ਡਾਈਟ ਮੈਂ ਤੁਹਾਨੂੰ ਦੱਸੀ ਹੈ, ਉਹ ਮੈਂ ਇਸ ਐਗਜ਼ੈਂਪਸ਼ਨ ਨਾਲ ਦੱਸ ਰਿਹਾ ਹੈਗਾ ਜੀ। ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਦੁਬਾਰਾ ਆਇਆ ਜੀ ਫੋਨ ਤੇ। ਮੈਂ ਡਾਕਟਰ ਜੀ ਨਾਲ ਗੱਲ ਕਰਨੀ ਸੀ ਵੀ ਕਿੰਨੇ ਵਜੇ ਤੁਹਾਨੂੰ ਕਾਲ ਕਰੀਏ, ਕਿਹੜੇ ਟਾਈਮ ਨਾਲ? ਤੁਸੀਂ ਪ੍ਰੋਗਰਾਮ ਖਤਮ ਹੋਣ ਤੋਂ ਪਹਿਲਾਂ ਤੁਹਾਨੂੰ ਦੱਸ ਕੇ ਜਾਵਾਂਗੇ ਜੀ, ਉਸ ਟਾਈਮ ਤੁਸੀਂ ਕਾਲ ਕਰ ਲਿਓ। ਥੈਂਕ ਯੂ ਜੀ, ਤੁਸੀਂ ਕਾਲ ਕੀਤੀ ਪ੍ਰੋਗਰਾਮ ਜੀ। ਜੀ, ਐਕਸਰਸਾਈਜ਼ ਦੀ ਆਪਾਂ ਗੱਲ ਕਰ ਰਹੇ ਸੀ। ਹਾਂਜੀ। ਸੋ ਐਕਸਰਸਾਈਜ਼, ਵੈਸੇ ਤਾਂ ਮੈਂ ਇਹ ਡਾਈਟ ਜਿਹੜੀ ਬਣਾ ਕੇ ਦਿੱਤੀ ਹੈ, ਇਟ ਇਜ਼ ਔਨ ਐਨ ਅਜ਼ੰਪਸ਼ਨ ਕਿ ਤੁਸੀਂ ਕੋਈ ਐਕਸਰਸਾਈਜ਼ ਨਹੀਂ ਕਰ ਰਹੇ ਹੋ, ਸਿਰਫ ਤੁਸੀਂ ਡਾਈਟ ਦੇ ਨਾਲ ਹੀ weight ਘਟਾਉਣਾ ਚਾਹੁੰਦੇ ਹੋ। ਜੇ ਤੁਸੀਂ ਐਕਸਰਸਾਈਜ਼ ਨਹੀਂ ਵੀ ਕਰੋਗੇ ਤੇ ਇਹ ਡਾਈਟ ਫੋਲੋ ਕਰੋਗੇ ਜਿਸ ਤਰ੍ਹਾਂ ਦੀ ਮੈਂ ਦੱਸੀ ਹੈ, ਜਿਹਦੇ ਵਿੱਚ ਇੰਟਰਮਿਟੈਂਟ ਫਾਸਟਿੰਗ ਹੋਏਗੀ, ਐਂਡ ਜਿਹੜਾ ਡਾਈਟ ਪਲਾਨ ਸਾਡਾ ਹੈਗਾ ਫਰੂਟ, ਸੈਲਡ ਐਂਡ ਰਾਤ ਨੂੰ ਰੋਟੀ ਸਬਜ਼ੀ ਦਾ, ਤੇ ਤੁਹਾਡਾ weight ਇਹਦੇ ਨਾਲ ਘਟੇਗਾ। ਬਟ ਜੇ ਤੁਸੀਂ ਐਕਸਰਸਾਈਜ਼ ਕਰੋਗੇ ਤਾਂ ਇਹ ਫਾਸਟ ਹੋਵੇਗਾ, ਜ਼ਿਆਦਾ ਜਲਦੀ ਅਸਰ ਕਰੇਗਾ। ਸੋ ਐਕਸਰਸਾਈਜ਼ ਵਿੱਚ ਕੀ ਕਰ ਸਕਦੇ ਹੋ, ਇਟ ਇਜ਼ ਅਪ ਟੂ ਯੋਰ ਕੰਫਰਟ, ਕਿ ਤੁਸੀਂ ਕੰਫਰਟੇਬਲੀ ਕੀ ਕਰ ਪਾ ਰਹੇ ਹੋਗੇ। ਜਿਵੇਂ ਤੁਸੀਂ ਰਨਿੰਗ ਕਰ ਸਕਦੇ ਹੋ ਰਨਿੰਗ ਕਰੋ, ਜੋਗਿੰਗ ਕਰ ਸਕਦੇ ਹੋ ਜੋਗਿੰਗ ਕਰੋ, ਉਸ ਤੋਂ ਇਲਾਵਾ ਸਕਿਪਿੰਗ, ਜੰਪਿੰਗ, ਐਰੋਬਿਕਸ ਕਰ ਸਕਦੇ ਹੋ ਉਹ ਕਰੋ, ਯੋਗਾ ਪ੍ਰਾਣਾਯਾਮ ਕਰ ਸਕਦੇ ਹੋ ਉਹ ਕਰੋ। ਤੇ ਇੱਕ ਸਿੰਪਲ ਜੇ ਇੱਕ ਯੋਗਾ ਆਸਨ ਮੈਂ ਤੁਹਾਨੂੰ ਦੱਸਦਾ ਹਾਂ। ਜਦ ਤੁਸੀਂ ਦੁਪਹਿਰ ਦਾ ਸੈਲਡ ਖਾਂਦੇ ਹੋ, ਸੈਲਡ ਖਾਣ ਤੋਂ ਬਾਅਦ ਜਾਂ ਸੈਲਡ ਤੋਂ ਬਾਅਦ ਅਗਰ ਇੱਕ ਰੋਟੀ ਵੀ ਖਾਂਦੇ ਹੋ, ਉਸ ਤੋਂ ਬਾਅਦ 5 ਮਿੰਟਸ ਵਜਰ ਆਸਨ ਜ਼ਰੂਰ ਕਰਿਆ ਕਰੋ। ਵਜਰ ਆਸਨ ਕਿਵੇਂ ਹੁੰਦਾ, ਸਾਡੇ ਨੀਜ਼ ਨੂੰ ਬੈਂਡ ਕਰਕੇ ਹੁੰਦਾ। ਇਵੇਂ ਤੁਸੀਂ YouTube ਤੇ ਵੀ ਪਾਓਗੇ ਤੇ ਤੁਹਾਨੂੰ ਪਤਾ ਲੱਗ ਜਾਏਗਾ ਵਜਰ ਆਸਨ ਕਿਵੇਂ ਕਰਨਾ ਹੈਗਾ। ਇਸ ਤੋਂ ਇਲਾਵਾ ਰਾਤ ਦੇ ਡਿਨਰ ਤੋਂ ਬਾਅਦ 15-20 ਮਿੰਟ ਸੈਰ ਕਰੋਗੇ ਨਾ, that is also very beneficial for in this condition, ਕਿਉਂਕਿ ਉਹ ਤੁਹਾਡੀ
ਡਾਈਜੈਸ਼ਨ ਨੂੰ ਬਹੁਤ ਸਪੀਡ ਅਪ ਕਰ ਦਿੰਦਾ ਹੈ। ਬਿਲਕੁਲ, ਜਿਹੜੀ ਤੁਸੀਂ ਡਾਈਟ ਦੱਸੀ ਆ ਕਿ ਇਹ ਸਪੈਸ਼ਲ ਕੋਈ ਕੰਡੀਸ਼ਨਸ ਹੈਗੀਆਂ ਕਿ ਜਿਹੜੇ ਫੋਲੋ ਨਹੀਂ ਕਰ ਸਕਦੇ ਹੈਗੇ, ਕਿ ਹਰ ਕਿਸੇ ਲਈ ਹੈ ਇਹ? ਹਾਂ, ਜੇ ਕਿਸੇ ਨੂੰ ਕੋਈ ਮੈਡੀਕਲ ਕੰਡੀਸ਼ਨ ਹੈ, ਚਾਹੇ ਡਾਇਬੀਟੀਜ਼ ਹੋਵੇ, ਹਾਰਟ ਡਿਸੀਜ਼ ਹੋਵੇ, ਥਾਇਰੋਇਡ ਹੋਵੇ, ਜਾਂ ਹੋਰ ਕੋਈ ਹਾਰਮੋਨਲ ਇੰਬੈਲੈਂਸ ਹੋ, ਜਾਂ ਕੋਈ ਵੀ ਮੈਡੀਕਲ ਇਸ਼ੂ ਹੋਵੇ, ਦੈਨ ਪਲੀਜ਼ ਇਸ ਡਾਈਟ ਨੂੰ ਤੁਸੀਂ ਨਾ ਫੋਲੋ ਕਰਨਾ। ਉਹਦੇ ਵਾਸਤੇ ਤੁਸੀਂ ਕਿਸੇ ਦੀ ਗਾਈਡੈਂਸ ਵਿੱਚ ਅਗਰ ਫੋਲੋ ਕਰੋਗੇ, ਜਿਹਨੂੰ ਇਸ ਬਾਰੇ ਪਤਾ ਹੈਗਾ, ਨੌਲੇਜ ਹੈਗੀ ਕਿਵੇਂ ਐਡਜਸਟਮੈਂਟ ਕਰਨੀ ਹੁੰਦੀ ਹੈ ਮੈਡੀਕਲ ਕੰਡੀਸ਼ਨ ਵਿੱਚ, ਉਹਦੀ ਸਲਾਹ ਲੈ ਕੇ ਹੀ ਕਰਨਾ। ਪਰ ਜੇ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਮੈਡੀਕਲ ਕੰਡੀਸ਼ਨ ਨਹੀਂ ਹੈਗੀ, ਸਿਰਫ ਪੇਟ ਲਟਕਦਾ ਹੈਗਾ ਜਾਂ weight excess ਹੈਗਾ 90 ਕਿਲੋ ਤੋਂ ਉੱਤੇ 95 ਕਿਲੋ ਤੋਂ ਉੱਤੇ weight ਹੈਗਾ, ਤਾਂ ਤੁਸੀਂ ਇਹਨੂੰ ਸੇਫਲੀ ਫੋਲੋ ਕਰ ਸਕਦੇ ਹੋ ਤਦ ਤੱਕ ਜਦ ਤੱਕ ਤੁਹਾਡੇ weight ਬੋਡੀ ਵਿੱਚੋਂ ਐਕਸੈਸ ਚਰਬੀ ਸਾਰੀ ਖਤਮ ਨਹੀਂ ਹੋ ਜਾਂਦੀ। ਇੱਕ ਵਾਰ ਤੁਹਾਡੀ ਐਕਸੈਸ ਚਰਬੀ ਸਾਰੀ ਖਤਮ ਹੋ ਗਈ, ਉਸ ਤੋਂ ਬਾਅਦ ਇਸ ਡਾਈਟ ਵਿੱਚ ਥੋੜੀ ਚੇਂਜਸ ਕਰਨੀਆਂ ਪੈਣਗੀਆਂ, ਥੋੜੇ ਪ੍ਰੋਟੀਨ ਰਿਚ, ਕੈਲਸ਼ੀਅਮ ਰਿਚ ਹੋਰ ਬੋਡੀ ਬਿਲਡਿੰਗ ਫੂਡਸ ਐਡ ਕਰਨੇ ਪੈਣਗੇ ਤਾਂ ਕਿ ਤੁਹਾਡਾ weight ਮੇਨਟੇਨ ਰਹੇ, ਮਸਲਸ ਦਾ weight ਵਧੇ, એનર્ਜੀ ਵਧੇ, ਔਰ ਇਸ ਤੋਂ ਜ਼ਿਆਦਾ weight ਨਾ ਘਟੇ। ਬਿਲਕੁਲ। ਤੇ ਕਈ ਲੋਕ ਹੁੰਦੇ ਆ ਜਿਨ੍ਹਾਂ ਨੂੰ ਭੁੱਖ ਬਹੁਤ ਲੱਗਦੀ ਹੈ ਹਰ ਥੋੜੇ ਚਿਰ ਬਾਅਦ, ਮਤਲਬ ਓਵਰ ਈਟਿੰਗ ਜਿਵੇਂ ਅਸੀਂ ਕਹਿ ਲਈਏ ਕਿ ਬੋਰ ਹੋਏ, ਕੁਛ ਨਾ ਕੁਛ ਕੱਢਿਆ ਤੇ ਖਾ ਲਿਆ, ਸੋ ਕੀ ਇਹ ਵੀ ਮੋਟਾਪੇ ਦਾ ਕਾਰਨ ਬਣਦੀ ਹੈ? ਇਹਦੇ ਵਿੱਚ ਸਾਨੂੰ ਇੱਕ ਚੀਜ਼ ਸਮਝਣੀ ਪਏਗੀ ਕਿ ਉਹ ਜਿਹੜਾ ਬਾਰ-ਬਾਰ ਖਾ ਰਹੇ ਹੈਗੇ, ਕਿ ਉਹ ਭੁੱਖ ਦੇ ਨਾਲ ਖਾ ਰਹੇ ਹੈਗੇ ਜਾਂ ਫਿਰ ਉਹ ਬੋਰ ਹੋ ਰਹੇ ਸੀਗੇ ਤਾਂ ਉਹਨੇ ਖਾ ਲਿਆ, ਜਾਂ ਕੁਝ ਸਮਝ ਨਹੀਂ ਆਇਆ ਤਾਂ ਨਾਲ ਦੇ ਨਾਲ ਸਨੈਕਿੰਗ ਕਰਦੇ ਰਹੇ। ਸੋ ਜੇ ਤਾਂ ਭੁੱਖ ਲੱਗ ਕੇ ਅਗਰ ਖਾਵਾਂਗੇ, ਜਿਸ ਟਾਈਮ ਭੁੱਖ ਲੱਗੀ ਹੈ, ਉਹ ਸਾਡੀ ਬੋਡੀ ਵਿੱਚ ਕਨਵਰਟ ਹੋ ਕੇ ਐਕਸੈਸ ਫੈਟ ਨਹੀਂ ਬਣੇਗਾ, ਉਹ ਨਿਊਟ੍ਰੀਸ਼ਨ ਵਿੱਚ ਕਨਵਰਟ ਹੋਏਗਾ। ਪਰ ਜੇ ਆਪਾਂ ਹਰ ਅੱਧੇ ਇੱਕ ਘੰਟੇ ਬਾਅਦ ਸਨੈਕਿੰਗ ਕਰਦੇ ਜਾਵਾਂਗੇ ਤੇ ਉਹਦੇ ਨਾਲ ਸਾਡੀ ਬੋਡੀ ਦਾ ਜਿਹੜਾ ਮੈਟਾਬੋਲਿਜ਼ਮ ਹੈਗਾ ਉਹ ਡਿਸਟਰਬ ਹੋਏਗਾ। ਮੈਂ ਐਗਜ਼ਾਮਪਲ ਦਿੰਦਾ ਹੈਗਾ, ਫੋਰ ਐਗਜ਼ਾਮਪਲ ਆਪਾਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਪਾਏ ਧੋਣ ਵਾਸਤੇ, ਹੈਨਾ, ਜੇ ਔਰ ਵਿੱਚੋਂ ਹੀ ਉਹਨੂੰ ਆਪਾਂ ਸਟਾਪ ਕਰ ਦਿੱਤਾ ਤੇ ਸਟਾਪ ਕਰ ਦਿੱਤਾ ਉਹਦੇ ਵਿੱਚ ਸਾਬੁਨ ਲੱਗੇ ਰਹਿ ਗਿਆ, ਉਹ ਪੂਰੀ ਤਰ੍ਹਾਂ ਸਾਫ਼ ਹੋਏਗਾ। ਇਸੇ ਤਰ੍ਹਾਂ ਸਾਡੀ ਬੋਡੀ ਵਿੱਚ ਜਦ ਆਪਾਂ ਕੋਈ ਫੂਡ ਖਾਇਆ, ਜਿਵੇਂ ਰੋਟੀ ਸਬਜ਼ੀ ਖਾ ਲਈ, ਹੁਣ ਰੋਟੀ ਸਬਜ਼ੀ ਖਾਣ ਦੇ ਬਾਅਦ ਉਹਨੂੰ ਘੱਟੋ ਘੱਟ 8-10 ਘੰਟੇ ਦਾ ਟਾਈਮ ਚਾਹੀਦਾ ਹੈ ਪੂਰੀ ਤਰ੍ਹਾਂ ਡਾਈਜੈਸਟ ਹੋਣ ਵਾਸਤੇ। ਤੇ ਜੇ ਆਪਾਂ ਉਸਨੂੰ ਉਹ ਟਾਈਮ ਨਹੀਂ ਦਿੱਤਾ, ਹੁਣੇ ਰੋਟੀ ਸਬਜ਼ੀ ਖਾਈ, 1-1.5 ਘੰਟੇ ਬਾਅਦ ਫਿਰ ਕੋਈ ਹੋਰ ਚੀਜ਼ ਖਾ ਲਈ, ਬਿਸਕਿਟ ਖਾ ਲਿਆ, ਫਿਰ 1 ਘੰਟੇ ਬਾਅਦ ਨਮਕੀਨ ਖਾ ਲਈ, ਇਹ ਸਾਈਕਲ ਸਾਡਾ ਬੋਡੀ ਦਾ ਡਿਸਟਰਬ ਹੁੰਦਾ ਰਹੇਗਾ। ਉਸ ਤੋਂ ਪਹਿਲਾਂ ਕਿ ਸਾਡੀ ਪਹਿਲੇ ਵਾਲਾ ਭੋਜਨ ਬਾਹਰ ਨਿਕਲਿਆ, ਉਸ ਤੋਂ ਪਹਿਲਾਂ ਇੱਕ ਹੋਰ ਚੀਜ਼ ਆ ਗਈ। ਸੋ ਬੋਡੀ ਦੀ ਜਿਹੜੀ એનર્ਜੀ ਹੈਗੀ ਉਹ ਨਏ ਫੂਡ ਨੂੰ ਡਾਈਜੈਸਟ ਕਰਨ ਵਿੱਚ ਲੱਗ ਜਾਂਦੀ ਹੈ ਤੇ ਪੁਰਾਣਾ ਵਾਲਾ ਫਿਰ ਸੜਦਾ ਰਹਿੰਦਾ ਹੈਗਾ। ਐਜ਼ ਅ ਰਿਜ਼ਲਟ ਗੈਸ, ਐਸਿਡਿਟੀ, ਮੋਟਾਪਾ ਤੇ ਅੱਗੇ ਜਾ ਕੇ ਫਿਰ ਇਰੀਟੇਬਲ ਬੋਵਲ ਸਿੰਡਰੋਮ ਹੋ ਜਾਏ, ਅਲਸਰ ਹੋ ਜਾਏ ਜਾਂ ਕੈਂਸਰ ਹੋ ਜਾਏ, ਇਹ ਸਾਰੀ ਪ੍ਰੋਬਲਮਸ ਵੀ ਆ ਸਕਦੀਆਂ ਨੇ। ਆਮ ਤੌਰ ਤੇ ਲੋਕਾਂ ਨੂੰ ਦੇਖਿਆ ਜਾਂਦਾ, ਜਿਵੇਂ ਅਸੀਂ ਕਈ ਵਾਰੀ ਕੋਈ ਇਹ ਜੇ ਆਪਾਂ ਫਰੂਟਸ ਦੀ ਗੱਲ ਕਰਦੇ ਹਾਂ, ਜਿਵੇਂ ਕਿਹੜੇ ਟਾਈਮ ਦੇ ਵਿੱਚ ਫਰੂਟਸ ਖਾਣੇ ਚਾਹੀਦੇ ਆ, ਕਈ ਹੁੰਦਾ ਕਿ ਸ਼ਾਮ ਨੂੰ ਤੁਸੀਂ ਫਰੂਟਸ ਜਾਂ ਸੈਲਡ ਨਾ ਖਾਓ, ਇਹ ਤੁਹਾਡੇ ਲਈ ਹੈਲਥ ਲਈ ਗੁੱਡ ਨਹੀਂ ਹੁੰਦਾ। ਐਵੇਂ ਦੀਆਂ ਕਈ ਮਿਥਸ ਬਣੀਆਂ ਹੋਈਆਂ ਨੇ, ਕਿ ਵਾਕਈ ਮਿਥਸ ਨਹੀਂ ਆ ਇਹ ਸਹੀ ਹੈ ਕਿ ਸ਼ਾਮ ਦੇ ਸਮੇਂ ਫਰੂਟ ਜਾਂ ਫਿਰ ਸੈਲਡ ਵਗੈਰਾ ਨਹੀਂ ਖਾਣਾ ਚਾਹੀਦਾ? ਹਾਂ, ਕੁਝ ਗੱਲਾਂ, ਕੁਝ ਹਾਫ ਟਰੂਥਸ ਹੈਗੀਆਂ ਨੇ, ਲਾਈਕ ਫਰੂਟਸ ਐਂਡ ਵੈਜੀਟੇਬਲ ਤੁਸੀਂ ਕਿਸੇ ਟਾਈਮ ਵੀ ਖਾ ਸਕਦੇ ਹੋ, ਪਰ ਉਹਦਾ ਜਿਹੜਾ ਮੋਸਟ ਬੈਨੀਫਿਟ ਹੈਗਾ, ਸਭ ਤੋਂ ਜ਼ਿਆਦਾ ਬੈਨੀਫਿਟ ਉਸ ਟਾਈਮ ਹੋਏਗਾ ਜਦ ਤੁਹਾਡਾ ਪੇਟ ਖਾਲੀ ਹੈਗਾ, ਐਮਟੀ ਸਟਮਕ ਹੈਗਾ, ਸਵੇਰੇ ਤੁਸੀਂ ਸੈਲਡ ਖਾਓਗੇ, ਤੁਸੀਂ ਫਰੂਟਸ ਖਾਓਗੇ, ਸਭ ਤੋਂ ਜ਼ਿਆਦਾ ਫਾਇਦਾ ਕਰੇਗਾ। ਤੇ ਜੇ ਤੁਸੀਂ ਔਰ ਸਭ ਤੋਂ ਜ਼ਿਆਦਾ ਨੁਕਸਾਨ ਕਦ ਕਰੇਗਾ, ਜਦ ਤੁਸੀਂ ਰੋਟੀ ਸਬਜ਼ੀ ਖਾ ਲਈ ਹੈ ਔਰ ਰੋਟੀ ਸਬਜ਼ੀ ਖਾਣ ਤੋਂ 15-20 ਮਿੰਟ ਬਾਅਦ ਤੁਸੀਂ ਫਰੂਟਸ ਖਾਣ ਲੱਗ ਜਾਓਗੇ ਤੇ ਇਹ ਨੁਕਸਾਨ ਕਰੇਗਾ। ਹੁਣ ਤੁਸੀਂ ਸੋਚੋਗੇ ਕਿ ਬਈ ਫਰੂਟਸ ਤਾਂ ਬੜੇ ਵਧੀਆ ਹੁੰਦੇ ਨੇ, ਮੈਂਗੋਜ਼ ਵਧੀਆ ਨੇ, ਵਾਟਰਮੈਲਨ ਵਧੀਆ ਹੈ, ਤੇ ਨੁਕਸਾਨ ਕਿਵੇਂ ਕਰ ਸਕਦਾ ਹੈਗਾ? ਨੁਕਸਾਨ ਫੂਡ ਵਿੱਚ ਨਹੀਂ ਹੈਗਾ, ਪ੍ਰੋਸੈਸ ਵਿੱਚ ਹੈਗਾ। ਜਿਵੇਂ ਆਪਾਂ ਰੋਟੀ ਸਬਜ਼ੀ ਖਾਈ, ਜਾਂ ਇੱਕ ਸਿੰਪਲ ਐਗਜ਼ਾਮਪਲ ਨਾਲ ਸਮਝਾ ਦਿੰਦਾ ਹੈਗਾ, ਜੇ ਮੰਨ ਲਓ ਕੋਈ ਗਲੀ ਹੈਗੀ ਪਤਲੀ ਜੀ, ਉਸ ਪਤਲੀ ਗਲੀ ਵਿੱਚੋਂ ਸਕੂਟਰ ਵੀ ਲੰਘ ਸਕਦਾ ਹੈ, ਕਾਰ ਵੀ ਲੰਘ ਸਕਦੀ ਹੈ ਤੇ ਟਰੱਕ ਵੀ ਲੰਘ ਸਕਦਾ ਹੈ। ਲੇਕਿਨ ਪਤਲੀ ਗਲੀ ਵਿੱਚ ਟਰੱਕ ਬੜੀ ਧੀਰੇ ਲੰਘੇਗਾ, ਸਕੂਟਰ ਤੇਜ਼ੀ ਨਾਲ ਲੰਘ ਜਾਏਗਾ ਤੇ ਕਾਰ ਇੱਕ ਮੀਡੀਅਮ ਸਪੀਡ ਤੇ ਨਿਕਲੇਗਾ। ਹੁਣ ਜਿਹੜੇ ਫਰੂਟਸ ਨੇ, ਸੈਲਡ ਨੇ, ਇਹ ਸਾਡੇ ਸਕੂਟਰ ਵਰਗੇ ਹੈਗੇ ਆ, ਜਿਵੇਂ ਆਪਾਂ ਖਾਂਦੇ ਆ 2-3 ਘੰਟੇ ਵਿੱਚ ਹੀ ਪੂਰੀ ਤਰ੍ਹਾਂ ਡਾਈਜੈਸਟ ਹੋ ਕੇ ਐਲੀਮੀਨੇਟ ਹੋ ਜਾਂਦੇ ਹੈਗੇ ਆ। ਲੇਕਿਨ ਜਿਹੜੀ ਰੋਟੀ ਸਬਜ਼ੀ ਹੈ, ਗ੍ਰੇਨਸ ਨੇ, ਇਹਨੂੰ ਟਾਈਮ ਲੱਗਦਾ ਹੈ, 8-10 ਘੰਟੇ ਘੱਟੋ ਘੱਟ ਲੱਗਦੇ ਆ ਡਾਈਜੈਸਟ ਹੋਣ ਵਾਸਤੇ। ਸੋ ਜੇ ਹੁਣ ਆਪਾਂ ਰੋਟੀ ਸਬਜ਼ੀ ਖਾਈ ਤੇ ਰੋਟੀ ਸਬਜ਼ੀ ਖਾਣ ਤੋਂ ਬਾਅਦ ਆਪਾਂ ਫਰੂਟਸ ਖਾ ਲਏ, ਤੇ ਇਹਦਾ ਮਤਲਬ ਹੋ ਗਿਆ ਕਿ ਇੱਕ ਪਤਲੀ ਜੀ ਰੋਡ ਹੈ, ਉਹਦੇ ਵਿੱਚ ਟਰੱਕ ਚੱਲ ਰਿਹਾ ਤੇ ਟਰੱਕ ਦੇ ਪਿੱਛੇ ਤੁਸੀਂ ਸਕੂਟਰ ਲਾ ਦਿੱਤਾ ਹੈ, ਤੇ ਹੁਣ ਜਿੰਨੀ ਸਲੋ ਸਪੀਡ ਤੇ ਟਰੱਕ ਜਾਏਗਾ ਉਸੇ ਸਪੀਡ ਤੇ ਸਕੂਟਰ ਨੂੰ ਚੱਲਣਾ ਪਏਗਾ। ਤੇ ਉੱਥੇ ਜਿੱਥੇ ਸਕੂਟਰ ਵਾਲੇ ਨੂੰ ਗੁੱਸਾ ਚੜੇਗਾ, ਅੱਗ ਲੱਗੇਗੀ, ਉਹਨੂੰ ਸਾੜ ਪਏਗੀ। ਇਸੇ ਤਰ੍ਹਾਂ ਸਾਡੇ ਸਰੀਰ ਵਿੱਚ ਵੀ ਜਿਹੜਾ ਫਰੂਟ ਅੱਗੇ ਪਿੱਛੋਂ ਆ ਰਿਹਾ ਹੈ, ਉਹਨੂੰ ਸਾੜ ਲੱਗੇਗੀ, ਉੱਥੇ ਐਸਿਡ ਬਣੇਗਾ, ਗੈਸ ਬਣੇਗੀ, ਇਹ ਪ੍ਰੋਬਲਮਸ ਹੋਣਗੀਆਂ। ਜੀ ਬਿਲਕੁਲ। ਤੇ ਛੋਟੀ ਚੇਂਜਸ ਅਗਰ ਆਪਾਂ ਕਰ ਲਈਏ ਆਪਣੇ ਲਾਈਫਸਟਾਈਲ ਵਿੱਚ, ਤਾਂ ਆਪਾਂ ਗੈਸ, ਐਸਿਡਿਟੀ, ਇਹਨਾਂ ਚੀਜ਼ਾਂ ਤੋਂ ਬਚ ਸਕਦੇ ਹਾਂ। ਆਮ ਤੌਰ ਤੇ ਬਹੁਤ ਜ਼ਿਆਦਾ ਪ੍ਰੋਬਲਮਸ ਹੁੰਦੀਆਂ ਨੇ, ਗੈਸ ਦੀ ਹੋ ਗਈ, ਐਸਿਡਿਟੀ ਦੀ ਹੋ ਗਈ, ਜਾਂ ਫਿਰ ਕਈ ਕਹਿੰਦੇ ਸਾਨੂੰ ਨੀਂਦ ਨਹੀਂ ਆਉਂਦੀ ਪ੍ਰੋਪਰ। ਸੋ ਇਹ ਵੀ ਕੀਜ਼ ਦਾ ਇੱਕ ਰੀਜ਼ਨ ਹੋ ਸਕਦਾ ਸਾਡੇ ਖਾਣ ਪੀਣ ਨੂੰ ਲੈ ਕੇ। ਹਾਂਜੀ, ਸੋ ਸਲੀਪ, ਜੇ ਨੀਂਦ ਨਹੀਂ ਆਉਂਦੀ ਹੈਗੀ, ਨੀਂਦ ਨਾ ਆਉਣ ਦੇ ਕਾਫੀ ਸਾਰੀ ਕਾਜ਼ਸ ਹੋ ਸਕਦੀਆਂ ਨੇ, ਓਵਰ ਥਿੰਕਿੰਗ ਹੋ ਸਕਦੀ ਹੈਗੀ, ਸਾਈਕੋਲੋਜੀਕਲ ਪ੍ਰੋਬਲਮਸ ਹੋ ਸਕਦੀਆਂ ਨੇ, ਹੋਰ ਵੀ ਚੀਜ਼ਾਂ ਹੋ ਸਕਦੀਆਂ ਨੇ। ਲੇਕਿਨ ਮੈਂ ਕੁਝ ਟਿਪਸ ਇਸ ਵੀਡੀਓ ਦੇ ਰਾਹੀਂ ਦੱਸਣਾ ਚਾਹੁੰਦਾ ਹੈਗਾ, ਜਿਹਨੂੰ ਫੋਲੋ ਕਰਕੇ ਤੁਸੀਂ ਗਹਿਰੀ ਲੰਬੀ ਨੀਂਦ, ਚੰਗੀ ਨੀਂਦ ਸੋ ਸਕਦੇ ਹੋ। ਇੱਕ ਤਾਂ ਗੱਲ ਇਹ ਹੈਗੀ, ਜਦ ਵੀ ਤੁਸੀਂ ਸੋਣਾ ਹੈਗਾ, ਆਪਣੇ ਆਸ-ਪਾਸ ਪੂਰਾ ਗੁੱਪ ਹਨੇਰਾ ਕਰ ਦੇਣਾ ਹੈਗਾ, ਸਾਰੀ ਲਾਈਟਸ, ਸਾਰੇ ਡਿਵਾਈਸਸ ਬੰਦ ਕਰ ਦੇਣੇ ਨੇ, ਈਵਨ ਵਾਈਫਾਈ ਵੀ ਆਪਣਾ ਘਰ ਦਾ ਆਫ ਕਰ ਦੇਣਾ ਹੈਗਾ, ਕਿਉਂਕਿ ਵਾਈਫਾਈ ਦੇ ਵਿੱਚ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਹੁੰਦੀ ਹੈ। ਉਹ ਰੇਡੀਏਸ਼ਨ ਵੀ ਸਾਡੀ ਬ੍ਰੇਨ ਦੇ ਕੁਝ ਨਿਊਰੋਨਸ ਨੂੰ ਐਕਟੀਵੇਟ ਇਸ ਤਰ੍ਹਾਂ ਕਰਕੇ ਰੱਖਦੀ ਹੈ ਕਿ ਸਾਨੂੰ ਨੀਂਦ ਆਉਣ ਵਿੱਚ ਥੋੜੀ ਜਿਹੀ ਪ੍ਰੋਬਲਮ ਹੁੰਦੀ ਹੈ। ਉਸ ਤੋਂ ਇਲਾਵਾ ਆਪਣੇ ਫੋਨ ਨੂੰ 에ਅਰਪਲੇਨ ਮੋਡ ਤੇ ਡਾਲ ਦੇਣਾ ਹੈਗਾ, ਤੇ ਇੱਕ ਬਹੁਤ ਹੀ ਜ਼ਿਆਦਾ ਇਫੈਕਟਿਵ ਥੈਰੇਪੀ ਜਿਹੜੀ ਹੈਗੀ ਉਹ ਹੈ ਲੋਅਰ ਲੈਗ ਹੌਟ ਵਾਟਰ ਇਮਰਸ਼ਨ, ਯਾਨੀ ਕਿ 20 ਮਿੰਟਸ ਵਾਸਤੇ
ਵਾਸਤੇ ਆਪਣੇ ਦੋਨਾਂ ਪੈਰਾਂ ਨੂੰ ਇੱਕ ਬਾਲਟੀ ਗਰਮ ਪਾਣੀ ਵਿੱਚ ਡਿਬੋ ਕੇ ਰੱਖਣਾ ਹੈਗਾ। ਉਸ ਗਰਮ ਪਾਣੀ ਵਿੱਚ ਪੈਰਾਂ ਨੂੰ ਤੁਸੀਂ ਰੱਖੋਗੇ, ਤੁਹਾਡੀ ਬੋਡੀ ਇੱਕਦਮ ਰਿਲੈਕਸ ਹੋ ਜਾਏਗੀ, ਬਲੱਡ ਪ੍ਰੈਸ਼ਰ ਅਗਰ ਵਧਿਆ ਹੋਇਆ ਘਟ ਜਾਏਗਾ ਤੇ ਤੁਸੀਂ ਇੱਕ ਚੰਗੀ ਗਹਿਰੀ ਨੀਂਦ ਸੋ ਸਕੋਗੇ। ਜੀ ਬਿਲਕੁਲ। ਤੇ ਕਮਲ ਜੀ, ਇਸ ਵਕਤ ਹੁਣ ਆਪਣਾ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ ਤੇ ਅੱਜ ਬਹੁਤ ਵਧੀਆ ਤੁਸੀਂ ਟਿਪਸ ਦਿੱਤੇ ਨੇ। ਉਮੀਦ ਕਰਦੇ ਹਾਂ ਸਾਰੇ ਦਰਸ਼ਕ ਇਸ ਨੂੰ ਫੋਲੋ ਵੀ ਜ਼ਰੂਰ ਕਰਨਗੇ। ਸੋ ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਤੇ ਇਹ ਵੀ ਜ਼ਰੂਰ ਦੱਸ ਦਿਓ ਕਿਸ ਟਾਈਮ ਤੇ ਕਿਵੇਂ ਤੁਹਾਨੂੰ ਕੰਟੈਕਟ ਕੀਤਾ ਜਾਵੇ। ਹਾਂਜੀ, ਸੋ ਮੈਂ ਦਰਸ਼ਕਾਂ ਨੂੰ ਇਹ ਗੱਲ ਦੱਸਣਾ ਚਾਹੁੰਦਾ ਹਾਂ, ਡਾਇਬੀਟੀਜ਼ ਹੋਵੇ, ਹਾਈਪਰਟੈਂਸ਼ਨ ਹੋਵੇ, ਥਾਇਰਾਇਡ ਹੋਵੇ ਜਾਂ ਮੋਟਾਪਾ ਹੋਵੇ, ਇਹ ਕ੍ਰੋਨਿਕ ਲਾਈਫਸਟਾਈਲ ਡਿਜ਼ੀਜ਼ਸ ਹੈਗੀਆਂ ਜਿਹੜੇ ਸਾਡੇ ਖਾਣ ਪੀਣ, ਸਾਡੇ ਲਾਈਫਸਟਾਈਲ ਰੋਂਗ ਹੋਣ ਕਰਕੇ ਇਹ ਪ੍ਰੋਬਲਮਸ ਆਉਂਦੀਆਂ ਨੇ। ਸੋ ਜੇ ਅਸੀਂ ਆਪਣੇ ਲਾਈਫਸਟਾਈਲ ਨੂੰ, ਆਪਣੀ ਡਾਈਟ ਨੂੰ ਸੁਧਾਰ ਲਈਏ ਤੇ ਇਹ ਸਾਰੇ ਡਿਜ਼ੀਜ਼ਸ ਫੁੱਲੀ ਰਿਵਰਸੀਬਲ ਐਂਡ ਕਿਉਰੇਬਲ ਹੈਗੀਆਂ ਨੇ। ਸੋ ਉਹਦੇ ਵਾਸਤੇ ਤੁਸੀਂ ਸਾਨੂੰ ਵੀ ਸੰਪਰਕ ਕਰ ਸਕਦੇ ਹੋ। ਸਾਡਾ WhatsApp ਨੰਬਰ ਸਕਰੀਨ ਤੇ ਵੀ ਦਿੱਤਾ ਹੋਇਆ ਹੈ, ਮੈਂ ਵੀ ਦੱਸ ਦਿੰਦਾ ਹੈਗਾ, +91 9718422691। ਇਸ ਦੇ ਉੱਤੇ ਤੁਸੀਂ WhatsApp ਰਾਹੀਂ ਮੈਸੇਜ ਛੱਡ ਸਕਦੇ ਹੋ ਕਿ ਆਈ ਨੀਡ ਅਪਾਇੰਟਮੈਂਟ ਵਿਦ ਡਾਕਟਰ ਸਿੰਘ ਐਂਡ ਤੁਹਾਨੂੰ ਪ੍ਰੋਸੀਜਰ ਦੇ ਦਿੱਤਾ ਜਾਏਗਾ। ਇਸ ਤੋਂ ਇਲਾਵਾ ਜਿਸ ਤਰ੍ਹਾਂ ਦੀ ਆਪਾਂ ਡਾਈਟ ਐਂਡ ਲਾਈਫਸਟਾਈਲ ਟਿਪਸ ਅੱਜ ਦੇ ਸ਼ੋਅ ਵਿੱਚ ਦੱਸੀਆਂ ਨੇ, ਸਾਡੇ ਵੈਬਸਾਈਟ ਦੇ ਉੱਤੇ gosatvik.ca gosatvik.ca ਤੇ ਤੁਸੀਂ ਜਾ ਕੇ ਸਾਡੇ ਕੁਝ ਕੋਰਸਿਸ ਹੈਗੇ ਉਹ ਤੁਸੀਂ ਜੁਆਇਨ ਕਰ ਸਕਦੇ ਹੋ, ਜਿਹਦੇ ਵਿੱਚ ਆਪਾਂ ਤੁਹਾਨੂੰ ਡਿਟੇਲ ਵਿੱਚ ਸਾਰੀ ਚੀਜ਼ਾਂ ਸਿਖਾਵਾਂਗੇ। ਇਸ ਤੋਂ ਇਲਾਵਾ ਕੁਝ ਬੁੱਕਸ ਅਸੀਂ ਲਿਖੀਆਂ ਨੇ, ਉਹ ਬੁੱਕਸ ਫ੍ਰੀਲੀ ਡਾਊਨਲੋਡੇਬਲ ਹੈਗੀਆਂ, ਤੁਸੀਂ ਉਹ ਵੀ ਡਾਊਨਲੋਡ ਕਰਕੇ ਪੜ੍ਹ ਸਕਦੇ ਹੋ। ਜੀ ਬਿਲਕੁਲ। ਸੋ ਬਹੁਤ ਬਹੁਤ ਸ਼ੁਕਰੀਆ ਕਮਲ ਜੀ ਸਾਡੇ ਸਟੂਡੀਓ ਚ ਆਉਣ ਲਈ ਤੇ ਜਾਣਕਾਰੀ ਦੇਣ ਲਈ। ਬਹੁਤ ਬਹੁਤ ਧੰਨਵਾਦ ਮੈਨੂੰ ਇਨਵਾਈਟ ਕਰਨ ਵਾਸਤੇ।